हाँ जी, ਇਹ ਸਾਰਿਆਂ ਨਾਲੋਂ ਵੱਡਾ ਮੁੱਦਾ ਇਹ ਅੱਜ ਦਾ ਨਹੀਂ ਜੀ। ਇਹ ਸਾਲਾਂ ਤੋਂ ਚੱਲਿਆ ਆ ਰਿਹਾ ਕਿ ਜਿਹੜੇ ਹੈਗੇ ਆ ਐਂਡ ਮਿਸਟਰ ਮੈਕਲਮ ਮੇਅਰ ਜਦੋਂ ਮੇਰੇ ਸ਼ੋਅ ਤੇ ਲਾਸਟ ਟਾਈਮ ਆਏ ਸੀਗੇ ਅਬਾਊਟ ਅ ਮੰਥ ਅਗੋ ਉਹਨਾਂ ਨੇ ਵੀ ਕਿਹਾ ਸੀ ਕੋਈ ਨਵਾਂ ਸਿਸਟਮ ਕੰਪਿਊਟਰਾਈਜ਼ ਸਿਸਟਮ ਤੁਸੀਂ ਇੰਪਲੀਮੈਂਟ ਕਰਨ ਲੱਗੇ ਆ ਤਾਂ ਕਿ ਉਹਨਾਂ ਨੇ ਕਿਹਾ ਸੀ ਵੀ ਕਾਫੀ ਜਿਹੜਾ ਵੇਟ ਟਾਈਮ ਅਸੀਂ ਘਟਾ ਦੇਣਾ ਜੀ ਬਿਲਕੁਲ। ਹੁਣ ਜਿਹੜੇ ਸਾਡੇ ਇਲੈਕਟ੍ਰੀਕਲ ਪਰਮਿਟਸ ਆ ਅਬਾਊਟ 90% ਜਿਹੜੇ ਆਨਲਾਈਨ ਅਪਲਾਈ ਹੁੰਦੇ ਨੇ ਤੇ ਆਨਲਾਈਨ ਹੀ ਇਸ਼ੂ ਹੁੰਦੇ ਨੇ ਅਬਾਊਟ 90%। ਮੈਨੂੰ ਲੱਗਦਾ ਅਗਲੇ 2 ਜਾਂ 3 ਜਾਂ 4 ਸਾਲ ਦੇ ਵਿੱਚ ਬਿਲਕੁਲ ਵੀ ਸਿਟੀ ਹਾਲ ਜਿਹੜਾ ਜਾਣ ਦੀ ਜ਼ਰੂਰਤ ਨਹੀਂ ਪਏਗੀ, ਚਾਹੇ ਤੁਸੀਂ ਬਿਲਡਿੰਗ ਪਰਮਿਟ ਅਪਲਾਈ ਕਰਨਾ, ਚਾਹੇ ਪਲੰਬਿੰਗ, ਚਾਹੇ ਇਲੈਕਟ੍ਰੀਕਲ ਜਾਂ ਹੋਰ ਵੀ ਕੋਈ ਬਿਜ਼ਨਸ ਲਾਇਸੈਂਸ ਜਾਂ ਟੈਨੈਂਟ ਇੰਪਰੂਵਮੈਂਟ ਵਾਸਤੇ ਕੋਈ ਵੀ ਐਪਲੀਕੇਸ਼ਨ ਦੇਣੀ ਹੈ ਤੁਹਾਨੂੰ ਸਿਟੀ ਹਾਲ ਜਿਹੜਾ ਬਿਲਕੁਲ ਵੀ ਜਾਣਾ ਨਹੀਂ ਪਏਗਾ। ਪਰ ਸਿਟੀ ਆਫ ਸਰੀ ਦੇ ਸਾਡੀ ਜਿਹੜੀ ਸੇਫ ਸਰੀ ਕੋਲੀਸ਼ਨ ਦੀ ਟੀਮ ਆ ਅਸੀਂ ਰੈਕਡ ਨੰਬਰ ਆਫ ਰੈਕਡ ਅਮਾਊਂਟ ਜਿਹੜੀ ਆ ਇਨ ਡਾਲਰ ਵਾਈਜ਼ ਅਸੀਂ 2019 ਦੇ ਵਿੱਚ 2020 ਦੇ ਵਿੱਚ ਜਿਹੜੀ ਅਸੀਂ ਅਪਰੂਵ ਕੀਤੀ ਆ ਉਹਦੇ ਵਿੱਚ ਜੇ ਮੈਂ ਮੇਰੇ ਕੋਲ ਕਰੈਕਟ ਫਿਗਰ ਤੇ ਨਹੀਂ ਹੈ ਅਬਾਊਟ 2.5 ਬਿਲੀਅਨ ਡਾਲਰ ਅਸੀਂ ਪਿਛਲੇ 10 ਸਾਲ ਦੇ ਰੈਕਡਸ ਇਹਦੀ ਜਿਹੜੀ ਕਾਸਟ ਹੈਗੀ ਆ ਜਿਹੜੀ ਹੁਣ RCMP ਦੀ ਜਿਹੜੀ ਕਾਸਟ ਹੈਗੀ ਆ ਪਹਿਲੇ ਤੇ RCMP ਯੂਨੀਨਾਈਜ਼ਡ ਨਹੀਂ ਸੀਗੀ 2020 ਤੱਕ ਸੋ ਉਹਦਾ ਪਲੱਸ 10% ਜਿਹੜੀ ਸਬਸਿਡੀ 10% ਓਨਲੀ 10% ਫੈਡਰਲ ਗਵਰਨਮੈਂਟ ਪੇ ਕਰਦੀ ਸੀ। ਬਾਕੀ ਜੋ ਵੀ ਕਾਸਟ ਆ ਰਫਲੀ 190 ਮਿਲੀਅਨ ਡਾਲਰ ਦੀ ਜਿਹੜੀ ਕਾਸਟ ਆ ਵਿੱਚੋਂ 10% ਤੁਸੀਂ ਮਾਈਨਸ ਕਰ ਲਓ, ਬਾਕੀ ਦਾ ਸਾਰਾ ਸਿਟੀ ਆਫ ਸਰੀ ਪੇ ਕਰਦੀ, ਬਾਕੀ ਮਿਊਨਿਸਪੈਲਿਟੀਜ਼ ਵਾਂਗ। ਐਂਡ ਵੈਲਕਮ ਟੂ CJ ਸਿੱਧੂ ਸ਼ੋਅ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ ਇਸ ਲਾਈਵ ਸ਼ੋਅ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਦੀ, ਕਮਿਊਨਿਟੀ ਐਕਟਿਵਿਸਟ ਦੀ, ਡਾਕਟਰ ਦੀ ਤੁਹਾਡੇ ਨਾਲ ਗੱਲਬਾਤ ਕਰਾਈ ਦੀ ਹੈ ਤਾਂ ਕਿ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦਿੱਤੀ ਜਾ ਸਕੇ। ਅਤੇ ਬੜੇ ਦੁੱਖ ਦੀ ਗੱਲ ਹੈ ਜਿਹੜਾ ਕਿ ਯੂਕਰੇਨ ਦੇ ਵਿੱਚ ਹੋ ਰਿਹਾ ਆ 1 ਮਿਲੀਅਨ ਤੋਂ ਉੱਤੇ ਜਿਹੜੇ ਰੈਫਿਊਜੀਜ਼ ਹੈ ਉਹ ਜਿਹੜੀਆਂ ਨਾਲ ਦੀਆਂ ਕੰਟਰੀਆਂ ਖਾਸ ਕਰਕੇ ਪੋਲੈਂਡ, ਰੋਮੇਨੀਆ ਐਂਡ ਡਿਫਰੈਂਟ ਕੰਟਰੀਜ਼ ਉਹਨਾਂ ਨੂੰ ਉਹ ਵੈਲਕਮ ਕਰ ਰਹੇ ਆ। ਛੋਟੇ ਛੋਟੇ ਬੱਚੇ ਆਪਦੇ ਪੇਰੈਂਟਸ ਨੂੰ ਛੱਡ ਕੇ, ਕਿਉਂਕਿ ਰਾਈਟ ਨਾਓ ਆਪਣੇ ਬੱਚੇ ਅਤੇ ਲੇਡੀਜ਼ ਨੂੰ ਅਲਾਓ ਕਰ ਰਹੇ ਆ ਪਰ ਉਹਨਾਂ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਨਹੀਂ ਅਲਾਓ ਕਰ ਰਹੇ। ਸੋ ਇਹ ਫੈਮਲੀਆਂ ਵਿਛੜ ਰਹੀਆਂ, ਬੜਾ ਹੀ ਬੱਚਿਆਂ ਦੇ ਬਰਥ ਉੱਥੇ ਹੋ ਰਹੇ ਹੈ ਐਂਡ ਇਸ ਬੜੀ ਦੁਖਨੁਮਾ ਜਿਹੜੀ ਸਟੋਰੀ ਉੱਥੇ ਚੱਲ ਰਹੀ ਹੈ। ਐਂਡ ਅਟੈਕ ਜਿਹੜਾ ਰਸ਼ੀਆ ਨੇ ਉਹ ਹੋਰ ਵਧਾਤਾ ਆ ਪਰ ਦੂਜੇ ਪਾਸੇ ਜਿਹੜੇ ਯੂਕਰੇਨੀਅਨਸ ਹੈ ਬੜੇ ਸਟਰੋਂਗ ਉਹ ਖੜੇ ਆ ਫਾਈਟ ਕਰਨ ਲਈ, ਪਰਸਨਲ ਤੌਰ 'ਤੇ ਉਹ ਲੜਨ ਲਈ ਤਿਆਰ ਹੈ। ਸੋ ਆਵਰ ਥਾਟਸ ਐਂਡ ਪ੍ਰੇਅਰਸ ਵਿਦ ਦੋਜ਼ ਫੈਮਲੀਜ਼ ਵਿਦ ਦ ਯੂਕਰੇਨੀਅਨਸ। ਸੋ ਇਸ ਲਈ ਜੇ ਕੋਈ ਉਪਰਾਲਾ ਕਰਦਾ ਅਤੇ ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਪਾਓ। ਇਹ ਬੜੇ ਦੁਖੀ ਹਿਰਦਿਆਂ ਨਾਲ ਕਹਿਣਾ ਪੈਂਦਾ ਕਿ ਇਨ ਦਿਸ ਟਾਈਮ ਐਂਡ ਏਜ ਜਿਹੜਾ ਪੁਟੀਨ ਦਾ ਜਿਹੜਾ ਗੋਲ ਹੈਗਾ ਟੂ ਟੇਕਿੰਗ ਓਵਰ ਦੈਟ country that's independently was operating very nicely। ਸੋ ਹਾਲਾਂਕਿ ਅੱਜ ਆਪਣਾ ਗੱਲਬਾਤ ਦਾ ਇਹ ਮੁੱਦਾ ਨਹੀਂ, ਆਪਣੇ ਜਿਹੜੇ ਸਰੀ ਦੇ ਖਾਸ ਕਰਕੇ ਕਾਫੀ ਮੁੱਦੇ ਉੱਭਰ ਕੇ ਆਏ ਹੈ ਉਹਨਾਂ ਬਾਰੇ ਗੱਲਬਾਤ ਹੋਊਗੀ। ਸਾਡੀ ਫੋਨ ਲਾਈਨਸ ਓਪਨ ਹੈ। ਅੱਜ ਮੇਰੇ ਗੈਸਟ ਹੈਗੇ ਹੈ ਮਨਦੀਪ ਨਾਗਰਾ ਜਿਹੜੇ ਕਿ ਕਾਉਂਸਲਰ ਆਫ ਸਿਟੀ ਆਫ ਸਰੀ। ਸੋ ਹੁਣ ਕਮਿਊਨਿਟੀ ਉਹਨਾਂ ਨੂੰ ਬੜੇ ਬਖੂਬੀ ਤਰੀਕੇ ਨਾਲ ਜਾਣਦੀ ਹੈ, ਕੋਈ ਲੰਮੀ ਚੌੜੀ ਇੰਟਰੋਡਕਸ਼ਨ ਦੀ ਲੋੜ ਨਹੀਂ। He is a business person, have a lot of experience building his family's growing chain of Fraser View Meats, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। And he's raising his family with his wife and family in Surrey as well। ਅਤੇ ਇਸ ਤੋਂ ਇਲਾਵਾ ਜਿਹੜੀਆਂ ਕਾਫੀ ਪਾਵਰਫੁਲ ਕਮੇਟੀਜ਼ ਹੈ ਸਰੀ ਦੀਆਂ ਉਹਨਾਂ 'ਤੇ ਇਹ ਸਰਵ ਕਰ ਰਹੇ ਹੈ। ਸਿਟੀ ਆਫ ਸਰੀ ਫਾਈਨੈਂਸ ਕਮੇਟੀ, ਸਿਟੀ ਆਫ ਸਰੀ Investment Innovation Impact Committee, City of Surrey Agriculture, Environment and Investment Committee ਦੇ ਵਾਈਸ ਚੇਅਰ ਹੈ, ਪਾਰਸਲ ਟੈਕਸ ਰੋਲ ਰਿਵਿਊ ਪੈਨਲ, ਮੈਟਰੋ ਵੈਨਕੂਵਰ ਬੋਰਡ ਦੇ ਡਾਇਰੈਕਟਰ ਹੈ, ਮੈਟਰੋ ਵੈਨਕੂਵਰ ਪਰਫਾਰਮੈਂਸ ਐਂਡ ਆਡਿਟ ਕਮੇਟੀ, ਮੈਟਰੋ ਵੈਨਕੂਵਰ ਰੀਜਨਲ ਕਲਚਰ ਕਮੇਟੀ ਅਤੇ ਸਾਰਿਆਂ ਨਾਲ ਵਰਣਨਯੋਗ ਹੈ ਇੱਕ ਜਿਹੜੀ ਨਵੀਂ ਕਮੇਟੀ ਸਿਟੀ ਆਫ ਸਰੀ ਡਿਵੈਲਪਮੈਂਟ ਐਡਵਾਈਜ਼ਰੀ ਕਮੇਟੀ। ਇਹਦੇ ਬਾਰੇ ਇਸ ਤੋਂ ਹੀ ਆਪਾਂ ਮੇਰੇ ਖਿਆਲ ਗੱਲਬਾਤ ਸ਼ੁਰੂ ਕਰਾਂਗੇ ਕਿਉਂਕਿ ਇਹ ਜਿਹੜੀ ਨਵੀਂ ਕਮੇਟੀ ਹੈ ਡਿਵੈਲਪਮੈਂਟ ਇਜ਼ ਅ ਬਿਗ ਪਾਰਟ ਬਿਕਾਜ਼ ਇਟਸ ਅ ਫਾਸਟੈਸਟ ਗਰੋਇੰਗ ਸਿਟੀ ਇਨ ਕੈਨੇਡਾ ਐਂਡ ਜਿੱਥੇ ਕਿ ਆਪਣੇ 1000 ਤੋਂ ਜ਼ਿਆਦਾ ਬੰਦੇ ਇੱਥੇ ਹਰ ਡੇ ਔਰ ਮੰਥਲੀ
ਮੰਥਲੀ 1000 ਤੋਂ ਉੱਪਰ ਬੰਦੇ ਜਿਹੜੇ ਇੱਥੇ ਮੂਵ ਹੋ ਰਹੇ ਆ ਐਂਡ ਕਹਿੰਦੇ ਕੁਛ ਹੀ ਸਾਲਾਂ 'ਚ ਇਹਨੇ ਆਪਣੇ ਵੈਨਕੂਵਰ ਨੂੰ ਤੇ ਬਾਕੀ ਬਿਗ ਸਿਟੀਜ਼ ਨੂੰ ਬਾਈਪਾਸ ਕਰ ਜਾਣਾ ਆ ਐਂਡ ਵੈਲਕਮ ਟੂ ਸੀਜੇ ਸਿੱਧੂ ਸ਼ੋ ਮਿਸਟਰ ਨਾਗਰਾ। ਹਾਂਜੀ ਮਿਸਟਰ ਸਿੱਧੂ, ਤੁਹਾਨੂੰ ਤੇ ਤੁਹਾਡੇ ਸਾਰੇ ਵੀਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਆਪਣੇ ਮਨਦੀਪ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਿਹੜੀ ਆਪਣੇ ਤੁਸੀਂ ਉਹਦੇ ਚੇਅਰ ਵੀ ਹੋ ਜੀ ਤੇ ਸਿਟੀ ਆਫ ਸਰੀ ਡਿਵੈਲਪਮੈਂਟ ਐਡਵਾਈਜ਼ਰੀ ਕਮੇਟੀ, ਮਤਲਬ ਇਹਦਾ ਕਿਵੇਂ ਵਿਚਾਰ ਆਇਆ, ਕੀ ਇਹਦਾ ਮੈਂਡੇਟ ਹੈ ਤੇ ਕੀ ਇਹਦੇ ਤਹਿਤ ਤੁਸੀਂ ਕਰੋਗੇ? ਡੈਫੀਨਿਟਲੀ ਇਹ ਇੱਕ ਜਿੱਦਾਂ ਤੁਸੀਂ ਜਾਣਦੇ ਹੋ ਕਿ ਜਿੱਦਾਂ ਤੁਸੀਂ ਦੱਸਿਆ ਵੀ ਹੈ ਕਿ ਜਿਹੜੀ ਡਿਵੈਲਪਮੈਂਟ ਹੈਗੀ ਆ ਉਹ ਸਰੀ ਦੇ ਵਿੱਚ ਇੱਕ ਆਪਣੀ ਸਾਡੀ ਲੋਕਲ ਇਕੋਨਮੀ ਦੀ, ਸਾਡੀ ਸਿਟੀ ਦੀ ਇਕੋਨਮੀ ਦੀ ਇੱਕ ਬੈਕਬੋਨ ਆ ਜਿਹੜੀ ਡਿਵੈਲਪਮੈਂਟ ਕੰਸਟਰਕਸ਼ਨ ਦੇ ਵਿੱਚ ਬਹੁਤ ਵੱਡੀ ਅਮਾਊਂਟ ਦੇ ਵਿੱਚ ਜਿਹੜੀਆਂ ਫੈਮਲੀਜ਼ ਹੈਗੀਆਂ ਉਹਨਾਂ ਦਾ ਬ੍ਰੈਡ ਐਂਡ ਬਟਰ ਕੰਸਟਰਕਸ਼ਨ ਰਿਲੇਟਡ ਜਿਹੜੇ ਬਿਜ਼ਨੈਸਿਸ ਹੈਗੇ ਆ ਉਹਨਾਂ ਦੇ ਨਾਲ ਚੱਲਦਾ। ਸੋ ਬਹੁਤ ਇੰਪੋਰਟੈਂਟ ਸੀ ਜਦੋਂ ਅਸੀਂ ਇਲੈਕਟ ਹੋਏ ਆ ਕਿ ਜਿਹੜੀ ਇੰਡਸਟਰੀ ਆ ਇਹਨੂੰ ਕਿਸ ਤਰ੍ਹਾਂ ਅਸੀਂ ਐਜ਼ ਅ ਮੇਅਰ ਐਂਡ ਕਾਉਂਸਲ ਸਪੋਰਟ ਕਰ ਸਕੀਏ, ਅਸੀਂ ਜਿਹੜੀਆਂ ਜੌਬਸ ਆ ਕਿਵੇਂ ਹੋਰ ਕ੍ਰੀਏਟ ਕਰ ਸਕੀਏ ਇਸ ਫੀਲਡ ਦੇ ਵਿੱਚ, ਅਸੀਂ ਜਿਹੜੇ ਪ੍ਰੋਬਲਮਸ ਆਉਂਦੀਆਂ ਆ ਜਿਹੜੇ ਆਪਣੇ ਲੋਕਲ ਡਿਵੈਲਪਰਸ ਨੂੰ, ਬਿਲਡਰਸ ਨੂੰ ਆਪਣੇ ਬਿਜ਼ਨਸ ਆਪਰੇਟ ਕਰਨ ਵਾਸਤੇ, ਚਾਹੇ ਉਹ ਨਵੇਂ ਪਰਮਿਟਸ ਹੋਣ, ਚਾਹੇ ਉਹ ਪੁਰਾਣੀਆਂ ਪਾਲਿਸੀਜ਼ ਹੋਣ, ਜਿਹੜੀਆਂ ਪੁਰਾਣੀਆਂ ਐਗਜ਼ਿਸਟ ਕਰਦੀਆਂ ਪਾਲਿਸੀਜ਼ ਆ ਉਹਨਾਂ ਨੂੰ ਇੰਪਰੂਵ ਕਰਨ ਵਾਸਤੇ ਕਿ ਇਹ ਜਿਹੜੀ ਕਮੇਟੀ ਆ ਇਹ ਫਾਰਮ ਕੀਤੀ ਗਈ ਸੀ। ਸੋ ਪਿਛਲੇ ਆਲਮੋਸਟ 2 ਸਾਲ ਤੋਂ ਇਹ ਕਮੇਟੀ ਜਿਹੜੀ ਆ ਮੈਂ ਚੇਅਰ ਕਰ ਰਿਹਾ। ਇਹ ਬਿਲਕੁਲ ਨਵੀਂ ਕਮੇਟੀ ਆ ਜਿਹਦੇ ਵਿੱਚ ਜਿਹੜੇ ਸਾਡੇ ਲੋਕਲ ਇੱਥੇ ਦੇ ਡਿਵੈਲਪਰਸ ਆ ਪੁਰਾਣੇ ਉਹ ਵੀ ਇਸ ਕਮੇਟੀ ਦੇ ਮੈਂਬਰਸ ਹੈਗੇ ਨੇ, ਪਲੱਸ ਮੇਰੇ ਨਾਲ ਕਾਉਂਸਲਰ ਗੁਏਰਾ ਤੇ ਕਾਉਂਸਲਰ ਪੈਟਨ ਉਹ ਵੀ ਇਸ ਕਮੇਟੀ ਦੇ ਮੈਂਬਰਸ ਹੈਗੇ ਨੇ। ਸੋ 3 ਮੈਂਬਰ ਜਿਹੜੇ ਇੰਡੀਪੈਂਡੈਂਟ ਜਿਹੜੇ ਡਿਵੈਲਪਰਸ ਹੈਗੇ ਆ ਪੁਰਾਣੇ ਲੌਂਗ ਟਾਈਮ ਤੋਂ ਸਰੀ ਦੇ ਵਿੱਚ ਡਿਵੈਲਪਮੈਂਟ ਦੇ ਰਿਲੇਟਡ ਬਿਜ਼ਨਸ ਦੇ ਵਿੱਚ ਇਨਵੋਲਵਡ ਆ, ਉਹ ਮੈਂਬਰਸ ਨੇ। ਉਸ ਤੋਂ ਬਿਨਾਂ ਸਿਟੀ ਦਾ ਸਟਾਫ ਜਿਹੜਾ ਆ ਉਹ ਇਸ ਕਮੇਟੀ ਦੇ ਵਿੱਚ ਆ। ਸੋ ਜਿਹੜੀ ਪਾਲਿਸੀਜ਼ ਜਿੱਦਾਂ ਫੋਰ ਐਗਜ਼ਾਮਪਲ ਕਿ ਅਸੀਂ ਜਿਹੜੀਆਂ ਇੱਕ 1996 ਦੀ ਜਿਹੜੀ ਪਾਰਕਿੰਗ ਨੂੰ ਲੈ ਕੇ ਜਿਹੜੀਆਂ ਹਾਈ ਰਾਈਜ਼ਸ ਬਣਦੀਆਂ ਜਾਂ ਮਲਟੀ ਯੂਨਿਟ ਦੀਆਂ ਡਿਵੈਲਪਮੈਂਟਸ ਹੈਗੀਆਂ ਉੱਥੇ ਜਿਹੜੀਆਂ ਪਾਰਕਿੰਗ ਹੈਗੀਆਂ ਆ ਉਹਨਾਂ ਨੂੰ ਅਸੀਂ ਰਿਵਾਈਜ਼ ਕੀਤਾ। ਉਹ ਬੈਕ ਇਨ 1996 ਦੀਆਂ ਜਿਹੜੀਆਂ ਪਾਲਿਸੀਜ਼ ਸੀਗੀਆਂ, ਜਿਹੜੀਆਂ ਹੁਣ ਅਸੀਂ ਲੇਟਲੀ ਇੱਕ ਮੰਡੇ ਸਾਡੀ ਇੱਕ ਕਮੇਟੀ ਮੀਟਿੰਗ ਸੀਗੀ, ਜਿਹੜੀਆਂ ਇਨਸਪੈਕਸ਼ਨਸ ਕਿੱਦਾਂ ਹੁੰਦੀਆਂ, ਉਹਨਾਂ ਦੇ ਪ੍ਰੋਸੀਜਰਸ ਕੀ ਆ, ਉਹਨਾਂ ਦੇ ਵਿੱਚ ਪ੍ਰੋਬਲਮਸ ਕੀ ਆ, ਜਿਹੜਾ ਕਮਿਊਨੀਕੇਸ਼ਨ ਗੈਪ ਬਿਲਡਰਸ ਆ ਜਿਹੜੀ ਆਪਾਂ ਇੱਕ ਆਲਵੇਜ਼ ਕੰਪਲੇਂਟ ਉਹਨਾਂ ਨੂੰ ਕਿਵੇਂ ਇੰਪਰੂਵ ਕਰਦਾ। ਸੋ ਇੱਦਾਂ ਦੀਆਂ ਅਲੱਗ-ਅਲੱਗ ਚੀਜ਼ਾਂ 'ਤੇ ਇਹ ਜਿਹੜੀ ਕਮੇਟੀ ਵਨਸ ਅ ਮੰਥ ਜਿਹੜੀ ਅਸੀਂ ਮਿਲਦੇ ਆ ਅਤੇ ਇੱਦਾਂ ਦੀਆਂ ਜਿਹੜੀਆਂ ਨਵੀਆਂ ਜਿਹੜੀਆਂ ਚੀਜ਼ਾਂ ਆ ਇੰਪਰੂਵ ਕਰਨ ਦੀਆਂ ਜਿਹੜੀ ਫੀਲਡ ਦੇ ਵਿੱਚ ਉਹ ਅਸੀਂ ਚੇਂਜਸ ਜਿਹੜੀਆਂ ਲੈ ਕੇ ਕਾਉਂਸਲ ਨੂੰ ਪ੍ਰੈਜ਼ੈਂਟ ਕਰਦੇ ਹਾਂ। ਸੋ ਸਾਡੀ ਗੱਲ ਚੱਲ ਰਹੀ ਹੈ ਸਿਟੀ ਆਫ ਸਰੀ ਕਾਉਂਸਲਰ ਮਨਦੀਪ ਨਾਗਰਾ ਨਾਲ। ਸਾਡੀਆਂ ਫੋਨ ਲਾਈਨਸ ਓਪਨ ਹੈ, ਤੁਸੀਂ ਫੋਨ ਕਾਲ ਕਰਕੇ ਉਹਨਾਂ ਨੂੰ ਡਾਇਰੈਕਟ ਕੁਐਸਚਨ ਪੁੱਛ ਸਕਦੇ ਹੋ। ਇੱਕੋ ਹੀ ਬੇਨਤੀ ਹੈ, ਬੀ ਰਿਸਪੈਕਟਫੁਲ। ਅਤੇ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਸ਼ੋਅ ਦੇ ਵਿੱਚ ਮੈਂ ਕਿਸੇ ਗਲਤ ਤਰ੍ਹਾਂ ਦੀ ਕਾਲ ਕਰਨੀ ਜਾਂ ਕਿਸੇ ਨੂੰ ਅਕਿਊਜ਼ ਕਰਨਾ, ਆਪਣਾ ਕੰਮ ਹੈ ਇਨਫੋਰਮੇਸ਼ਨ ਦੇਣਾ, ਇਹਨਾਂ ਦਾ ਕੰਮ ਹੈ ਪੋਲੀਟੀਸ਼ੀਅਨਸ ਦਾ ਤੁਹਾਨੂੰ ਗੱਲ ਦਾ ਜਵਾਬ ਦੇਣਾ। ਸੋ ਸਾਡੀਆਂ ਫੋਨ ਲਾਈਨਸ ਓਪਨ ਹੈ, ਤੁਸੀਂ ਇਹਨਾਂ ਨੂੰ ਫੋਨ ਕਰਕੇ ਡਾਇਰੈਕਟ ਪੁੱਛ ਸਕਦੇ ਹੋ। ਸੋ ਮਿਸਟਰ ਨਾਗਰਾ, ਦੈਟਸ ਅ ਗੁੱਡ initiative I think, right, and ਜਿਹੜੀ development ਹੈ is a big part of our community, South Asian community ਦਾ ਵੀ big part ਹੈ and Surrey in general, definitely। so ਜਦੋਂ ਤੁਸੀਂ ਪਿਛਲੀ ਵਾਰੀ ਤੁਹਾਡਾ ਜਿਹੜਾ ਮੈਂਡੇਟ ਸੀਗਾ ਤੁਹਾਡੀ ਪਾਰਟੀ ਦਾ ਜਿਹੜੇ ਕਿ ਹੁਣ ਮੇਅਰ ਤੇ ਤੁਸੀਂ ਜਿਹੜੇ ਕਾਉਂਸਲਰ ਹੈਗੇ ਆ, ਇਹ ਸੀਗਾ ਸਮਾਰਟ ਡਿਵੈਲਪਮੈਂਟ। ਡੈਫੀਨਿਟਲੀ। ਸੋ ਸਮਾਰਟ ਡਿਵੈਲਪਮੈਂਟ ਬਾਰੇ ਜਿਹੜੇ ਆਪਣੇ ਸੁਣਨ ਵਾਲੇ ਆ ਥੋੜ੍ਹਾ ਜਿਹਾ ਉਸ ਚਾਨਣ ਪਾਓ। ਤੁਸੀਂ ਪਾਰਕਿੰਗ ਦੀ ਗੱਲ ਕੀਤੀ, ਕਿਉਂਕਿ ਹਾਈ ਰਾਈਜ਼ ਬਿਲਡਿੰਗ ਬਣਨੀ ਹੈ, ਜੇ ਉਹਦੇ ਆਲੇ ਦੁਆਲੇ ਪ੍ਰੋਪਰ ਇਨਫਰਾਸਟਰਕਚਰ ਨਹੀਂ, ਨਵਾਂ ਕੋਈ ਸਬ ਡਿਵੀਜ਼ਨ ਬਣਨਾ ਹੈ ਜੇ ਉੱਥੇ ਪ੍ਰੋਪਰ ਸੜਕਾਂ ਨਹੀਂ, ਸਕੂਲ ਨਹੀਂ, ਪਾਰਕਿੰਗ ਨਹੀਂ, ਸੋ ਥੋੜ੍ਹਾ ਜਿਹਾ ਚਾਨਣਾ ਪਾਓ ਵੀ ਸਮਾਰਟ ਡਿਵੈਲਪਮੈਂਟ ਦਾ ਕੀ ਮਤਲਬ ਹੈ। ਡੈਫੀਨਿਟਲੀ ਸਮਾਰਟ ਡਿਵੈਲਪਮੈਂਟ ਤੇ ਇੱਕ ਤੇ ਪਹਿਲੇ ਕਿ ਜਿਹੜੀ ਆਪਾਂ ਵਾਕੇਬਿਲਿਟੀ ਜਿਹੜੀਆਂ ਆ ਉਹ ਜ਼ਿਆਦਾ ਵਧਾਈ ਹੈ ਸਿਟੀ ਦੇ ਵਿੱਚ, ਤਾਂ ਕਿ ਸਾਨੂੰ ਪਬਲਿਕ ਟਰਾਂਸਪੋਰਟੇਸ਼ਨ ਜਿਹੜੀ ਆਮ ਲੋਕ ਆ ਉਹ ਜ਼ਿਆਦਾ ਯੂਜ਼ ਕਰਨ। ਉਹ ਜ਼ਿਆਦਾ ਇਸ ਲਈ ਤਾਂ ਹੀ ਯੂਜ਼ ਕਰਨਗੇ ਜੇ ਆਪਾਂ ਪਬਲਿਕ ਟਰਾਂਸਪੋਰਟੇਸ਼ਨ ਜਿਹੜੀ ਆਪਾਂ ਵਧਾਵਾਂਗੇ, ਉਹਨਾਂ ਨੂੰ ਫੇਰ ਹੀ ਇਨਕਰੇਜਮੈਂਟ ਮਿਲੇਗੀ ਕਿ ਉਹ ਜਿਹੜੇ ਪਬਲਿਕ ਟਰਾਂਸਪੋਰਟੇਸ਼ਨ ਆ ਉਹਨੂੰ ਯੂਜ਼ ਕਰਨ। ਕਾਰਾਂ ਫੇਰ ਹੀ ਰੋਡ 'ਤੇ ਘਟਣਗੀਆਂ ਜਦੋਂ ਪਬਲਿਕ ਟਰਾਂਸਪੋਰਟੇਸ਼ਨ ਜ਼ਿਆਦਾ ਯੂਜ਼ ਹੋਏਗੀ। ਸੋ ਅਸੀਂ ਫੋਰ ਐਗਜ਼ਾਮਪਲ ਅਸੀਂ ਇਹ ਪਾਰਕਿੰਗ ਦਾ ਜਿਹੜਾ ਇੱਕ ਸਰਵੇ ਕਰਵਾਇਆ ਕਿ ਜਿਹੜੀਆਂ ਹਾਈ ਰਾਈਜ਼ਸ ਬਣ ਰਹੀਆਂ ਉਹਨਾਂ ਦੇ ਵਿੱਚ ਜਿੰਨੀਆਂ ਪਾਰਕਿੰਗ ਸਪੌਟਸ ਬਣ ਰਹੇ ਨੇ ਓਨਲੀ 45% ਯੂਜ਼ ਹੋ ਰਹੇ ਨੇ, ਬਾਕੀ ਜਿਹੜੇ 55% ਹੈ ਉਹ ਕਦੀ ਵੀ ਯੂਜ਼ ਨਹੀਂ ਹੋ ਰਹੇ, ਕਿਉਂਕਿ ਜਿਹੜੇ ਸਕਾਈ ਟ੍ਰੇਨ ਦੇ ਲਾਗੇ ਜਿਹੜੀਆਂ ਹਾਈ ਰਾਈਜ਼ਸ ਹੈਗੀਆਂ ਆ ਉਹ ਜ਼ਿਆਦਾ ਲੋਕ ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰਦੇ ਨੇ। ਸੋ ਉੱਥੇ ਫਿਰ ਅਸੀਂ ਇਹ ਜਿਹੜਾ ਉਹਨਾਂ ਨੂੰ ਚੇਂਜਸ ਜਿਹੜੀਆਂ ਲੈ ਕੇ ਆ ਰਹੇ ਹਾਂ ਕਿ ਇੰਨਾ ਜ਼ਿਆਦਾ
ਉਹ ਰੈਦਰ ਉਹ ਪਾਰਕਿੰਗ ਸਪੌਟਸ 'ਤੇ ਪੈਸਾ ਖਰਚਣ ਦੀ ਬਜਾਏ ਉਹ ਜਿਹੜੀਆਂ ਹੋਰ ਐਮੈਨਿਟੀਜ਼ ਹੈਗੀਆਂ ਬਿਲਡਿੰਗ ਦੇ ਵਿੱਚ, ਚਾਹੇ ਉਹ ਜਿਮ ਹੈਗਾ, ਹੋਰ ਰੈਕ੍ਰੀਏਸ਼ਨਲ ਫੈਸਿਲਿਟੀ ਹੈਗੀਆਂ, ਆਊਟਡੋਰ ਫੈਸਿਲਿਟੀਜ਼ ਹੈਗੀਆਂ, ਚਾਹੇ ਉਹ ਪੂਲ ਹੈਗਾ ਆ, ਉਹ ਇੱਦਾਂ ਦੀਆਂ ਫੈਸਿਲਿਟੀਜ਼ ਆਪਣੇ ਹਾਈ ਰਾਈਸਿਸ ਦੇ ਵਿੱਚ ਆਪਣੇ ਰੈਜ਼ੀਡੈਂਟਸ ਨੂੰ ਪ੍ਰੋਵਾਈਡ ਕਰਨ ਇੰਸਟੈਡ ਆਫ ਵੇਸਟਿੰਗ ਦੈਟ ਮਨੀ ਔਨ ਪਾਰਕਿੰਗ ਸਪੌਟਸ। ਸੋ ਇੱਦਾਂ ਦੀਆਂ ਚੀਜ਼ਾਂ। ਸੋ ਇੱਕ ਜਿਹੜਾ ਹੋਰ ਜਿਹੜੇ ਆਪਾਂ ਡਿਲੇਸ ਦੇ ਰਿਲੇਟਡ ਸੀਗਾ ਉਹਦੇ ਵਿੱਚ ਕਿ ਜਿਹੜੀਆਂ ਪਰਮਿਟਸ ਕਿੰਨੇ ਕੁ ਟਾਈਮ ਦੇ ਵਿੱਚ ਮਿਲਣੇ ਚਾਹੀਦੇ। ਸੋ ਇਹ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈ ਆਪਣੇ ਸੁਣਨ ਵਾਲੇ, ਹਾਂਜੀ, ਇਹ ਸਾਰਿਆਂ ਨਾਲ ਵੱਡਾ ਮੁੱਦਾ ਇਹ ਅੱਜ ਦਾ ਨਹੀਂ, ਇਹ ਸਾਲਾਂ ਤੋਂ ਚੱਲਿਆ ਆ ਰਿਹਾ ਕਿ ਜਿਹੜੇ ਹੈਗੇ ਆ। ਐਂਡ ਮਿਸਟਰ ਮੈਕਲਮ ਮੇਅਰ ਜਦੋਂ ਮੇਰੇ ਸ਼ੋਅ 'ਤੇ ਲਾਸਟ ਟਾਈਮ ਆਏ ਸੀਗੇ ਅਬਾਊਟ ਅ ਮੰਥ ਅਗੋ, ਉਹਨਾਂ ਨੇ ਵੀ ਕਿਹਾ ਸੀ ਕੋਈ ਨਵਾਂ ਸਿਸਟਮ, ਕੰਪਿਊਟਰਾਈਜ਼ ਸਿਸਟਮ ਤੁਸੀਂ ਇੰਪਲੀਮੈਂਟ ਕਰਨ ਲੱਗੇ ਆ ਤਾਂ ਕਿ ਉਹਨਾਂ ਨੇ ਕਿਹਾ ਸੀ ਵੀ ਕਾਫੀ ਜਿਹੜਾ ਵੇਟ ਟਾਈਮ ਅਸੀਂ ਘਟਾ ਦੇਣਾ। ਜੀ ਬਿਲਕੁਲ। ਹੁਣ ਜਿਹੜੇ ਸਾਡੇ ਇਲੈਕਟ੍ਰੀਕਲ ਪਰਮਿਟਸ ਆ ਅਬਾਊਟ 90% ਜਿਹੜੇ ਆਨਲਾਈਨ ਅਪਲਾਈ ਹੁੰਦੇ ਨੇ ਤੇ ਆਨਲਾਈਨ ਹੀ ਇਸ਼ੂ ਹੁੰਦੇ ਨੇ, ਅਬਾਊਟ 90%। 2018 ਦੇ ਵਿੱਚ ਜਿਹੜੇ ਸਾਡੇ ਪਲੰਬਿੰਗ ਪਰਮਿਟ ਸੀਗੇ ਉਹ ਸਿਰਫ ਅਬਾਊਟ 10% ਆਨਲਾਈਨ ਅਪਲਾਈ ਹੁੰਦੇ ਸੀ, ਬਾਕੀ 90% ਸਿਟੀ ਹਾਲ ਦੇ ਵਿੱਚ ਅਪਲਾਈ ਹੁੰਦੇ ਸੀਗੇ। ਹੁਣ ਅੱਜ ਦੀ ਡੇਟ ਦੇ ਵਿੱਚ ਕਲੋਜ਼ ਟੂ 60% ਪਰਮਿਟਸ ਜਿਹੜੇ ਪਲੰਬਿੰਗ ਦੇ ਆ ਉਹ ਆਨਲਾਈਨ ਅਪਲਾਈ ਹੋ ਰਹੇ ਨੇ, ਕਿਉਂਕਿ ਨਵਾਂ ਸਿਸਟਮ ਹੈ, ਨਵੀਂ ਟੈਕਨੋਲੋਜੀ ਆ, ਉਹਨੂੰ ਫੁੱਲੀ ਜਿਹੜੇ ਆਪਣੇ ਕੰਟਰੈਕਟਰਸ ਹੈਗੇ ਆ ਜਾਂ ਬਿਲਡਰਸ ਆ ਉਹਨਾਂ ਨੂੰ ਸਮਝਾਉਣ ਵਾਸਤੇ ਤੇ ਉਹਨਾਂ ਨੂੰ ਉਹਦੀ ਆਦਤ ਪਾਉਣ ਵਾਸਤੇ ਥੋੜ੍ਹਾ ਜਿਹਾ ਟਾਈਮ ਲੱਗਿਆ ਕਿ ਇਹ ਬਹੁਤ ਨਵਾਂ ਸਿਸਟਮ ਹੈ। ਮੈਨੂੰ ਲੱਗਦਾ ਅਗਲੇ 2 ਜਾਂ 3 ਜਾਂ 4 ਸਾਲ ਦੇ ਵਿੱਚ ਬਿਲਕੁਲ ਵੀ ਸਿਟੀ ਹਾਲ ਜਿਹੜਾ ਜਾਣ ਦੀ ਜ਼ਰੂਰਤ ਨਹੀਂ ਪਏਗੀ, ਚਾਹੇ ਤੁਸੀਂ ਬਿਲਡਿੰਗ ਪਰਮਿਟ ਅਪਲਾਈ ਕਰਨਾ, ਚਾਹੇ ਪਲੰਬਿੰਗ, ਚਾਹੇ ਇਲੈਕਟ੍ਰੀਕਲ ਜਾਂ ਹੋਰ ਵੀ ਕੋਈ ਬਿਜ਼ਨਸ ਲਾਇਸੈਂਸ ਜਾਂ ਟੈਨੈਂਟ ਇੰਪਰੂਵਮੈਂਟ ਵਾਸਤੇ ਕੋਈ ਵੀ ਐਪਲੀਕੇਸ਼ਨ ਦੇਣੀ ਹੈ, ਤੁਹਾਨੂੰ ਸਿਟੀ ਹਾਲ ਜਿਹੜਾ ਬਿਲਕੁਲ ਵੀ ਜਾਣਾ ਨਹੀਂ ਪਏਗਾ। ਜਿਹੜਾ ਪੋਰਟਲ ਹੈਗਾ ਉਹ ਆਲਮੋਸਟ ਰੈਡੀ ਹੈ, ਉਹ ਚੱਲ ਰਿਹਾ, ਪਰ ਉਹਦੇ ਵਿੱਚ ਬਹੁਤ ਇੰਪਰੂਵਮੈਂਟਸ ਕਰਨ ਦੀ ਜ਼ਰੂਰਤ ਹੈ, ਨਵਾਂ ਸਿਸਟਮ ਜਿੱਦਾਂ ਮੈਂ ਤੁਹਾਨੂੰ ਦੱਸਿਆ। ਸੋ ਮੈਨੂੰ ਲੱਗਦਾ ਕਿ ਅਗਲੇ 1 ਜਾਂ 2 ਸਾਲ ਦੇ ਵਿੱਚ ਉਹ ਫੁੱਲੀ ਫੰਕਸ਼ਨਲ ਹੋਏਗਾ ਤੇ ਉਹ ਬਹੁਤ ਈਜ਼ੀ ਟੂ ਆਪਰੇਟ ਹੋਏਗਾ, ਜਿਹੜੇ ਆਮ ਲੋਕ ਜਿਹੜਾ ਯੂਜ਼ ਕਰ ਸਕਣ। ਸੋ ਉਹਦੇ ਨਾਲ ਜਿਹੜੀਆਂ ਟਾਈਮਲਾਈਨਸ ਆ ਹੋਰ ਵੀ ਜ਼ਿਆਦਾ ਇੰਪਰੂਵ ਹੋਣਗੀਆਂ। ਸੋ ਇਹ ਸੋਹਣਾ ਉਪਰਾਲਾ ਆ। ਸੋ ਸਾਨੂੰ ਆਪਣੇ ਜਿਹੜੇ ਵਿਊਅਰਸ ਉਹਨਾਂ ਨੂੰ ਥੋੜ੍ਹਾ ਜਿਹਾ ਤੁਸੀਂ ਦੱਸੋਗੇ ਕਿ ਰਾਈਟ ਨਾਓ ਜਿਹੜਾ ਵੇਟ ਟਾਈਮ ਹੈ, ਕਿਉਂਕਿ ਲੋਟ ਆਫ ਫਰਸਟ੍ਰੇਸ਼ਨ ਬਿਲਡਿੰਗ ਪਰਪਰਟ ਤੇ ਇਹਦੇ ਬਿਲਡਿੰਗ ਈਦਰ ਕਮਰਸ਼ੀਅਲ ਔਰ ਰੈਜ਼ੀਡੈਂਸ਼ੀਅਲ ਤੇ ਉਸ ਦੇ ਨਾਲ ਮਨਦੀਪ ਜਿਹੜਾ ਜੁੜਦਾ ਇਸ਼ੂ ਹੈਗਾ ਸਪਲਾਈ ਚੇਨ 'ਚ ਘਾਟਾ ਕਰਕੇ ਤੇ ਜਿਹੜੀ ਅਫੋਰਡੇਬਿਲਟੀ ਹੈ, ਹਾਊਸਿੰਗ ਪ੍ਰਾਈਸ ਗੋਨ ਥਰੂ ਦਾ ਰੂਫ, ਯੂ ਨੋ ਦੈਟ। ਡੈਫੀਨਿਟਲੀ। ਦੇਖੋ, ਇੱਕ ਤੇ ਜਿਹੜੀ ਇੱਕ ਮੇਨ ਜੌਬ ਜਿਹਦੇ ਲਈ ਮੇਅਰ ਐਂਡ ਕਾਉਂਸਲ ਨੂੰ ਇਲੈਕਟ ਕੀਤਾ ਜਾਂਦਾ ਉਹ ਹੈਗੀ ਆ ਕਿ ਜਦੋਂ ਅਸੀਂ ਕਾਉਂਸਲ ਚੇਂਬਰਸ ਦੇ ਵਿੱਚ ਹੁੰਦੇ ਹਾਂ, ਅਸੀਂ ਉੱਥੇ ਕਿਹੜੀਆਂ ਚੀਜ਼ਾਂ ਅਪਰੂਵ ਕਰਦੇ ਨੇ, ਕਿਹੜੀਆਂ ਅਸੀਂ ਡਿਵੈਲਪਮੈਂਟਸ ਅਪਰੂਵ ਕਰਦੇ ਨੇ। ਤੁਸੀਂ ਬਹੁਤ ਜ਼ਿਆਦਾ ਮਿਊਨਿਸਪੈਲਿਟੀਜ਼ ਦੇਖਿਆ ਹੁੰਦਾ, ਬਹੁਤ ਚੰਗੇ ਪ੍ਰੋਜੈਕਟ ਹੈ, ਚਾਹੇ ਉਹ ਰੈਂਟਲ ਪ੍ਰੋਜੈਕਟਸ ਹੈਗੇ ਆ, ਹਾਈ ਰਾਈਜ਼ਸ ਦੇ ਹੈਗੇ, ਟਾਊਨ ਹਾਊਸਿਸ ਦੇ ਹੈਗੇ, ਬਹੁਤ ਚੰਗੇ ਪ੍ਰੋਜੈਕਟ ਹੈਗੇ, ਬਟ ਥੋੜ੍ਹੇ ਜਿਹੇ ਨੇਬਰਹੁੱਡ ਉੱਥੇ ਆ ਕੇ ਉਹ ਕੰਪਲੇਂਟ ਕਰਦੇ ਨੇ ਕਿ ਨਹੀਂ ਸਾਡੇ ਨੇਬਰਹੁੱਡ ਦੇ ਵਿੱਚ ਟ੍ਰੈਫਿਕ ਵੱਧ ਜਾਏਗੀ ਜਾਂ ਇੱਦਾਂ ਹੋ ਜਾਏਗਾ, ਜਾਂ ਉਹਦੀ ਡੈਂਸਿਟੀ ਜ਼ਿਆਦਾ ਹੋਣ ਕਰਕੇ ਉਹ ਜਿਹੜੇ ਪ੍ਰੋਜੈਕਟ ਹੈ ਟਰਨ ਡਾਊਨ ਜਿਹੜੀਆਂ ਆਪਣੀਆਂ ਮਿਊਨਿਸਪੈਲਿਟੀਜ਼ ਕਰ ਦਿੱਤੀਆਂ। ਪਰ ਸਿਟੀ ਆਫ ਸਰੀ ਦੇ ਸਾਡੀ ਜਿਹੜੀ ਸੇਫ ਸਰੀ ਕੋਐਲੀਸ਼ਨ ਦੀ ਟੀਮ ਆ, ਅਸੀਂ ਰੈਕਡ ਨੰਬਰ ਆਫ ਰੈਕਡ ਅਮਾਊਂਟ ਜਿਹੜੀ ਆ ਇਨ ਡਾਲਰ ਵਾਈਜ਼ ਅਸੀਂ 2019 ਦੇ ਵਿੱਚ 2020 ਦੇ ਵਿੱਚ ਜਿਹੜੀ ਅਸੀਂ ਅਪਰੂਵ ਕੀਤੀ ਆ, ਉਹਦੇ ਵਿੱਚ ਜੇ ਮੇਰੇ ਕੋਲ ਕਰੈਕਟ ਫਿਗਰ ਤੇ ਨਹੀਂ ਹੈ, ਅਬਾਊਟ $2.5 ਬਿਲੀਅਨ ਅਸੀਂ ਪਿਛਲੇ 10 ਸਾਲ ਦੇ ਰੈਕਡਸ ਉਹ ਤੋੜੇ। ਉਹਦਾ ਇੱਕੋ ਇੱਕ ਰੀਜ਼ਨ ਸੀ ਕਿ ਜਿਹੜੀ ਸਪਲਾਈ ਆ, ਜਿਹੜੀ ਨਵੀਂ ਡਿਵੈਲਪਮੈਂਟ ਜਿਹੜੀ ਅਸੀਂ ਮਾਰਕੀਟ ਦੇ ਵਿੱਚ ਦੇਣੀ ਆ, ਜਿਹੜੀ ਸਪਲਾਈ ਆ ਉਹ ਇਨਫ ਹੋ ਸਕੇ। ਸੋ ਕਿਉਂਕਿ ਉਹਦੇ ਨਾਲ ਹੀ ਫਿਰ ਅਫੋਰਡੇਬਿਲਟੀ ਜਿਹੜਾ ਇਸ਼ੂ ਹੈਗਾ ਆ, ਹੁਣ ਡਿਮਾਂਡ ਜ਼ਿਆਦਾ ਆ, ਸਪਲਾਈ ਇਨਫ ਨਹੀਂ ਐਂਡ ਪ੍ਰਾਈਸਿਸ ਡੈਫੀਨਿਟਲੀ। ਹਾਂਜੀ, ਸੋ ਉਹਦੇ ਨਾਲ ਪ੍ਰਾਈਸਿਸ, ਬਟ ਐਟ ਦ ਸੇਮ ਟਾਈਮ ਮਿਸਟਰ ਸਿੱਧੂ ਆਪਾਂ ਨੂੰ ਦੇਖਣਾ ਪੈਣਾ ਕਿ ਜਿਓਗ੍ਰਾਫਿਕਲੀ ਜਿਹੜੀ ਆਪਾਂ ਰੀਜਨ ਦੇ ਵਿੱਚ ਅੱਜ ਰਹਿ ਰਹੇ ਹਾਂ, ਤੇ ਜੇ ਤੁਸੀਂ ਆਪਾਂ ਬਾਕੀ ਦੇ ਵਰਲਡ ਨੂੰ ਦੇਖੀਏ ਜਿੱਥੇ ਕਿ ਪੋਲੀਟੀਕਲ ਅਨਰੈਸਟ ਤੁਸੀਂ ਮੈਂਸ਼ਨ ਕੀਤਾ ਸ਼ੋਅ ਦੇ ਸਟਾਰਟਿੰਗ ਦੇ ਵਿੱਚ ਕਿ ਯੂਕਰੇਨ ਜਾਂ ਰਸ਼ੀਆ ਦੇ ਵਿੱਚ ਕੀ ਹੋ ਰਿਹਾ, ਹੋਰ ਬਹੁਤ ਪਾਰਟਸ ਹੈਗੇ ਵਰਲਡ ਦੇ ਜਿੱਥੇ ਬਹੁਤ ਹਜੇ ਪੋਲੀਟੀਕਲ ਅਨਰੈਸਟ ਹੈਗੀ ਆ, ਜਿੱਥੇ ਚਾਹੇ ਉਹ ਪੋਲੀਟੀਕਲੀ ਆ, ਚਾਹੇ ਉਹ ਵੈਸੇ ਇਨਵਾਇਰਮੈਂਟਲੀ ਆ। ਪਰ ਆਪਣੇ ਤੁਸੀਂ ਮਨਦੀਪ ਤੁਹਾਡੀ ਗੱਲ ਤੋਂ ਵਿੱਚ ਉਹ ਗੱਲ ਮੈਨੂੰ ਯਾਦ ਆਈ, ਜਿਹੜਾ ਫਰੀडम ਕਨਵੋਏ ਸੀਗਾ ਤੇ ਆਟਵਾ ਉਹਨਾਂ ਨੇ, ਤੇ ਉਸ 'ਚ ਵੈਸਟਡ ਇੰਟਰਸਟ ਜਿਹੜੇ ਜ਼ਿਆਦਾ ਵੱਧ ਗਏ। ਉਹਨਾਂ ਦਾ ਰੀਜ਼ਨ ਐਂਟੀ ਵੈਕਸੀਨ ਅਲੋਨ ਨਹੀਂ ਸੀਗਾ, ਪਰ ਉਹਦੇ ਵਿੱਚ ਜਿਹੜਾ ਆਪਣੇ ਰੇਸਿਸਟ ਤੇ ਦੂਸਰੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉੱਭਰ ਕੇ ਆਈਆਂ, ਉਹਦੇ ਬਾਰੇ ਵੀ ਥੋੜੇ ਕਮੈਂਟਸ ਜੀ। ਹਾਂਜੀ, ਆਪਾਂ ਡੈਫੀਨਿਟਲੀ ਉਹਦੇ ਤੇ ਬਾਅਦ ਵਿੱਚ ਜਾਣੇ, ਵਿਚ ਇਜ਼ ਸੈਡ ਅਨਫੋਰਚੂਨੇਟ ਹੋਇਆ ਜੋ ਵੀ, ਤੇ ਪਰ ਉਹ ਗਲੋਬਲ ਇੰਟਰਸਟ ਜਿਹੜਾ ਇੱਥੇ ਆਪਣੇ ਲੋਅਰ ਮੇਨਲੈਂਡ ਦੇ ਵਿੱਚ ਹੈਗਾ ਉਹ ਬਹੁਤ ਜ਼ਿਆਦਾ,
ਉਹਦੇ ਲਈ ਜਿਹੜਾ ਸਪਲਾਈ ਆ ਉਹ ਡੈਫੀਨਿਟਲੀ ਚੈਲੰਜਸ ਆਉਣਗੇ। ਅੱਜ ਸਾਡੀ ਕਾਉਂਸਲ ਨੂੰ ਇਸ ਵਾਰ ਆਏ ਆ, ਅਗਲੀ ਵਾਰ ਵੀ ਆਉਣਗੇ। ਨਾਟ ਸਿਟੀ ਆਫ ਸਰੀ ਦੀ ਕਾਉਂਸਲ ਨੂੰ, ਵੈਨਕੂਵਰ ਜਾਂ ਹੋਰ ਜਿੰਨੀਆਂ ਮਿਊਨਿਸਪੈਲਿਟੀਜ਼ ਹੈਗੀਆਂ ਆਪਣੇ ਅਰਾਊਂਡ, ਉਹ ਆਉਣਗੇ, ਕਿਉਂਕਿ ਜਿਹੜਾ ਗਲੋਬਲ ਇੰਪੈਕਟ ਹੈਗਾ ਆ ਆਪਣੀ ਇਸ ਰੀਜਨ ਦੇ ਵਿੱਚ, ਡੈਫੀਨਿਟਲੀ ਉਹਦੇ ਨਾਲ ਜਿਹੜੀ ਸਪਲਾਈ ਆ ਉਹਦੀ ਸ਼ੋਰਟੇਜ ਹਜੇ ਕਾਫੀ ਸਾਲਾਂ ਤੱਕ ਇੱਦਾਂ ਹੀ ਮੈਨੂੰ ਲੱਗਦਾ ਕਿ ਬਣੀ ਰਹੂਗੀ। ਸਾਡੀ ਗੱਲ ਚੱਲ ਰਹੀ ਹੈ ਕਾਉਂਸਲਰ ਮਨਦੀਪ ਨਾਗਰਾ ਨਾਲ। ਸਾਡੀਆਂ ਫੋਨ ਲਾਈਨਸ ਓਪਨ ਹੈ, ਤੁਸੀਂ ਇਹਨਾਂ ਨੂੰ ਸਿੱਧਾ ਸਾਡੇ ਲਾਈਨ ਤੇ ਕਾਲ ਕਰਕੇ, ਸਾਡੇ ਨੰਬਰਸ ਸਕਰੀਨ ਤੇ ਚੱਲ ਰਹੇ ਹੈ, ਤੁਸੀਂ ਕਾਲ ਕਰਕੇ ਇਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ। ਸੋ ਇਹ ਜਿਹੜੇ ਮੁੱਦੇ ਹੈਗੇ ਆਪਾਂ ਥੋੜ੍ਹਾ ਜਿਹਾ ਪਰਤ ਕੇ ਆਈਏ ਲੋਕਲ ਮੁੱਦਿਆਂ ਤੇ। ਜੀ। ਸਭ ਤੋਂ ਪਹਿਲਾਂ ਤਾਂ ਥੋੜੀ ਜਿਹੀ ਅਪਡੇਟ ਦਿਓ। ਤੁਹਾਨੂੰ ਪਤਾ there was a big controversy RCMP versus local police ਐਂਡ ਮੇਰੇ ਖਿਆਲ ਹੁਣ ਜਿਹੜੀ ਕਰੰਟ ਕੀ ਸਿਚੁਏਸ਼ਨ? ਜੀ ਬਿਲਕੁਲ, ਹੁਣ ਅੱਗੇ ਆਪਾਂ ਤੁਹਾਡੇ ਸ਼ੋਅ ਦੇ ਵਿੱਚ ਜਿੰਨੀ ਵਾਰੀ ਪੁਲਿਸ ਦੇ ਰਿਲੇਟਡ ਆਪਾਂ ਗੱਲ ਕੀਤੀ ਆ, ਉਹ ਕੀਤੀ ਕਿ ਪੁਲਿਸ ਟ੍ਰਾਂਜੀਸ਼ਨਿੰਗ ਦੀ। ਸੋ ਉਹ ਜਿਹੜੀ ਟ੍ਰਾਂਜੀਸ਼ਨਿੰਗ ਵਾਲਾ ਫੇਜ਼ ਸੀ ਉਹ ਫੇਜ਼ ਹੁਣ ਓਵਰ ਹੋ ਗਿਆ। ਹੁਣ ਅਸੀਂ ਪੁਲਿਸ ਡਿਵੈਲਪਮੈਂਟ ਫੇਜ਼ ਦੇ ਵਿੱਚ ਹੈਗੇ ਆ। ਜਿਹੜੀ ਸਰੀ ਪੁਲਿਸ ਹੈਗੀ ਆ ਉਹ ਫੁੱਲੀ ਆਪਰੇਸ਼ਨਲ ਹੈਗੀ ਆ। ਸਾਡੇ ਇਸ ਟਾਈਮ 41 ਆਫਿਸਰਸ ਜਿਹੜੇ ਆ ਉਹ ਔਨ ਰੋਡ ਹੈਗੇ ਆ, ਪੈਟਰੋਲਿੰਗ ਕਰ ਰਹੇ ਨੇ ਰੈਗੂਲਰਲੀ। ਅਤੇ ਉਸ ਤੋਂ ਇਲਾਵਾ ਸਾਡੇ ਕੋਲ 200 ਆਫਿਸਰ ਕਿੰਨੇ ਪਰਸੈਂਟੇਜ ਮਤਲਬ RCMP ਦੇ ਕੋਆਰਡੀਨੇਸ਼ਨ ਚ ਕੰਮ ਕਰ ਰਹੇ ਆ? ਹਾਂਜੀ ਬਿਲਕੁਲ, RCMP ਆਫਿਸਰਸ ਦੇ ਨਾਲ ਕੰਮ ਕਰ ਰਹੇ ਨੇ। ਸਰੀ ਦੇ ਆਪਣੇ ਕਿੰਨੇ ਨੰਬਰ ਹੋਣਗੇ ਸਰੀ ਵਿਦ ਸਰੀ ਯੂਨੀਫਾਰਮ? ਵਿਦ ਸਰ ਇਸ ਟਾਈਮ 41 ਆਫਿਸਰਸ ਔਨ ਰੋਡ ਆ ਇਸ ਟਾਈਮ। ਤੇ ਇਸ ਟਾਈਮ ਸਾਡੇ ਕੋਲ ਅਬਾਊਟ 200 ਆਫਿਸਰਸ ਜਿਹੜੇ ਆ ਰੈਡੀ ਟੂ ਗੋ ਨੇ। ਉਹਨਾਂ ਦੇ ਵਿੱਚ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਹੈਗੀਆਂ ਸੀਗੀਆਂ ਕਿ ਜਿਹੜੀ ਪੁਲਿਸ ਕਲੀਅਰੈਂਸ ਆ, ਚਾਹੇ ਉਹ ਐਗਜ਼ਿਸਟਿੰਗ ਵੀ ਆ, ਸਾਨੂੰ ਪ੍ਰੋਬਲਮ ਕਾਫੀ ਆ ਰਹੀਆਂ। ਜਿਹੜੇ ਪੁਰਾਣੇ ਆਫਿਸਰ ਬਹੁਤ ਐਕਸਪੀਰੀਅੰਸ ਲੈ ਕੇ ਹੋਰ ਮਿਊਨਿਸਪੈਲਿਟੀਜ਼ ਵੱਲੋਂ ਆ ਰਹੇ ਨੇ, ਉਹਨਾਂ ਦੀ ਵੀ ਜਿਹੜੀ ਸੇਫਟੀ ਆ, ਬੈਕਗਰਾਊਂਡ ਚੈੱਕ ਜਾਂ ਸੇਫਟੀ ਚੈੱਕ, ਉਹਨੂੰ ਵੀ ਬਹੁਤ ਲੰਮੀ ਡਿਲੇ, ਜਦੋਂ ਮੈਂ ਲੰਮੀ ਡਿਲੇ ਕਹਿੰਦਾ 2 ਜਾਂ 4 ਵੀਕ ਦੀ ਗੱਲ ਨਹੀਂ ਕਰਦਾ, ਉਹਨਾਂ ਨੂੰ ਮਹੀਨਿਆਂ ਦੀ ਡਿਲੇਸ ਦਾ ਹਜੇ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਹ ਜਿਹੜੀ ਉਹ ਅਪਰੂਵਲਸ ਆ ਸਟਿਲ, ਕਿਉਂਕਿ RCMP ਹਜੇ ਸਾਡੀ ਪੁਲਿਸਿੰਗ ਬੋਡੀ ਆ, ਉਹ RCMP ਤੋਂ ਅਪਰੂਵਲ ਲੈਣੇ ਪੈਂਦੇ ਹਜੇ ਜਦੋਂ ਨਵੇਂ ਆਫਿਸਰ ਪੈਟਰੋਲਿੰਗ ਸ਼ੁਰੂ ਕਰਦੇ ਨੇ। ਸੋ ਉਹ ਡਿਲੇਸ ਦਾ ਕਰਕੇ ਸਾਡੇ ਕੋਲ 200 ਆਫਿਸਰ ਇਸ ਟਾਈਮ ਰੈਡੀ ਟੂ ਗੋ ਆ ਪੈਟਰੋਲਿੰਗ ਵਾਸਤੇ, ਪਰ ਉਹ ਸੇਫਟੀ ਦੇ ਹਜੇ ਬੈਕਗਰਾਊਂਡ ਚੈੱਕਸ ਦੀ ਅਪਰੂਵਲ ਨਾ ਆਉਣ ਕਰਕੇ ਹਜੇ ਉਹ ਸਟਿਲ ਆਫਿਸਿਸ ਦੇ ਵਿੱਚ ਨੇ। ਪਰ ਉਹ ਜਿੱਦਾਂ ਉਹ ਕਲੀਅਰ ਹੁੰਦੇ ਜਾਣਗੇ, ਉਹ ਆਫਿਸਰਸ ਬਾਹਰ ਪੈਟਰੋਲਿੰਗ ਤੇ ਇਸ ਦੇ ਨਾਲ ਹੀ ਜਿਹੜੇ ਹੋਰ ਨਵੇਂ ਫਿਰ ਆਫਿਸਰ ਆ, ਉਹ ਹਾਇਰਿੰਗ ਉਹਨਾਂ ਦੀ ਚੱਲਦੀ ਰਹੂਗੀ। ਸੋ ਇਹ ਜਿਹੜੀ ਟ੍ਰਾਂਜੀਸ਼ਨ ਹੈ ਜੀ, ਵਾਟ ਇਜ਼ ਅ ਟਾਈਮ ਲਾਈਨ ਵਾਈਜ਼, ਕਦੋਂ ਜਦੋਂ ਹੈ ਵੀ ਟੋਟਲੀ RCMP ਵਿਲ ਬੀ ਆਊਟ ਐਂਡ ਇਟ ਵਿਲ ਬੀ ਫੁੱਲੀ ਸਰੀ ਪੁਲਿਸ? ਮੈਨੂੰ ਲੱਗਦਾ ਕਿ ਲੇਟ 2023 ਅਰਲੀ 2024 ਦੇ ਵਿੱਚ ਕੰਪਲੀਟਲੀ ਜਿਹੜਾ ਸਰੀ ਪੁਲਿਸ ਦਾ ਜਿਹੜਾ ਜਦੋਂ 50% ਤੋਂ ਉੱਪਰ ਜਦੋਂ ਸਾਡੇ ਸਰੀ ਪੁਲਿਸ ਦੇ ਆਫਿਸਰਸ ਹੋ ਗਏ, ਫੋਰ ਐਗਜ਼ਾਮਪਲ ਕਿ ਜੇ ਹੁਣ ਆਪਾਂ ਜਸਟ ਇੱਕ ਨੰਬਰ ਲੈਂਦੇ ਹਾਂ ਕਿ 800 ਪੁਲਿਸ ਆਫਿਸਰ ਹੈਗੇ RCMP ਦੇ, ਸੋ ਉਹਦੇ ਵਿੱਚ ਜਦੋਂ 401 ਆਫਿਸਰ ਸਰੀ ਪੁਲਿਸ ਦਾ ਹੋ ਗਿਆ, 50% ਤੋਂ ਜ਼ਿਆਦਾ ਹੋ ਗਏ, ਫਿਰ ਜਿਹੜੀ ਆਪਣੀ ਪੁਲਿਸਿੰਗ ਬੋਡੀ ਆ ਉਹ ਸਰੀ ਪੁਲਿਸ ਹੋ ਜਾਏਗੀ। ਫਿਰ RCMP ਜਿੱਦਾਂ ਸਰੀ ਪੁਲਿਸ ਹੁਣ RCMP ਨੂੰ ਅਸਿਸਟ ਕਰ ਰਹੀ ਆ ਟ੍ਰਾਂਜੀਸ਼ਨਿੰਗ ਦੇ ਵਿੱਚ, ਇਸੇ ਤਰ੍ਹਾਂ ਫਿਰ RCMP ਹੌਲੀ ਹੌਲੀ ਉਹਨਾਂ ਨੂੰ ਆਪਣਾ ਰੈਪ ਅਪ ਕਰਕੇ ਤੇ ਸਰੀ ਪੁਲਿਸ ਉਹਨੂੰ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਸਾਰਿਆਂ ਨੂੰ ਟੇਕ ਓਵਰ ਕਰੇਗੀ। ਸੋ ਇਹ ਜਿਹੜੀ ਟ੍ਰਾਂਜੀਸ਼ਨ ਹੈ ਜੀ, ਤੇ ਪਹਿਲਾਂ ਕਮਿਊਨਿਟੀ ਦੇ ਵਿੱਚ ਕਾਫੀ ਰੌਲਾ ਪਿਆ ਸੀ, ਮੇਅਰ ਸਾਹਿਬ ਤੇ ਵੀ ਜਿਹੜਾ ਕੇਸ ਵੀ ਬੜਿਆ ਜਾਂ ਵਟਐਵਰ ਅਨਫੋਰਚੂਨੇਟ ਸਿਚੁਏਸ਼ਨ ਕ੍ਰੀਏਟ ਹੋਈ ਹੈ ਜੀ, ਉਹ ਪੁਲਿਸ ਆਫੀਸਰ ਫਰਸਟ ਆਫ ਆਲ ਇਹਨਾਂ ਦਾ ਆਪਸ 'ਚ ਕੋਆਰਡੀਨੇਸ਼ਨ ਕਿਵੇਂ ਚੱਲ ਰਿਹਾ? ਨੰਬਰ 1। ਨੰਬਰ 2, ਜਿਹੜੀ ਕਮਿਊਨਿਟੀ ਹੈ ਜਿਹੜੇ ਹੁਣ ਪੁਲਿਸ ਸਰੀ ਦੀ ਵਰਦੀ 'ਚ ਜਾ ਰਹੀ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦੀ ਫੀਡਬੈਕ ਤੁਹਾਨੂੰ ਪਤਾ ਲੱਗਦੀ ਰਹਿਣੀ? ਜੀ ਬਿਲਕੁਲ, ਕਿਉਂਕਿ ਜਿਹੜੇ ਸਾਡੇ ਸਰੀ ਪੁਲਿਸ ਦੇ ਆਫਿਸਰ ਆ, ਉਹ ਇੱਕ ਆਮ ਜਿਹੜੇ RCMP ਦੇ ਆਫਿਸਰਸ ਹੈਗੇ ਆ ਉਹਨਾਂ ਦੇ ਨਾਲ ਕੰਮ ਕਰਦੇ ਆ। ਸੋ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਚਾਹੇ ਉਹ RCMP ਦੇ ਆਫਿਸਰਸ ਹੈਗੇ ਆ, ਚਾਹੇ ਉਹ ਸਰੀ ਪੁਲਿਸ ਦੇ, ਉਹ ਬਹੁਤ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਨੇ, ਬਹੁਤ ਪੈਸ਼ਨ ਨਾਲ ਕੰਮ ਕਰਦੇ ਨੇ। ਉਹ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਦੇ ਕਿ ਇਹ ਸਰੀ ਪੁਲਿਸ ਦਾ ਆਫਿਸਰ ਆ, ਇਹ ਡੈਲਟਾ ਪੁਲਿਸ ਦਾ, ਇਹ RCMP ਦਾ। ਉਹ ਬਹੁਤ ਕਲੈਕਟਿਵਲੀ ਇਕੱਠੇ ਹੋ ਕੇ ਉਹ ਕੰਮ ਕਰਦੇ ਨੇ ਪੈਸ਼ਨੇਟਲੀ। ਸੋ ਉਹ ਉਸ ਲੈਵਲ 'ਤੇ ਕੋਈ ਵੀ ਡਿਸਪਿਊਟ ਜਾਂ ਕੋਈ ਵੀ ਫ੍ਰਿਕਸ਼ਨ ਸੋ ਫਾਰ ਕਦੀ ਵੀ ਦੇਖਣ ਨੂੰ ਨਹੀਂ ਮਿਲਿਆ ਕਿ RCMP ਦੇ ਜਿਹੜੇ ਆਫਿਸਰਸ ਆ ਉਹ ਸਰੀ ਪੁਲਿਸ ਦੇ ਆਫਿਸਰਸ ਨੂੰ ਕੋਈ ਚੰਗੀ ਤਰ੍ਹਾਂ ਟਰੀਟ ਨਹੀਂ ਕਰ ਰਹੇ, ਜਾਂ ਬਿਲਕੁਲ ਵੀ ਇੱਦਾਂ ਦਾ ਕੋਈ ਕੇਸ ਨਹੀਂ ਆ। ਬਹੁਤ ਰਿਸਪੈਕਟਫੁਲੀ ਜਿਹੜੀਆਂ ਦੋਨੀ ਡਿਪਾਰਟਮੈਂਟਸ ਹੈਗੇ ਆ, ਇਹ ਕੋਆਰਡੀਨੇਟ ਕਰਕੇ ਹੀ ਇਹ ਜਿਹੜੀ ਟ੍ਰਾਂਜੀਸ਼ਨਿੰਗ ਆ ਇਹਨੂੰ ਅੱਗੇ, ਜਿਹੜੀ ਡਿਵੈਲਪਮੈਂਟ ਫੇਜ਼ ਆ ਇਹਨੂੰ ਅੱਗੇ ਲੈ ਕੇ ਜਾ ਰਹੇ ਨੇ। ਸੋ ਇਹ ਸਮੂਥਲੀ ਜਿਹੜੀ ਟ੍ਰਾਂਜੀਸ਼ਨ ਬਹੁਤ ਸਮੂਥਲੀ ਚੱਲ ਰਿਹਾ, ਬਹੁਤ ਰਿਸਪੈਕਟਫੁਲੀ ਈਚ ਡਿਪਾਰਟਮੈਂਟ ਇੱਕ ਦੂਸਰੇ ਦੇ ਆਫਿਸਰਸ ਦੇ ਨਾਲ ਉਹਨਾਂ ਦੇ
ਬੌਸਸ ਦੇ ਨਾਲ ਬਹੁਤ ਰਿਸਪੈਕਟਫੁਲੀ ਕੰਮ ਕਰਕੇ ਉਹਨੂੰ ਅੱਗੇ ਲੈ ਕੇ ਐਂਡ ਜਾ ਰਹੇ ਬੇਸਿਕਲੀ ਮਨਦੀਪ ਜੇ ਆਪਾਂ ਦੇਖਿਆ ਜਾਈਏ ਦੇ ਕੇਮ ਫਰੋਮ ਈਦਰ ਸਮ ਕੇਮ ਫਰੋਮ ਆਰਸੀਐਮਪੀ ਜੀ ਡੈਫੀਨਿਟਲੀ ਵਰਦੀ ਚੇਂਜ ਹੋਈ ਹੈ ਜੌਬ ਤਾਂ ਸੇਮ ਹੀ ਹੈ ਬਿਲਕੁਲ ਹਾਂਜੀ ਡੈਫੀਨਿਟਲੀ ਐਂਡ ਆਫ ਦਾ ਡੇ ਜਿਹੜਾ ਉਹਨਾਂ ਦਾ ਇੱਕ ਮੋਟੋ ਹੈਗਾ ਆ ਜਿਹੜੀ ਸੇਫਟੀ ਪ੍ਰੋਵਾਈਡ ਕਰਨੀ ਆਪਣੇ ਰੈਜ਼ੀਡੈਂਟ ਨੂੰ ਉਹ ਸਟਿਲ ਸੇਮ ਹੈ ਚਾਹੇ ਉਹ ਉਹਨਾਂ ਦਾ ਯੂਨੀਫਾਰਮ ਦਾ ਲੋਗੋ ਆਰਸੀਐਮਪੀ ਜਾਂ ਸਰੀ ਪੁਲਿਸ ਹੈ ਗਵਰਨਿੰਗ ਬਾਡੀ ਜ਼ਰੂਰ ਚੇਂਜ ਹੋ ਗਈ ਆ ਜਿਹੜਾ ਗਵਰਨੈਂਸ ਮਾਡਲ ਆ ਉਹ ਜ਼ਰੂਰ ਚੇਂਜ ਹੋ ਗਿਆ ਸਾਡਾ ਪਹਿਲੇ ਦਿਨ ਤੋਂ ਇਹੀ ਸੀਗਾ ਕਿ ਸਾਨੂੰ ਆਫੀਸਰਸ ਦੇ ਨਾਲ ਨਹੀਂ ਸਾਨੂੰ ਜਿਹੜਾ ਗਵਰਨੈਂਸ ਮਾਡਲ ਆ ਸਾਨੂੰ ਉਹਦੇ ਨਾਲ ਪ੍ਰੋਬਲਮ ਹੈਗੀ ਆ ਸਰੀ ਦੇ ਵਿੱਚ ਸਰੀ ਬੈਠ ਕੇ ਡਿਸੀਜਨ ਬਣਨੇ ਚਾਹੀਦੇ ਆ ਪ੍ਰਾਇੋਰਟੀਜ਼ ਜਿਹੜੀਆਂ ਸਰੀ ਦੇ ਵਿੱਚ ਸੈੱਟ ਹੋਣੀਆਂ ਚਾਹੀਦੀਆਂ ਆਟੋਵਾ ਦੇ ਵਿੱਚ ਨਹੀਂ ਸੈੱਟ ਹੋਣੀਆਂ ਚਾਹੀਦੀਆਂ ਸਾਡੀ ਵੱਡੀ ਇੱਕ ਸਿਟੀ ਬਣ ਚੁੱਕੀ ਆ ਅਸੀਂ ਨੋ ਲੋਂਗਰ ਇੱਕ ਛੋਟੀ ਜੀ ਇੱਕ ਕਮਿਊਨਿਟੀ ਹੈਗੀ ਆ ਫਾਰਮਿੰਗ ਕਮਿਊਨਿਟੀ ਹੈਗੀ ਆ ਵੈਨਕੂਵਰ ਦੇ ਇੱਕ ਸਾਈਟ ਤੇ ਅਸੀਂ ਹੁਣ ਇੱਕ ਮੈਟਰੋਪੋਲੀਟਨ ਸਿਟੀ ਬਣ ਜਾ ਰਹੇ ਹਾਂ ਇੱਕ ਆਪਣੀ ਇੰਡੀਪੈਂਡੈਂਟ ਸਿਟੀ ਬਣ ਜਾ ਰਹੇ ਹਾਂ ਅਸੀਂ ਕੈਨੇਡਾ ਦੀ ਆਲਮੋਸਟ ਅਸੀਂ ਉੱਥੇ ਬਣ ਗਏ ਅਸੀਂ ਕੁਝ ਕੁ ਸਾਲਾਂ ਦੇ ਵਿੱਚ ਵੈਨਕੂਵਰ ਨੂੰ ਕ੍ਰਾਸ ਕਰ ਜਾਵਾਂਗੇ ਪਾਪੂਲੇਸ਼ਨ ਦੇ ਵਾਈਜ਼ ਲੈਂਡ ਵਾਈਜ਼ ਅਸੀਂ ਆਲਰੇਡੀ 3-4 ਟਾਈਮਸ ਬਿਗਰ ਹੈਗੇ ਵੈਨਕੂਵਰ ਤੋਂ ਸੋ ਇਹ ਜ਼ਰੂਰੀ ਸੀਗਾ ਕਿ ਜਿਹੜੀਆਂ ਆਪਣੀ ਪੁਲਿਸ ਉਸ ਤੋਂ ਬਾਅਦ ਹੁਣ ਤੁਸੀਂ ਹੋਰ ਦੇਖਿਆ ਹੋਊਗਾ ਕਿ ਨੈਕਸਟ ਪ੍ਰੋਵਿੰਸ਼ੀਅਲ ਗਵਰਨਮੈਂਟ ਬਹੁਤ ਚੰਗਾ ਕੰਮ ਕਰ ਰਹੀ ਹੈ ਹਸਪੀਟਲ ਇੱਕ ਮੈਂ ਤੇ ਆਲਵੇਸ ਕਹਿੰਦਾ ਹੁੰਦਾ ਕਿ ਹਜੇ ਇੱਕ ਹਸਪੀਟਲ ਬਣ ਰਿਹਾ ਇੱਕ ਹੋਰ ਹਜੇ ਥਰਡ ਹਸਪੀਟਲ ਦੇ ਵੀ ਆਪਾਂ ਨੂੰ ਕੰਮ ਸਟਾਰਟ ਕਰਨਾ ਚਾਹੀਦਾ ਆਪਣੀਆਂ ਯੂਨੀਵਰਸਿਟੀਜ਼ ਹੋਣੀਆਂ ਚਾਹੀਦੀਆਂ ਆਪਣੇ ਕਾਲਜਿਸ ਹੋਣੇ ਚਾਹੀਦੇ ਆ ਤਾਂ ਕਿ UBC ਕਮਿੰਗ ਕੈਂਪਸ ਆ ਰਿਹਾ ਲੈਂਡ ਸਿਕਿਉਰ ਹੋ ਗਈ ਆ ਉੱਤੇ ਪਲਾਨ ਬਣ ਰਹੇ ਨੇ ਸਟੂਡੈਂਟ ਹਾਊਸਿੰਗ ਦੀ ਆਲਰੇਡੀ ਜਿਹੜੀ ਇੱਕ ਜ਼ੋਨਿੰਗ ਹੈਗੀ ਆ ਉਹਦੇ ਵਿੱਚ ਸਟੂਡੈਂਟ ਹਾਊਸਿੰਗ ਜਿਹੜੇ ਉੱਥੇ ਲੋਕਲ ਪ੍ਰਾਈਵੇਟ ਡਿਵੈਲਪਮੈਂਟਸ ਹੋ ਰਹੀਆਂ ਉਹਦੇ ਤੇ ਸਾਡਾ ਜਿਹੜਾ ਸਟਾਫ ਆ ਉਹ ਡਿਵੈਲਪਰਸ ਨੂੰ ਆਲਰੇਡੀ ਅਸਿਸਟ ਕਰ ਰਹੇ ਨੇ ਕਿ ਜਦੋਂ UBC ਸਟਾਰਟ ਹੋਵੇ ਉਸ ਤੋਂ ਪਹਿਲਾਂ ਜਿਹੜੀ ਸਟੂਡੈਂਟ ਹਾਊਸਿੰਗ ਆ ਉਹ ਬਣ ਕੇ ਕੰਪਲੀਟ ਹੋਵੇ ਤਾਂ ਕਿ ਸਟੂਡੈਂਟਸ ਨੂੰ ਰਹਿਣ ਵਾਸਤੇ ਕੋਈ ਪ੍ਰੋਬਲਮ ਨਾ ਆਵੇ ਸੋ ਪ੍ਰੋਐਕਟਿਵਲੀ ਜਿਹੜਾ ਕੰਮ ਆ ਉਹ ਅਸੀਂ ਕਰ ਰਹੇ ਨੇ ਡਿਫਰੈਂਟ ਫੀਲਡਸ ਦੇ ਵਿੱਚ ਚਾਹੇ ਉਹ ਹੈਲਥ ਹੈ ਚਾਹੇ ਪਬਲਿਕ ਟਰਾਂਸਪੋਰਟੇਸ਼ਨ ਹੈ ਚਾਹੇ ਉਹ ਐਜੂਕੇਸ਼ਨ ਹੈ ਸਾਰੇ ਚਾਹੇ ਪੁਲਿਸਿੰਗ ਦਾ ਆ ਸੋ ਸਾਰੇ ਐਸਪੈਕਟਸ ਤੇ ਜਿਹੜਾ ਕੰਮ ਆ ਪ੍ਰੋਐਕਟਿਵਲੀ ਜਿਹੜਾ ਕਰ ਰਹੇ ਆ ਸੋ ਮਨਦੀਪ ਪੁਲਿਸ ਦੇ ਬਾਰੇ ਲਾਸਟ ਕੁਐਸਚਨ ਮਤਲਬ ਜਿਹੜੀ ਟ੍ਰਾਂਜੀਸ਼ਨ ਹੋ ਰਹੀ ਹੈ ਸਭ ਕੁਝ ਚੱਲ ਰਿਹਾ ਜਿਹੜਾ ਸਾਰਿਆਂ ਨਾਲੋਂ ਵੱਡਾ ਕੁਐਸਚਨ ਉੱਭਰ ਕੇ ਆ ਰਿਹਾ ਸੀ ਕਮਿਊਨਿਟੀ ਤੋਂ ਜਾਂ ਸਾਡੇ ਸ਼ੋਅ ਤੇ ਵੀ ਜਿਹੜਾ ਆ ਰਿਹਾ ਸੀ ਕਿ ਜਿਹੜਾ ਬਜਟ ਹੈ ਜਿਹੜੀ ਕਾਸਟ ਹੈਗੀ ਹੈ ਪੁਲਿਸਿੰਗ ਦੀ ਉਹ ਵੱਧ ਜਾਣੀ ਹੈ ਐਂਡ ਆਮ ਪਬਲਿਕ ਨੂੰ ਇਹ ਸੀ ਵੀ ਇਹ ਬੋਝ ਜਿਹੜਾ ਟੈਕਸ ਪੇਅਰ ਤੇ ਪੈਣਾ ਜੀ ਓਕੇ ਇਹਦੀ ਜਿਹੜੀ ਕਾਸਟ ਹੈਗੀ ਹੈ ਜਿਹੜੀ ਹੁਣ RCMP ਦੀ ਜਿਹੜੀ ਕਾਸਟ ਹੈਗੀ ਹੈ ਪਹਿਲੇ ਤੇ RCMP ਯੂਨੀਅਨਾਈਜ਼ਡ ਨਹੀਂ ਸੀਗੀ 2020 ਤੱਕ ਸੋ ਉਹਦਾ ਪਲੱਸ 10% ਜਿਹੜੀ ਸਬਸਿਡੀ 10% ਓਨਲੀ 10% ਫੈਡਰਲ ਗਵਰਨਮੈਂਟ ਪੇ ਕਰਦੀ ਸੀ ਬਾਕੀ ਜੋ ਵੀ ਕਾਸਟ ਆ ਰਫਲੀ $190 ਮਿਲੀਅਨ ਦੀ ਜਿਹੜੀ ਕਾਸਟ ਆ ਵਿੱਚੋਂ 10% ਤੁਸੀਂ ਮਾਈਨਸ ਕਰ ਲਓ ਬਾਕੀ ਦਾ ਸਾਰਾ ਸਿਟੀ ਆਫ ਸਰੀ ਪੇ ਕਰਦੀ ਬਾਕੀ ਮਿਊਨਿਸਪੈਲਿਟੀਜ਼ ਵਾਂਗ ਉਹ ਜਿਹੜੀ 10% ਦੀ ਜਿਹੜੀ ਸਬਸਿਡੀ ਆ ਉਹ ਹੁਣ ਸਾਨੂੰ ਨਹੀਂ ਮਿਲੇਗੀ ਪਰ ਉਹ ਜਿਹੜੀ ਕਾਸਟ RCMP ਦੀ ਆ ਉਹ ਕਿਉਂਕਿ ਉਹ ਯੂਨੀਅਨਾਈਜ਼ ਨਹੀਂ ਸੀਗੇ ਉਹਨਾਂ ਦੀ 190 ਮਿਲੀਅਨ ਤੇ ਸੀਗੀ ਉਹਨਾਂ ਦੀ ਜੇ ਉਹ ਯੂਨੀਅਨਾਈਜ਼ ਹੋ ਜਾਂਦੇ ਕਾਸਟ ਫਿਰ ਵੀ ਵਧਣੀ ਸੀ RCMP ਆਲਰੇਡੀ ਇਨ ਪ੍ਰੋਸੈਸ ਹੈਗੀ ਸਾਰੇ ਮੈਂਬਰਸ ਨੂੰ ਯੂਨੀਅਨਾਈਜ਼ਡ ਕਰਨ ਦੇ ਇਨ ਪ੍ਰੋਸੈਸ ਐਜ਼ ਵੀ ਸਪੀਕ ਸੋ ਜਦੋਂ ਉਹ ਯੂਨੀਅਨਾਈਜ਼ਡ ਹੋ ਜਾਂਦੀ ਕਾਸਟ ਫਿਰ ਵੀ ਉਹਨਾਂ ਦੀ 10 to 15% ਵਧਣੀ ਸੀ ਸੋ ਇਹ ਜਿਹੜਾ ਹੁਣ ਜਿਹੜੀ ਸਰੀ ਪੁਲਿਸ ਆ ਇਹਦੀ ਜਿਹੜੀ ਕੋਈ ਕਾਸਟ ਮੇ ਬੀ 10% ਜ਼ਿਆਦਾ ਹੋ ਜਾਵੇ ਉਹ ਜਿਹੜੀ ਸਾਨੂੰ ਸਬਸਿਡੀ ਮਿਲਦੀ ਸੀਗੀ ਫੈਡਰਲ ਗਵਰਨਮੈਂਟ ਦੀ ਉਹ ਕਿਉਂਕਿ ਹੁਣ ਨਹੀਂ ਮਿਲਣੀ ਪਰ ਉਹਦੇ ਨਾਲ ਹੋਰ ਬਹੁਤ ਏਰੀਆਸ ਹੈਗੇ ਆ ਜਿੱਥੇ ਸੇਵਿੰਗਸ ਹੋ ਸਕਦੀਆਂ ਬਹੁਤ ਜ਼ਿਆਦਾ ਸੋ ਕਿਉਂਕਿ ਜਿਹੜੇ ਨੰਬਰ ਆਫ ਆਫੀਸਰਸ ਹੈਗੇ ਆ ਉਹਨਾਂ ਨੂੰ ਕਿਉਂਕਿ ਜਿਹੜੇ ਸਾਡੇ ਕੋਲ ਐਕਸਪੀਰੀਅੰਸ ਆਫੀਸਰ ਆ ਇੱਕ ਬਿਲਕੁਲ ਨਵੇਂ ਹਾਇਰ ਹੋਏ ਆਫੀਸਰ ਹੈਗੇ ਆ ਤੇ ਉਸ ਤੋਂ ਬਾਅਦ ਜਿਹੜੇ ਕਮਿਊਨਿਟੀ ਦੇ ਪੈਟਰੋਲਿੰਗ ਆਫੀਸਰਸ ਹੈਗੇ ਆ ਜਾਂ ਉਹਨਾਂ ਦੀਆਂ ਜੌਬਸ ਕਿਸ ਤਰ੍ਹਾਂ ਐਲੋਕੇਟ ਕਰਨੀਆਂ ਆ ਉਸ ਦੇ ਵਿੱਚ ਕਾਫੀ ਸੇਵਿੰਗਸ ਹੈਗੀਆਂ ਜਿਹੜੀ ਟ੍ਰਾਂਜੈਕਸ਼ਨ ਰਿਪੋਰਟ ਦਿੱਤੀ ਸੀ ਪ੍ਰੋਵਿੰਸ ਨੂੰ ਉਹਦੇ ਵਿੱਚ ਸਾਰਾ ਮੈਂਸ਼ਨ ਕੀਤਾ ਕਿ ਕਿੱਦਾਂ ਇਹ ਸਟਰਕਚਰ ਆ ਜਿਹੜੀ ਸੇਵਿੰਗਸ ਹੋ ਸਕਦੀਆਂ ਮੈਨੂੰ ਲੱਗਦਾ ਕਿ ਐਂਡ ਆਫ ਦਾ ਡੇ ਕੋਈ ਕਾਸਟ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੋਣਾ ਸਰੀ ਪੁਲਿਸ ਦਾ ਜਾਂ RCMP ਦਾ ਵਨ ਟਾਈਮ ਕਾਸਟ ਤੇ ਆਪਾਂ ਜਦੋਂ ਆਪਾਂ ਇਸ ਮੁੱਦੇ ਤੇ ਹੈਗੇ ਆ ਇੱਕ ਗੱਲ ਹੋਰ ਜਿਹੜੀ ਬੜੀ ਵਧੀਆ ਮੈਂ ਕਈ ਸਿਟੀਆਂ ਖਾਸ ਕਰਕੇ ਡੈਲਟਾ ਦੇ ਵਿੱਚ ਤੇ ਦੂਜੀਆਂ ਸਿਟੀਆਂ ਕਮਿਊਨਿਟੀ ਪੁਲਿਸਿੰਗ ਜੀ ਤੇ ਉਹਦੇ 'ਚ ਜਿਹੜੇ ਵੋਲੰਟੀਅਰ ਪੀਪਲ ਹੈ ਜੀ ਉਹ ਸ਼ਾਮਲ ਹੋ ਕੇ ਤੇ ਪੁਲਿਸ ਨੂੰ ਅਸਿਸਟ ਕਰਦੇ ਆ ਐਂਡ ਈਵਨ ਦੇ ਹੈਵ ਆਕਸਿਲਰੀ ਔਰ ਵਾਟਐਵਰ ਵਿਦ ਦ ਯੂਨੀਫਾਰਮਸ ਤੇ ਉਹ ਵੋਲੰਟੀਅਰ ਵਰਕ ਇਵੈਂਚੁਅਲੀ ਦੇ ਵਾਂਟ ਟੂ ਬੀ ਕਾਪ ਵਨ ਡੇ ਉਹਦਾ ਕੀ ਮਾਡਲ ਤੁਸੀਂ ਸੋਚਿਆ ਹਾਂਜੀ ਡੈਫੀਨਿਟਲੀ ਸੋ ਉਸ ਤੋਂ ਮੈਂ ਕਾਸਟ ਤੇ ਆਪਾਂ ਇੱਕ ਲਾਸਟ ਮੇਰਾ ਪੁਆਇੰਟ ਹੈਗਾ ਜਿਹੜੀ ਵਨ ਟਾਈਮ ਕਾਸਟ $45 ਮਿਲੀਅਨ
ਹੁਣ ਤੁਸੀਂ ਦੇਖਿਆ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਸੀ ਸਰੀ ਦੇ ਵਿੱਚ, ਸਪੈਸ਼ਲੀ ਆਪਣੀ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਦੇ ਵਿੱਚ ਗੈਂਗਸ ਨੂੰ ਲੈ ਕੇ, ਡਰੱਗਸ ਨੂੰ ਲੈ ਕੇ, ਸਕੂਲਸ ਦੇ ਵਿੱਚ, ਹਾਈ ਸਕੂਲਸ ਦੇ ਵਿੱਚ ਜਿਹੜੀ ਆ ਡਰੱਗਸ ਨੂੰ ਲੈ ਕੇ ਉਹ ਗਰੋਇੰਗ ਸੀ, ਉਹ ਸਟਾਪ ਨਹੀਂ ਹੋ ਰਹੀ, ਹਜੇ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। 45 ਮਿਲੀਅਨ ਵਨ ਟਾਈਮ ਕਾਸਟ, ਮੈਨੂੰ ਲੱਗਦਾ ਕਿ ਸੇਫਟੀ ਦੀ ਪਹਿਲੇ ਤੇ ਕੋਈ ਵੀ ਕਾਸਟ ਨਹੀਂ ਹੁੰਦੀ ਆਪਣੀ, ਜਦੋਂ ਫੈਮਿਲੀ ਦੀ, ਬੱਚਿਆਂ ਦੀ ਆਪਾਂ ਗੱਲ ਕਰਦੇ ਹਾਂ। ਸੋ $45 ਮਿਲੀਅਨ ਇਹ ਅੱਜ ਕਾਸਟ ਤਾਂ ਆ ਰਹੀ ਕਿਉਂਕਿ ਇਹ 10 ਸਾਲ ਪਹਿਲਾਂ ਨਹੀਂ ਹੋਈ ਸੀ, 15 ਸਾਲ ਜਾਂ 20 ਸਾਲ ਪਹਿਲਾਂ ਨਹੀਂ ਹੋਈ ਸੀ। ਇਹ ਪੁਲਿਸਿੰਗ ਆਪਾਂ ਨੂੰ, ਸਰੀ ਨੂੰ ਆਪਣੀ ਪੁਲਿਸ 20 ਸਾਲ ਪਹਿਲਾਂ ਬਣਾ ਲੈਣੀ ਚਾਹੀਦੀ ਸੀ। ਅੱਜ $45 ਮਿਲੀਅਨ ਕਾਸਟ ਆ ਰਹੀ ਹੈ। ਜੇ ਆਪਾਂ 5 ਸਾਲ ਜਾਂ 10 ਸਾਲ ਹੋਰ ਹੋ ਗਏ, ਹੋ ਸਕਦਾ ਹੈ $100 ਮਿਲੀਅਨ ਹੋ ਜਾਵੇ, ਹੋ ਸਕਦਾ ਇੰਨੀ ਜ਼ਿਆਦਾ ਵੱਧ ਜਾਵੇ ਕਿ ਇਹ ਪੋਸੀਬਲ ਹੀ ਨਾ ਹੋ ਸਕੇ ਕਿ ਜਿਹੜੀ ਆਪਣੀ ਪੁਲਿਸ ਆ, ਜਿਹੜੀ ਆਪਣੀ ਇੱਥੇ ਗਵਰਨਿੰਗ ਬੋਡੀ ਆ, ਉਹਨੂੰ ਆਪਾਂ ਇਸਟੈਬਲਿਸ਼ ਹੀ ਨਾ ਕਰ ਸਕੀਏ ਕਿਉਂਕਿ ਉਹਦੀ ਕਾਸਟ ਇੰਨੀ ਆ। ਬਾਕੀ ਜਿਹੜੀ ਉਹਦਾ ਸਟਰਕਚਰ ਦੀ ਗੱਲ ਕਰਦੇ ਹਾਂ ਆਪਾਂ, ਉਹਦਾ ਸਟਰਕਚਰ ਜਿਹੜਾ ਇਹ ਆ ਕਿ ਕੋਈ ਵੀ ਮਿਊਨਿਸਪੈਲਿਟੀ ਦੀ ਜਿਹੜੀ ਫੋਰਸ ਆ, ਉਹਦੇ ਤੇ ਪ੍ਰੋਵਿੰਸ ਵੱਲੋਂ 7 ਮੈਂਬਰ ਜਿਹੜੇ ਅਪਾਇੰਟ ਕੀਤੇ ਜਾਂਦੇ, ਜਿਹੜਾ ਪੁਲਿਸ ਬੋਰਡ ਬਣਦਾ। ਉਹਦੇ ਵਿੱਚ ਕਮਿਊਨਿਟੀ ਦੇ ਵਿੱਚੋਂ, ਡਿਫਰੈਂਟ ਬੈਕਗਰਾਊਂਡਸ ਦੇ ਵਿੱਚੋਂ, ਡਿਫਰੈਂਟ ਰੇਸਿਸ ਦੇ ਵਿੱਚੋਂ, ਡਿਫਰੈਂਟ ਉਹਨਾਂ ਦੇ ਐਕਸਪੀਰੀਅੰਸਿਸ ਵਾਲੇ ਬੰਦੇ ਲੈ ਕੇ ਉਹ 7 ਪ੍ਰੋਵਿੰਸ ਨੂੰ ਐਪਲੀਕੇਸ਼ਨਸ ਜਾਂਦੀਆਂ। ਪ੍ਰੋਵਿੰਸ ਉਹ 7 ਬੋਰਡ ਮੈਂਬਰਸ ਅਪਾਇੰਟ ਕਰਦਾ। ਇੱਕ ਮੈਂਬਰ ਜਿਹੜਾ ਆ ਉਹ ਸਿਟੀ ਦੀ ਕਾਉਂਸਲ ਜਿਹੜੀ ਆ ਉਹ ਅਪਰੂਵ ਕਰਦੀ ਆ, ਉਹ ਅਪਾਇੰਟ ਕਰਦੀ ਆ। ਸੋ 8 ਬੋਰਡ ਮੈਂਬਰ ਬਣਦੇ ਨੇ। ਉਸ ਤੋਂ ਬਿਨਾਂ ਜਿਹੜਾ ਸਿਟੀ ਦਾ ਮੇਅਰ ਆ, ਉਹ ਜਿਹੜਾ ਪੁਲਿਸ ਬੋਰਡ ਆ ਉਹਨੂੰ ਚੇਅਰ ਕਰਦਾ। ਸੋ ਉਹ ਜਿਹੜਾ ਪੁਲਿਸ ਬੋਰਡ ਬਣਦਾ ਆ, ਉਹਦੇ ਵਿੱਚ ਹਰ ਇੱਕ ਕਮਿਊਨਿਟੀ ਦਾ, ਹਰ ਇੱਕ ਬੈਕਗਰਾਊਂਡ ਦਾ, ਡਿਫਰੈਂਟ ਐਕਸਪੀਰੀਅੰਸਿਸ ਵਾਲੇ ਬੰਦੇ ਉਹ ਪੁਲਿਸ ਬੋਰਡ ਦੇ ਵਿੱਚ ਬਹਿੰਦੇ ਹਨ। ਜਿਹੜੇ ਲੋਕਲ ਸਰੀ ਦੇ ਰੈਜ਼ੀਡੈਂਟਸ ਹੁੰਦੇ ਨੇ ਉਹ ਬੋਰਡ ਬਣਾਉਂਦੇ ਨੇ। ਸੋ ਉਹ ਬੋਰਡ ਜਿਹੜਾ ਨਵਾਂ ਚੀਫ ਆ, ਉਹਨੂੰ ਹਾਇਰ ਜਾਂ ਫਾਇਰ ਉਹ ਬੋਰਡ, ਪੁਲਿਸ ਬੋਰਡ ਕਰਦਾ। ਉਹ ਬੋਰਡ ਦੇ ਕੋਲ ਇੰਨੀ ਪਾਵਰ ਆ ਕਿ ਉਹ ਜੇ ਸਿਟੀ ਦਾ ਪੁਲਿਸ ਚੀਫ ਜੇ ਪਰਫਾਰਮ ਨਹੀਂ ਕਰ ਰਿਹਾ, ਉਹ ਪੁਲਿਸ ਚੀਫ ਨੂੰ ਰਿਪਲੇਸ ਕਰਕੇ ਨਵਾਂ ਚੀਫ ਲੈ ਕੇ ਆ ਸਕਦੇ ਨੇ। ਉਹ ਇੰਨੇ ਪਾਵਰਫੁਲ ਬੋਰਡ ਹੁੰਦਾ। ਤੇ ਬੋਰਡ ਹੁੰਦਾ ਵੋਲੰਟੀਅਰ ਪੋਜੀਸ਼ਨਸ, ਆਮ ਕਮਿਊਨਿਟੀ ਦਾ ਬੋਰਡ ਹੁੰਦਾ। ਉਹ ਆਮ ਲੋਕ ਹੋਏ ਹੁੰਦੇ, ਉਹਨਾਂ ਨੂੰ ਰੀਚ ਕਰਨਾ ਬਹੁਤ ਸੌਖਾ ਕਿਉਂਕਿ ਉਹ ਸਰੀ ਦੇ ਵਿੱਚ ਆਮ ਕਮਿਊਨਿਟੀ ਦੇ ਵਿੱਚ ਰਹਿ ਰਹੇ ਹੁੰਦੇ ਨੇ। ਸੋ ਮੈਂ ਉਹ ਬੋਰਡ ਦੇ ਡੀਟੇਲਸ ਵੀ ਤੁਹਾਨੂੰ ਦੱਸ ਸਕਦਾ, ਜਿਹੜਾ ਹੁਣ ਇਸ ਟਾਈਮ ਬੋਰਡ ਅਪਾਇੰਟ ਹੋਇਆ। ਹਾਂਜੀ। ਤੇ ਪਰ ਉਹ ਬੋਰਡ ਡਿਸੀਜਨਸ ਬਣਾਉਂਦਾ, ਫਿਰ ਉਹ ਬੋਰਡ ਚੀਫ ਜਿਹੜਾ ਆ ਉਹ ਰਿਪੋਰਟ ਕਰਦਾ ਪੁਲਿਸ ਬੋਰਡ ਨੂੰ। ਸੋ ਐਕਚੁਅਲੀ ਆਮ ਲੋਕਾਂ ਨੂੰ ਜਿਹੜਾ ਮੰਥਲੀ ਆ, ਤੁਸੀਂ ਕਹਿ ਸਕਦੇ ਇਨ ਅਦਰ ਟਰਮਸ, ਜਿਹੜਾ ਆਪਣਾ ਪੁਲਿਸ ਚੀਫ ਹੁੰਦਾ, ਜਿਹੜਾ ਹਾਈਐਸਟ ਪੋਜੀਸ਼ਨ ਤੇ ਆ, ਉਹ ਇੱਕ ਆਮ ਲੋਕਾਂ ਨੂੰ ਐਵਰੀ ਮੰਥ ਰਿਪੋਰਟ ਕਰਦਾ ਕਿ ਆਹ ਪ੍ਰੋਗਰੈਸ ਆ, ਸਾਡੇ ਸਟੈਟਸ ਹੈਗੇ ਨੇ, ਆਹ ਸਾਡੇ ਕ੍ਰਾਈਮ ਨੰਬਰਸ ਹੈਗੇ ਨੇ, ਇੰਨੀ ਸਾਡੇ ਕੋਲ ਇੰਪਰੂਵਮੈਂਟਸ ਹੋਈ ਆ, ਆਹ ਸਾਡੀਆਂ ਪ੍ਰੋਬਲਮਸ ਹੈਗੀਆਂ, ਇਸ ਚੀਜ਼ਾਂ 'ਤੇ ਕੰਮ ਕਰਨ ਦੀ ਜ਼ਰੂਰਤ ਆ। ਸੋ ਬਹੁਤ ਇੱਕ ਟਰਾਂਸਪੇਰੈਂਟ ਤੇ ਬਹੁਤ ਇਫੈਕਟਿਵ ਜਿਹੜਾ ਮਾਡਲ, ਬਾਕੀ ਮਿਊਨਿਸਪੈਲਿਟੀਆਂ ਵਾਂਗ ਬਹੁਤ ਇਫੈਕਟਿਵ ਜਿਹੜਾ ਮਾਡਲ ਆ ਇਹ ਹੈਗਾ। ਅਨਫੋਰਚੂਨੇਟਲੀ RCMP ਦੇ ਕੋਲ ਇਹ ਮਾਡਲ ਨਹੀਂ ਸੀਗਾ, ਇਸੇ ਕਰਕੇ ਜ਼ਰੂਰਤ ਸੀ ਕਿ ਜਿਹੜਾ ਆਪਣੀ ਪੁਲਿਸ ਆ ਉਹਦੇ ਵੱਲ ਨੂੰ ਆਪਾਂ ਨੂੰ ਸਵਿਚ ਕਰਨਾ ਪੈਣਾ ਸੀ। ਸੋ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਜੇ ਤਾਂ ਮਤਲਬ ਕਿਹੜੇ ਮੈਂਬਰ ਰਾਈਟ ਨਾਓ ਪੁਲਿਸ ਬੋਰਡ ਤੇ ਹੈ? ਜੀ ਬਿਲਕੁਲ, ਇਸ ਟਾਈਮ ਇਹ ਬੜੀ ਪਬਲਿਕ ਇਨਫੋਰਮੇਸ਼ਨ ਹੈ ਕਿ ਤੁਸੀਂ ਆਨਲਾਈਨ ਜਾ ਕੇ ਵੀ ਦੇ ਸਕਦੇ ਆ। ਬਟ ਇਸ ਟਾਈਮ ਜਿਹੜੇ ਕਾਉਂਸਲ ਵੱਲੋਂ ਮਿਸਟਰ ਅਵਤਾਰ ਜੋਹਲ, ਉਹਨਾਂ ਨੇ ਉਹ ਇੱਥੇ ਬਹੁਤ ਲੌਂਗ ਟਾਈਮ ਤੋਂ ਡਿਵੈਲਪਮੈਂਟ ਦੇ ਵਿੱਚ ਵੀ ਨੇ, ਪਲੱਸ ਅਕਾਊਂਟਿੰਗ ਦੇ ਬਹੁਤ ਪ੍ਰੋਫੈਸ਼ਨਲ ਅਕਾਊਂਟੈਂਟ ਨੇ। ਉਹ ਕਾਉਂਸਲ ਵੱਲੋਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀਗਾ ਥੋੜ੍ਹਾ ਟਾਈਮ ਪਿੱਛੇ। ਤੇ ਉਸ ਤੋਂ ਬਿਨਾਂ ਡਿਫਰੈਂਟ ਬੈਕਗਰਾਊਂਡਸ ਤੋਂ ਆਪਣੇ ਕੋਲ ਮਿਸ ਓਨਰ ਜਾਂ ਆਪਣੇ ਇੱਕ ਦੋ ਆਪਣੀ ਕਮਿਊਨਿਟੀ ਦੇ ਹੈਗੇ ਆ। ਉਸ ਤੋਂ ਬਿਨਾਂ ਫਰਸਟ ਨੇਸ਼ਨ ਦੇ ਹੈਗੇ ਆ। ਉਸ ਤੋਂ ਬਿਨਾਂ ਇੱਕ ਫਿਲੀਪੀਨੋ ਕਮਿਊਨਿਟੀ ਦੇ ਹੈਗੇ। ਸੋ ਅਲੱਗ-ਅਲੱਗ ਕਮਿਊਨਿਟੀਜ਼ ਤੋਂ ਜਿਹੜੇ ਬੋਰਡ ਮੈਂਬਰਸ ਆ ਉਹ ਲਏ ਗਏ ਆ। ਸੋ ਦੈਟਸ ਅ ਗੁੱਡ, ਵੈਰੀ ਡਾਈਵਰਸ ਬੋਰਡ। ਡਾਈਵਰਸ ਹੋਣਾ ਵੀ ਡਾਈਵਰਸ ਚਾਹੀਦਾ ਕਿਉਂਕਿ ਦ ਮੋਸਟ ਡਾਈਵਰਸ ਸਿਟੀ ਆਈ ਥਿੰਕ ਜਿਹੜਾ, ਕਿਉਂਕਿ ਉਹ ਟੇਬਲ ਤੇ ਆਪਣੀ ਕਮਿਊਨਿਟੀਜ਼ ਦੀ ਪ੍ਰੋਬਲਮਸ ਲੈ ਕੇ ਜਾਣਗੇ, ਚੀਫ ਨੂੰ ਦੱਸਣਗੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਆਹ ਪ੍ਰੋਬਲਮ ਆ। ਜੇ ਚਾਈਨੀਜ਼ ਮੈਂਬਰ ਹੈਗੇ ਆ, ਉਹ ਕਹਿਣਗੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਐਟਲੀਸਟ ਜਿਹੜਾ ਹੈਡ ਹੈਗਾ, ਡਿਸੀਜਨ ਮੇਕਰ ਆ ਜਿਹੜਾ, ਉਹਨਾਂ ਨੂੰ ਪਤਾ ਲੱਗੇ ਕਿ ਪ੍ਰੋਬਲਮਸ ਹੈ ਕੀ ਨੇ ਸਿਟੀ ਆਫ ਸਰੀ ਦੇ ਵਿੱਚ, ਇੱਥੇ ਸਟਰੀਟਸ 'ਤੇ ਕਿੱਥੇ ਡਰੱਗ ਵਿਕ ਰਹੀਆਂ ਨੇ, ਉਹਨਾਂ ਨੂੰ ਕਿਵੇਂ ਟੈਕਲ ਕਰਨਾ। ਤੇ ਜੇ ਉਹ ਕਹਿਣਗੇ ਕਿ ਸਾਨੂੰ ਤੇ ਪਤਾ ਹੀ ਨਹੀਂ ਆ, ਫਿਰ ਉਹ ਪ੍ਰੋਬਲਮ ਕਿਵੇਂ ਸੋਲਵ ਕਰਨਗੇ। ਸੋ ਸਾਡੀ ਗੱਲ ਚੱਲ ਰਹੀ ਹੈ ਸਿਟੀ ਆਫ ਸਰੀ ਕਾਉਂਸਲਰ ਮਨਦੀਪ ਨਾਗਰਾ ਨਾਲ, ਸਾਡੀਆਂ ਫੋਨ ਲਾਈਨਸ ਓਪਨ ਹੈ। ਅਗਲਾ ਟੌਪਿਕ ਬੜਾ ਇੰਟਰਸਟਿੰਗ ਟੌਪਿਕ ਹੈ ਜਿਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜੇ ਤੁਹਾਨੂੰ ਕੋਈ ਕੁਐਸਚਨ ਹੈ ਤੁਸੀਂ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਵੈਰੀ ਸੈਂਸਿਟਿਵ ਇਨ ਅ ਵੇ ਟੌਪਿਕ, ਇਲੀਗਲ ਡਿਵੈਲਪਮੈਂਟ ਐਂਡ
ਪਰਮਿਟਡ ਜੀ ਡਿਵੈਲਪਮੈਂਟ। ਸੋ ਜੀ। ਇਹਨਾਂ ਦੇ ਪਹਿਲਾਂ ਚਾਨਣਾ ਪਾਓ ਕਿ ਜਿਹੜਾ ਬਿਨਾਂ ਪਰਮਿਟ ਤੋਂ ਕਈ ਵਾਰੀ ਆਪਾਂ ਐਕਸਟੈਂਸ਼ਨ ਜਾਂ ਕੋਈ ਬੇਸਮੈਂਟ ਜਾਂ ਕੋਈ ਚੀਜ਼ ਬਣਾ ਲੈਂਦੇ ਹਾਂ ਘਰ ਤੋਂ, ਜੀ। ਉਹ ਫਿਰ ਲੋਕੀ ਜਦੋਂ ਫੜ ਹੋ ਜਾਂਦੇ ਆ, ਦੈਨ ਦੇ ਅਪਰੋਚ the community activists, they approach you, Right. ਫਿਰ ਕਹਿੰਦੇ ਆ ਜੀ ਇਹਦਾ ਕੀ ਕਰ ਸਕਦੇ ਆ, ਕੀ ਹੋ ਸਕਦਾ, ਨੰਬਰ 1 ਐਂਡ ਨੰਬਰ 2 ਜਿਹੜਾ ਟੋਟਲੀ ਇਲੀਗਲ ਜਿਹੜਾ ਹੈਗਾ ਆ ਕੋਈ ਡਿਵੈਲਪਮੈਂਟ ਹੋ ਰਹੀ ਹੈ, ਇਹਨਾਂ ਬਾਰੇ ਤੁਸੀਂ ਜੀ ਗੱਲਬਾਤ। ਬਿਲਕੁਲ। ਸੋ ਦੋ ਤਰ੍ਹਾਂ ਦੀ ਕੰਸਟਰਕਸ਼ਨ ਹੈ ਇਸ ਟਾਈਮ। ਇੱਕ ਜਿਹੜਾ ਕੋਵਿਡ ਦੇ ਵਿੱਚ ਟ੍ਰੈਂਡ ਚੱਲਿਆ ਸੀਗਾ, ਉਹ ਸੀਗਾ ਕਿ ਕਿਉਂਕਿ ਕਾਫੀ ਲੋਕ ਘਰ ਬੈਠੇ ਸੀਗੇ, ਕੰਮ ਬੰਦ ਸੀ ਜਾਂ ਬਿਜ਼ਨੈਸਿਸ ਬੰਦ ਸੀਗੇ, ਸੋ ਬਹੁਤ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਆਪਣੀਆਂ ਰੈਨੋਵੇਸ਼ਨਸ ਕਰ ਲਈਏ, ਵਿਚ ਇਜ਼ ਟੋਟਲੀ ਫਾਈਨ। ਬਹੁਤ ਚੰਗੀ ਗੱਲ ਆ, ਜਿੱਥੇ ਤੁਸੀਂ ਰਹਿੰਦੇ ਆ ਉਹਨੂੰ ਇੰਪਰੂਵ ਕਰ ਲੈਣਾ, ਉਹਨੂੰ ਅਪਡੇਟ ਕਰ ਲੈਣਾ, ਆਪਣੇ ਘਰ ਨੂੰ ਅਪਡੇਟ ਕਰ ਲੈਣਾ, ਬਿਜ਼ੀ ਰੱਖਣ ਵਾਸਤੇ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਬਹੁਤ ਚੰਗੀ ਗੱਲ ਹੈ। ਪਰ ਉਹਦੇ ਨਾਲ ਬਹੁਤ ਜਿਹੜੇ ਇੱਕ ਰੋਂਗ ਜਿਹੜਾ ਟ੍ਰੈਂਡ ਇੱਕ ਚੱਲ ਗਿਆ, ਕਿਉਂਕਿ ਬਹੁਤ ਲੋਕਾਂ ਦੀ ਇੱਦਾਂ ਹੋਇਆ ਕਿ ਮੈਂ ਓਨੈਸਟਲੀ ਮੈਂ ਫੀਲ ਕਰਦਾ ਉਹਨਾਂ ਵਾਸਤੇ ਵੀ ਕਿ ਉਹਨਾਂ ਦੀ ਜੌਬਸ ਚਲੇ ਗਈਆਂ, ਉਹਨਾਂ ਦੇ ਚਾਹੇ ਉਹ ਕੰਸਟਰਕਸ਼ਨ ਦੇ ਵਿੱਚ ਸੀ ਜਾਂ ਹੋਰ, ਉਹਨਾਂ ਨੂੰ ਉਹ ਇਨਕਮ ਸੋਰਸਿਸ ਉਹਨਾਂ ਦੇ ਘਟ ਗਏ। ਸੋ ਉਹਦੇ ਨਾਲ ਇਹ ਹੋਇਆ ਕਿ ਜਿਹੜਾ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ ਘਰ ਦੇ ਵਿੱਚ ਇੱਕ ਜਾਂ ਦੋ ਹੋਰ ਸਵੀਟਸ ਬਣਾ ਲਈਏ, ਰੈਂਟਲ ਸਵੀਟਸ, ਤਾਂ ਕਿ ਜਿਹੜੀ ਉਹ ਸਾਡੀ ਇਨਕਮ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਰਿਪਲੇਸ ਹੋ ਸਕੇ। ਐਂਡ ਅਗੇਨ ਜਿਨ੍ਹਾਂ ਦੀ ਵੀ ਜੌਬ ਗਈ ਆ, ਅਸੀਂ ਬਿਲਕੁਲ ਮੇਅਰ ਐਂਡ ਕਾਉਂਸਲ ਅਸੀਂ ਫੀਲ ਕਰਦੇ ਹਾਂ, ਬਟ ਉਹਦੇ ਨਾਲ ਜਿਹੜੀ ਇੱਕ ਡਿਫਰੈਂਟ ਪ੍ਰੋਬਲਮਸ ਆ ਗਈ, ਦੋ ਤਰ੍ਹਾਂ ਦੀ ਕੰਸਟਰਕਸ਼ਨ ਸਾਰੀ ਦੇ ਵਿੱਚ ਹੋਣ ਲੱਗ ਪਈ। ਇੱਕ ਤੇ ਇਲੀਗਲ ਕੰਸਟਰਕਸ਼ਨ ਉਹ ਹੋਣ ਲੱਗ ਪਈ ਮਿਸਟਰ ਸਿੱਧੂ ਕਿ ਜਿਹੜੀ ਬਿਲਕੁਲ ਵੀ ਉਹਦੀ ਪਰਮਿਸ਼ਨ ਮਿਲ ਨਹੀਂ ਸਕਦੀ, ਉਹਦੇ ਪਰਮਿਟਸ ਵੀ ਤੁਸੀਂ ਲੈਣ ਜਾਓ, ਉਹਦੇ ਪਰਮਿਟਸ ਵੀ ਨਹੀਂ ਮਿਲਣੇ, ਉਹਦਾ ਪਰਮਿਟ ਵੀ ਡਿਨਾਈ ਹੋ ਜਾਣਾ, ਉਹਨੂੰ ਆਪਾਂ ਕਹਿ ਦਿੰਦੇ ਇਲੀਗਲ ਕੰਸਟਰਕਸ਼ਨ, ਜਿਹਦਾ ਪਰਮਿਟ ਵੀ ਨਹੀਂ ਮਿਲ ਸਕਦਾ। ਇੱਕ ਹੈਗੀ ਅਨਪਰਮਿਟਡ ਕੰਸਟਰਕਸ਼ਨ, ਜਿਹਦਾ ਪਰਮਿਟ ਮਿਲ ਸਕਦਾ ਪਰ ਉਹ ਵਿਦਆਊਟ ਪਰਮਿਟ ਕੀਤੀ ਹੋਈ ਆ, ਉਹਦਾ ਵੇ ਆਊਟ ਹੈਗਾ। ਜੇ ਤੁਸੀਂ ਅਨਪਰਮਿਟਡ ਕੰਸਟਰਕਸ਼ਨ ਕੀਤੀ ਆ, ਉਹਦਾ ਵੇ ਆਊਟ ਹੈਗਾ, ਕਿਉਂਕਿ ਉਹਨੂੰ ਕੰਪਲਾਇੰਸ ਤੇ ਇਲੀਗਲ ਕੰਸਟਰਕਸ਼ਨ ਦਾ ਕੋਈ ਵੀ ਡੈਫੀਨਿਟਲੀ ਵੇ ਆਊਟ ਨਹੀਂ ਹੈਗਾ ਅਦਰ ਦੈਨ ਡੈਮੋਲੇਸ਼ਨ। ਉਹ ਢਾਉਣੀ ਪਏਗੀ, ਉਹਦੇ ਤੋਂ ਬਗੈਰ ਉਹ ਇਲੀਗਲ ਕੰਸਟਰਕਸ਼ਨ ਦਾ ਕੋਈ ਵੀ ਵੇ ਆਊਟ ਨਹੀਂ ਆ। ਜਿਹੜੀ ਅਨਪਰਮਿਟਡ ਕੰਸਟਰਕਸ਼ਨ ਆ ਉਹ ਵੀ ਬਹੁਤ ਜ਼ਿਆਦਾ ਹੋਈ ਬਿਨਾਂ ਪਰਮਿਟਸ ਤੋਂ। ਜਦੋਂ ਬਿਨਾਂ ਪਰਮਿਟਸ ਤੋਂ ਕੰਸਟਰਕਸ਼ਨ ਹੁੰਦੀ ਆ, ਉਹਦੇ ਵਿੱਚ ਦੋ ਚੈਲੰਜਸ ਆਉਂਦੇ ਆ। ਇੱਕ ਫਾਇਰ ਐਂਡ ਸੇਫਟੀ ਦਾ ਚੈਲੰਜ ਜਿਹੜਾ ਬਹੁਤ ਜ਼ਿਆਦਾ, ਤੁਸੀਂ ਆਪਣੇ ਬੱਚਿਆਂ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਉਸ ਸਟਰਕਚਰ ਦੇ ਵਿੱਚ ਬੈਠੇ ਹੋ ਜਿਹੜਾ ਤੁਹਾਨੂੰ ਪਤਾ ਨਹੀਂ ਕਿ ਉਹ ਸੇਫ ਹੈ ਜਾਂ ਨਹੀਂ ਹੈਗਾ। ਐਂਡ ਕੱਲ੍ਹ ਨੂੰ ਜੇ ਉਹਦਾ ਇੰਸ਼ੋਰੈਂਸ ਕੰਪਨੀ ਵੀ ਕਲੇਮ ਡਿਨਾਈ ਕਰ ਸਕਦੀ। ਡੈਫੀਨਿਟਲੀ ਇੰਸ਼ੋਰੈਂਸ ਕੰਪਨੀ ਤੁਹਾਡਾ ਇੱਕ ਰੈਜ਼ੀਡੈਂਟ ਹੈਗਾ, ਤੁਹਾਡੀ ਇੱਕ ਇਨਵੈਸਟਮੈਂਟ ਹੈਗੀ ਆ ਲਾਈਫ ਦੀ, ਜੇ ਤੁਸੀਂ ਉਹਨੂੰ ਛੇੜਛਾੜ ਕਰਕੇ, ਉਹਦੀਆਂ ਐਡੀਸ਼ਨਸ ਕਰਕੇ, ਹੋਰ ਕਰਕੇ, ਕਦੀ ਵੀ ਇੱਦਾਂ ਨਾ ਹੋਵੇ, ਕਿਸੇ ਦੇ ਨਾਲ ਵੀ ਇੱਦਾਂ ਨਾ ਹੋਵੇ, ਬਟ ਇਨ ਕੇਸ ਜੇ ਕੁਛ ਹੋ ਗਿਆ, ਇੰਸ਼ੋਰੈਂਸ ਕੰਪਨੀ ਨੇ ਉਹ ਬਿਲਕੁਲ ਵੀ ਕਵਰ ਨਹੀਂ ਕਰਨਾ, ਕਿਉਂਕਿ ਉਹ ਜਿਹੜੀ ਕੰਸਟਰਕਸ਼ਨ ਹੈ ਵਿਦਆਊਟ ਪਰਮਿਟਸ ਹੋਈ ਆ, ਉਹ 'ਚ ਪ੍ਰੋਪਰ ਫਾਇਰ ਹੈਜ਼ਿਟਸ, ਜਿਹੜੇ ਫਾਇਰ ਐਗਜ਼ਿਟਸ ਨਹੀਂ ਹੈਗੇ, ਉਹਦੇ ਵਿੱਚ ਉਹ ਪ੍ਰੋਪਰ ਜਿਹੜੇ ਸੇਫਟੀ ਆ ਜਿਹੜੀ ਕੰਸਟਰਕਸ਼ਨ ਦੀ ਤੁਹਾਡੀ, ਉਹ ਜਿਹੜੀ ਸਟਰੈਂਥ ਹੈ ਕੰਸਟਰਕਸ਼ਨ ਦੀ, ਉਹ ਪ੍ਰੋਪਰਲੀ ਨਹੀਂ ਹੋਈ ਕਿਉਂਕਿ ਕਿਸੇ ਨੇ ਇੰਸਪੈਕਟ ਨਹੀਂ ਕੀਤੀ। ਸੋ ਉਹ ਇੱਦਾਂ ਦੀਆਂ ਸਿਚੁਏਸ਼ਨਸ ਨਾ ਬਣਨ, ਕਿਉਂਕਿ ਤੁਸੀਂ ਇੱਕ ਸੋਚ ਕੇ ਦੇਖੋ ਕਿ ਜੇ ਕੱਲ੍ਹ ਕੁਛ ਇੱਦਾਂ ਦਾ ਹੋ ਜਾਂਦਾ, ਕਿਸੇ ਫੈਮਿਲੀ ਦੇ ਨਾਲ ਕੋਈ ਵੀ ਮਿਸਹੈਪ ਹੋ ਜਾਂਦਾ, ਜਿਹੜਾ ਮੈਂ ਅਗੇਨ ਕਹਿੰਦਾ ਕਿ ਕਦੀ ਵੀ ਇੱਥੇ ਸਿਟੀ ਆਫ ਸਰੀ ਜਾਂ ਕਿਤੇ ਵੀ ਨਾ ਹੋਵੇ, ਪਰ ਫਿਰ ਬਲੇਮ ਇਹ ਕਮਿਊਨਿਟੀ ਨੇ ਕਰਨਾ ਕਿ ਕਾਉਂਸਲ ਨੇ ਕਿਉਂ ਨਹੀਂ ਰੋਕਿਆ, ਇਹਨਾਂ ਨੇ ਕਿਉਂ ਨਹੀਂ ਕੋਈ ਸਟੈਪ ਲਿਆ, ਇਹ ਰੋਕਿਆ ਜਾ ਸਕਦਾ ਸੀਗਾ। ਇਸੇ ਲਈ ਅਸੀਂ ਪ੍ਰੋਐਕਟਿਵਲੀ ਜਿਹੜੇ ਇਹ ਨਵੇਂ ਬਾਇਲਾਅਸ ਲੈ ਕੇ ਆਉਂਦੇ ਆ, ਜਿਹੜੇ ਸਟ੍ਰਿਕਟ ਤੇ ਜ਼ਿਆਦਾ ਟਫ ਜਿਹੜੇ ਬਾਇਲਾਅ ਲੈ ਕੇ ਆਉਂਦੇ ਆ, ਤਾਂ ਕਿ ਕੁਛ ਹੋਣ ਤੋਂ ਪਹਿਲਾਂ ਹੀ ਉਹਨੂੰ ਰੋਕਿਆ ਜਾ ਸਕੇ, ਕੁਛ ਮਾੜਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਅਤੇ ਪਲੱਸ ਔਨ ਟੋਪ ਆਫ ਦੈਟ ਇੱਕ ਤਾਂ ਸੇਫਟੀ ਐਂਡ ਸਿਕਿਉਰਿਟੀ ਹੋ ਗਈ, ਔਨ ਟੋਪ ਆਫ ਦੈਟ ਜਿਹੜੀ ਇੱਕ ਆਪਣਾ ਇੱਕ ਬਿਊਟੀ ਆ ਆਪਣੀ ਸਿਟੀ ਦੀ, ਰਾਈਟ, ਕਿਉਂਕਿ ਆਪਾਂ ਇਸ ਰੀਜਨ ਨੂੰ ਸਾਰੇ ਇਸੇ ਕਰਕੇ ਚੁਣਦੇ ਕਿ ਬਹੁਤ ਸੋਹਣਾ ਰੀਜਨ ਆ, ਇੱਥੇ ਬਹੁਤ ਸੋਹਣੇ ਰੋਡਸ ਹੈਗੇ ਆ, ਬਹੁਤ ਸੋਹਣੇ ਸਾਈਡ ਵਾਕਸ ਹੈਗੇ ਆ, ਪਰ ਜੇ ਆਪਣੇ ਸਾਈਡ ਵਾਕਸ ਉਹ ਸਾਈਡ ਵਾਕ ਨਹੀਂ, ਉਹ ਡਰਾਈਵੇ ਬਣ ਗਏ, ਅਸੀਂ ਕਿਵੇਂ ਸਮਰ ਦੇ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਕਿਵੇਂ ਉੱਥੇ ਸਾਈਡ ਵਾਕਸ 'ਤੇ ਤੁਰ ਸਕਦੇ ਹਾਂ ਜਾਂ ਵਾਕ ਕਰ ਸਕਦੇ ਹਾਂ, ਜਾਂ ਆਪਣੇ ਸੀਨੀਅਰਸ ਕਿੱਥੇ ਜਾਣਗੇ। ਇੱਕ ਕਾਲ ਲੈ ਲਈ ਜੀ। ਹਾਂਜੀ ਕਾਲਰ, ਤੁਸੀਂ ਲਾਈਨ 'ਤੇ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਮਨਦੀਪ ਜੀ ਉਹਨਾਂ ਨੂੰ ਪੁੱਛਣਾ ਸੀਗਾ। ਹਾਂਜੀ ਪੁੱਛੋ ਜੀ। ਬਈ ਜੀ ਆਪਣੇ ਘਰੇ ਨਾ, ਜਿਵੇਂ ਹੁਣ ਘਰ ਮੈਂ ਲਿਆ ਸੀਗਾ 5 ਕੁ ਸਾਲ ਪਹਿਲਾਂ, ਤੇ ਉਹਦੇ 'ਚ 2 ਬੇਸਮੈਂਟ ਹੈਗੀਆਂ ਘਰ ਦੇ ਵਿੱਚ, ਹੈ ਨਾ, ਤੇ ਦੋਨੇ ਬੇਸਮੈਂਟਾਂ ਰੈਂਟ ਤੇ ਹੈਗੀਆਂ, ਉਹਦੇ ਵਿੱਚੋਂ ਇੱਕ ਇਲੀਗਲ ਹੋਣੀ, ਇੱਕ ਤਾਂ ਅਨਲੀਗਲ ਹੀ ਹੋਣੀ ਹੈ, ਰਾਈਟ ਜੀ। ਤੇ ਉਹਦਾ ਕੀ ਹੁਣ ਆਪਾਂ ਕਰ ਸਕਦੇ ਹਾਂ, ਕੋਈ ਉਹਨੂੰ ਲੀਗਲ ਕਰਾ ਸਕਦੇ ਹਾਂ ਜਾਂ ਉਹਨੂੰ ਲੀਗਲ ਨਹੀਂ ਹੋ ਸਕਦੇ, ਜਾਂ ਉਹਨੂੰ ਕੀ ਕਰਨਾ ਪੈਣਾ? ਕਿਉਂਕਿ ਮੈਂ ਆਪਣੇ ਫਰੈਂਡ ਨਾਲ ਵੀ ਗੱਲ ਕੀਤੀ, ਉਹ ਮੈਨੂੰ ਕਹਿੰਦਾ ਜੇ ਤੂੰ ਸਿਟੀ ਹਾਲ ਦੇ ਵਿੱਚ ਜਾ ਕੇ ਪੁੱਛੇਗਾ
ਤਾਂ ਉਹ ਹੋ ਸਕਦਾ ਤੇਰੀ ਬੇਸਮੈਂਟ ਢਹਾ ਵੀ ਸਕਦੇ ਆ, ਪਰ ਜਿੱਦਾਂ ਮੈਂ ਪਹਿਲਾਂ ਹੀ ਘਰ ਲਿਆ ਸੀਗਾ ਉਹ ਉਦਾਂ ਹੀ ਸੀਗੀ। ਸੋ ਇਹਦੇ ਬਾਰੇ ਮੈਂ ਕੁਝ ਕਰ ਸਕਦਾ ਜਾਂ ਮੈਂ ਜਿੱਦਾਂ ਚੱਲਦਾ ਉੱਦਾਂ ਹੀ ਚਲਾਈ ਜਾਵਾਂ? ਕਿ ਇਹਦੇ ਬਾਰੇ ਮੈਨੂੰ ਦੱਸਿਓ ਜ਼ਰੂਰ ਪਲੀਜ਼। ਡੈਫੀਨਿਟਲੀ, ਥੈਂਕ ਯੂ ਤੁਹਾਡਾ ਕੁਐਸਚਨ ਪੁੱਛਣ ਲਈ ਭਾਜੀ। ਡੈਫੀਨਿਟਲੀ ਤੁਸੀਂ ਜਿਹੜੀ ਆਪਣੀ ਸੈਕਿੰਡ ਬੇਸਮੈਂਟ ਸਵੀਟ ਹੈ, ਜੇ ਤੁਸੀਂ ਘਰ ਦੇ ਵਿੱਚ ਆਪ ਰਹਿੰਦੇ ਹੋ, ਤੁਸੀਂ ਉਹ ਘਰ ਰੈਂਟ 'ਤੇ ਨਹੀਂ ਦਿੱਤਾ ਹੋਇਆ, ਤੁਸੀਂ ਜਿਹੜੀ ਆਪਣੀ ਉਹ ਸੈਕਿੰਡ ਜਿਹੜੀ ਸਵੀਟ ਹੈਗੀ ਆ ਉਹਨੂੰ ਰਜਿਸਟਰ ਕਰਾਓ। ਮੈਂ ਤੁਹਾਨੂੰ ਇਨਕਰੇਜ ਕਰੂੰਗਾ ਕਿ ਤੁਸੀਂ ਉਹ ਜ਼ਰੂਰ ਕਰਵਾਓ, ਕਿਉਂਕਿ ਇੱਕ ਤੇ ਤੁਹਾਡਾ ਜਿਹੜੀ ਤੁਹਾਡੀ ਪ੍ਰੋਪਰਟੀ ਦੇ ਵਿੱਚ ਜੋ ਵੀ ਅਕੋਮੋਡੇਸ਼ਨ ਹੈਗੀ ਆ ਉਹ ਬਿਲਕੁਲ ਔਨ ਪੇਪਰ ਕਲੀਅਰ ਹੋ ਜਾਏਗਾ ਕਿ ਤੁਹਾਡੇ ਕੋਲ 2 ਅਕੋਮੋਡੇਸ਼ਨਸ ਹੈਗੀਆਂ ਨੇ ਥੱਲੇ ਸਵੀਟਸ, ਜਿਹੜੀਆਂ ਰੈਂਟਲ ਸਵੀਟਸ ਨੇ, ਉਹ ਤੁਸੀਂ ਇੰਸ਼ੋਰੈਂਸ ਵਾਈਜ਼ ਤੁਸੀਂ ਫੁੱਲੀ ਕਵਰਡ ਹੋ। ਕੱਲ ਕੋਈ ਵੀ ਕਲੇਮ ਜਾਂ ਹੋਰ ਕੁਝ ਵੀ ਇਦਾਂ ਦਾ ਹੁੰਦਾ ਤੇ ਤੁਸੀਂ ਦਿਖਾ ਸਕਦੇ ਹੋ ਕਿ ਲੁੱਕ ਆ ਮੇਰੇ ਪ੍ਰੋਪਰਟੀ ਟੈਕਸਿਸ ਹੈਗੇ ਆ, ਮੈਂ ਦੋਨੋਂ ਸਵੀਟਸ ਤੇ ਆਪਣਾ ਟੈਕਸ ਦਿੰਦਾ, ਉਹਦੇ ਤੇ ਅਬਾਊਟ $1000 ਹੋਰ ਇਹਨਾਂ ਦੇ ਪ੍ਰੋਪਰਟੀ ਟੈਕਸਿਸ ਤੇ ਐਡ ਹੋਏਗਾ। ਸੋ ਬਟ ਡੈਫੀਨਿਟਲੀ ਤੁਸੀਂ ਸਿਟੀ ਹਾਲ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਆਪਣੀ ਸੈਕਿੰਡ ਸਵੀਟ ਆ ਉਹ ਰਜਿਸਟਰ ਕਰਾ ਸਕਦੇ। ਇਨਫੈਕਟ ਐਟ ਸੇਮ ਟਾਈਮ ਹੁਣ ਆਪਾਂ ਨੂੰ ਮੌਕਾ ਮਿਲਿਆ ਕਿ ਜਿੰਨੀਆਂ ਵੀ ਬੇਸਮੈਂਟ ਸਵੀਟਸ, ਜੇ ਤੁਹਾਡੇ ਘਰ ਦੇ ਵਿੱਚ 2 ਬੇਸਮੈਂਟ ਸਵੀਟ ਹੈਗੀਆਂ, ਤੁਸੀਂ ਇਦਾਂ ਨਾ ਸੋਚੋ ਕਿ ਇੱਕ ਲੀਗਲ ਹੈਗੀ ਆ ਦੂਜੀ ਇਲੀਗਲ ਆ। ਤੁਹਾਡੇ ਕੋਲ ਅੱਜ ਓਪਰਚੁਨਿਟੀ ਹੈਗੀ ਆ, ਤੁਸੀਂ ਜਾ ਕੇ ਰਜਿਸਟਰ ਕਰਵਾ ਸਕਦੇ ਹੋ ਜਿਹੜੀ ਆਪਣੀ ਦੂਸਰੀ ਵੀ ਓਨਲੀ $1000 ਅਰਾਊਂਡ। ਮੇਰੇ ਕੋਲ ਐਗਜ਼ੈਕਟ ਨੰਬਰ ਨਹੀਂ ਹੈਗਾ। ਨਾਲੇ ਇਹਦੇ ਨਾਲ ਮਨਦੀਪ ਬੜਾ ਸੋਹਣਾ ਟੌਪਿਕ ਆ ਗਿਆ, ਕਿਉਂਕਿ ਉਹਦੇ ਨਾਲ ਇੱਕ ਤਾਂ ਸਿਰਦਰਦੀ ਨਹੀਂ ਰਹਿੰਦੀ ਵੀ ਕੋਈ ਗੁਆਂਢੀ ਫੋਨ ਚੱਕ ਕੇ ਕਰ ਦੂਗਾ, ਬਿਲਕੁਲ, ਤੇ ਫਿਰ ਤਾਂ ਬਾਈ ਲਾਅ ਆਫੀਸਰ ਜਾਣਗੇ, ਦੇ ਹੈਵ ਟੂ ਸਟਾਪ। ਹਾਂਜੀ, $1000 a year ਆ, ਨਾਲੇ ਨਾਟ ਮੰਥ। $1000 ਤੁਹਾਡੇ ਪ੍ਰੋਪਰਟੀ ਟੈਕਸਿਸ ਦੇ ਵਿੱਚ ਰਫਲੀ, ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ, ਰਫਲੀ $1000 ਤੁਹਾਡੇ ਪ੍ਰੋਪਰਟੀ ਟੈਕਸਿਸ ਦੇ ਵਿੱਚ ਐਡ ਹੋਏਗਾ। ਕੋਈ ਵੀ ਤੁਹਾਨੂੰ ਕੋਈ ਡਰ ਨਹੀਂ ਹੈ ਕਿ ਕੱਲ ਕੋਈ ਬਾਈ ਲਾਅ ਵਾਲਾ ਆ ਗਿਆ, ਸਾਡੇ 2 ਬੇਸਮੈਂਟਾਂ ਸੀਗੀਆਂ, ਜੇ ਉਹਨਾਂ ਨੇ ਇੱਕ ਕਟਵਾ ਦਿੱਤੀ। ਸੋ ਬਿਲਕੁਲ ਵੀ ਤੁਸੀਂ ਆਪ ਜਾ ਕੇ ਉੱਥੇ ਰਜਿਸਟਰ ਕਰਾਓ। ਜਿੰਨੇ ਵੀ ਤੁਹਾਡੇ ਦੇਖਣ ਵਾਲੇ, ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਤੁਸੀਂ ਸਿਟੀ ਹਾਲ ਦੇ ਵਿੱਚ ਇਹ ਆਪਸ਼ਨ ਤੁਹਾਡੇ ਕੋਲ ਅਵੇਲੇਬਲ ਹੈਗੀ ਹੈ ਕਿ ਤੁਸੀਂ ਆਪਣੀ ਜਿਹੜੀ ਸੈਕਿੰਡ ਬੇਸਮੈਂਟ ਆ ਉਹਨੂੰ ਜਾ ਕੇ ਰਜਿਸਟਰ ਕਰਾਓ। $1000 ਰਫਲੀ ਅਬਾਊਟ $1000 a year। ਹੁਣ ਤੁਸੀਂ ਦੇਖੋ ਕਿ ਆਪਣੇ ਇੱਥੇ ਬੇਸਮੈਂਟ ਸਵੀਟ ਇੰਨਾ ਰੈਂਟ ਜ਼ਿਆਦਾ ਹੋ ਗਿਆ ਕਿ $1500-1600 ਪਰ ਮੰਥ ਹੈਗਾ। ਸੋ ਇੱਕ ਮਹੀਨੇ ਦਾ ਵੀ ਰੈਂਟ ਨਹੀਂ ਹੈਗਾ ਸਾਲ ਦਾ। ਸੋ ਇਸ ਦੇ ਨਾਲ ਮੇਰੇ ਖਿਆਲ ਮਨਦੀਪ ਉਹ ਫਿਰ ਸਿਟੀ ਦੱਸੂਗੀ ਵੀ ਫਾਇਰ ਦੇ ਹਿਸਾਬ ਨਾਲ ਜੇ ਕੋਈ ਫਾਇਰ ਡੋਰ ਹੈ ਜਾਂ ਕੋਈ ਫਾਇਰ ਵਾਲ ਹੈ, ਉਹ ਤਾਂ ਛੋਟੇ ਮੋਟੇ ਬਹੁਤ ਮਾਈਨ, ਕੋਈ ਇਦਾਂ ਦਾ ਬਿਲਕੁਲ ਵੀ ਨਹੀਂ ਆ ਕਿ ਉਹ ਤੁਹਾਡੀ ਜਿਹੜੀ ਬੇਸਮੈਂਟ ਸਵੀਟ ਹੈ ਉਹਨੂੰ ਖਾਲੀ ਕਰਵਾਉਣਗੇ ਜਾਂ ਉਹਨੂੰ ਕਹਿ ਦੇਣਗੇ ਕਿ ਢਾਹ ਦਿਓ ਤੁਸੀਂ, ਜਾਂ ਉਹ ਕੋਈ ਮੇਜਰ ਮੋਡੀਫਿਕੇਸ਼ਨਸ ਕਰਵਾਉਣਗੇ। ਬਿਲਕੁਲ ਵੀ ਕੋਈ ਇਦਾਂ ਦਾ ਨਹੀਂ ਹੈਗਾ। ਬਹੁਤ ਈਜ਼ੀ ਪ੍ਰੋਸੈਸ ਹੈਗਾ, ਬਹੁਤ ਸਮੂਥ ਪ੍ਰੋਸੈਸ ਆ ਜਿਹੜੀ ਤੁਸੀਂ ਆਪਣੀ ਸੈਕਿੰਡ ਸਵੀਟ ਹੈ ਉਹਨੂੰ ਰਜਿਸਟਰ ਕਰਨ ਵਾਸਤੇ। ਆਨਲਾਈਨ ਵੀ ਕਰਵਾ ਸਕਦੇ ਹੋ, ਪਰ ਕਿਤੇ ਜੇ ਇਨ ਕੇਸ ਤੁਸੀਂ ਰਜਿਸਟਰ ਨਹੀਂ ਕਰਵਾਉਂਦੇ, ਤੁਹਾਡੀ ਕੋਈ ਕੰਪਲੇਂਟ ਹੋ ਜਾਂਦੀ ਆ, ਕੋਈ ਲੈਟਸ ਸੇ ਫਿਊਚਰ ਦੇ ਵਿੱਚ ਕੋਈ ਹੋਰ ਜ਼ਿਆਦਾ ਸਟ੍ਰਿਕਟ ਬਾਈ ਲਾਜ਼ ਆ ਗਏ ਜਿੱਥੇ ਯੂ ਨੈਵਰ ਨੋ ਕਿਵੇਂ ਦੇ ਟ੍ਰੈਂਡ ਕਿੱਦਾਂ ਚੱਲਣਾ। ਹੁਣ ਜਿੱਦਾਂ ਸਾਨੂੰ ਇਸ ਵਾਰੀ ਮਜਬੂਰ ਹੋਣਾ ਪਿਆ ਕਿ ਇੱਕ ਥੋੜੇ ਸਟ੍ਰਿਕਟ ਬਾਈ ਲਾਜ਼ ਲੈ ਕੇ ਤਾਂ ਕਿ ਇਹਨੂੰ ਰੋਕੀਏ। ਸੋ ਫਿਊਚਰ ਦੇ ਵਿੱਚ ਕੀ ਹੋਣਾ, ਅੱਜ ਇਹ ਆਪਸ਼ਨ ਸਾਰਿਆਂ ਕੋਲ ਅਵੇਲੇਬਲ ਹੈਗੀ ਕਿ ਆਪਣੀ ਜਿਹੜੀ ਸੈਕਿੰਡ ਬੇਸਮੈਂਟ ਆ ਉਹਨੂੰ ਰਜਿਸਟਰ ਕਰਾ ਸਕਦੇ ਤੁਸੀਂ, ਤੇ ਉਹ ਜ਼ਰੂਰ ਕਰਵਾਉਣਾ ਚਾਹੀਦਾ। ਹਾਂਜੀ, ਥੈਂਕ ਯੂ। ਐਂਡ ਮੇਰੇ ਇਹਦੇ ਨਾਲ ਹੀ ਮਿਲਦਾ ਜੁਲਦਾ ਇਜ਼ ਲਿਮਿਟ ਇਜ਼ 2 ਜੀ, ਲਿਮਿਟ ਇਜ਼ 2, ਦੈਟਸ ਮੈਕਸਿਮਮ। ਹਾਂਜੀ, ਇਹ ਨਾ ਹੋਵੇ ਕੱਲ ਨੂੰ ਤੀਜੀ ਬਣਾ ਲੈਣ ਤੇ ਉਹ ਫਿਰ ਪੇਪਰ ਲੈ ਕੇ ਚੱਲ ਜਾਣ। ਸੋ ਇਟਸ ਵੈਰੀ ਗੁੱਡ ਟੂ ਨੋ। ਅਨਦਰ ਕਾਲਰ। ਹਾਂਜੀ ਕਾਲਰ, ਤੁਸੀਂ ਲਾਈਨ ਤੇ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਮੰਗਦੀ ਹਾਂ, ਜਿਹੜਾ ਬੇਸਮੈਂਟ ਵਾਲਾ ਦੱਸਦੇ ਆ ਤੇ ਜਿਨ੍ਹਾਂ ਦੇ ਘਰ ਪਹਿਲਾਂ ਦੇ ਬਣੇ ਉਹਨਾਂ ਦੇ ਜੇ ਬੇਸਮੈਂਟ ਕੋਈ ਵੀ ਨਹੀਂ ਚੜਾਈ ਨਾ ਬਣਾਈ ਆ, ਤੇ ਉਹਦਾ ਫਿਰ ਟੈਕਸ ਦਾ ਕੁਝ ਫਰਕ ਹੁੰਦਾ ਆ? ਟੈਕਸ ਦੇ ਬਾਰੇ ਜੀ ਹਾਂਜੀ ਸੁਣੋ ਜੀ ਇਹਨਾਂ ਨੂੰ। ਜੀ ਉਹ ਤੇ ਰੈਗੂਲਰ ਜੋ ਪ੍ਰੋਪਰਟੀ ਟੈਕਸਿਸ, ਜਿੱਦਾਂ ਹੁਣ ਸਿਟੀ ਆਫ ਸਰੀ ਦੇ ਵਿੱਚ ਆਪਣੇ 2.99% ਹੈਗਾ। ਅਸੀਂ ਸਿਟੀ ਆਫ ਸਰੀ ਰੀਜਨ ਦੇ ਵਿੱਚ ਆਪਣੀ ਇਸ ਲੋਅਰ ਮੇਨਲੈਂਡ ਦੀ ਰੀਜਨ ਦੇ ਵਿੱਚ ਥੱਲਿਓਂ ਚੌਥੇ ਨੰਬਰ ਤੇ ਆ ਜਿਹੜੇ ਟੈਕਸਿਸ ਦੇ ਵਿੱਚ। ਨਹੀਂ, ਇਹਨਾਂ ਦਾ ਕੁਐਸਚਨ ਇਹ ਡੈਫੀਨਿਟਲੀ ਮੈਂ ਉੱਥੇ ਆ ਰਿਹਾ। ਜਿਹੜੇ ਤੁਹਾਡੇ, ਜੇ ਤੁਸੀਂ ਸੈਕੰਡਰੀ ਸਵੀਟ ਨਹੀਂ ਰਜਿਸਟਰ ਕਰਾਈ ਪਰ ਤੁਹਾਡੇ ਹੈਗੀ ਆ, ਜਾਂ ਤੁਹਾਡੇ ਲੀਗਲ ਬੇਸਮੈਂਟ ਹੈ, ਤੁਸੀਂ ਉਹ ਰੈਂਟ ਤੇ ਚੜਾਈ ਜਾਂ ਨਹੀਂ ਚੜਾਈ, ਤੁਹਾਡੇ ਤੇ ਸਟਿਲ ਉਹ ਜਿਹੜੀ ਸਵੀਟ ਤੇ ਟੈਕਸਿਸ ਹੈਗੇ ਆ, ਡੈਫੀਨਿਟਲੀ ਉਹ ਪ੍ਰੋਪਰਟੀ ਟੈਕਸਿਸ ਦੇ ਵਿੱਚ। ਪਰ ਜੇ ਬਣਾਈ ਨਹੀਂ ਤਾਂ ਹੈ ਹੀ ਨਹੀਂ ਜੀ, ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਚੜਾਈ ਨਹੀਂ, ਕੋਈ ਸੈਪਰੇਟ ਬੇਸਮੈਂਟ ਸਵੀਟ ਟੈਕਸ ਨਹੀਂ, ਬਿਲਕੁਲ ਵੀ ਹੈਗਾ। ਹਾਂਜੀ, ਕੀ ਕਹਿ ਰਹੇ ਸੀ ਭੈਣ ਜੀ? ਮੈਂ ਭਾਜੀ ਕਹਿ ਰਹੀ ਸੀ ਕਿ ਵੀ ਜਿਹੜਾ ਟੈਕਸ ਜਿੱਦਾਂ ਹੁਣ ਘਰਾਂ ਦਾ ਦੱਸਦੇ ਨਾ ਵੀ ਪਹਿਲੀ ਸਵੀਟ ਤੇ ਵੀ ਟੈਕਸ ਵੀ ਘਰ ਦੇ ਨਾਲ ਹੀ ਇਨਕਲੂਡ ਆ ਨਾ ਜੀ, ਤੇ ਜਿਹੜੀ ਸੈਕੰਡ ਆ ਵੀ ਉਹਦਾ ਨਾਲ ਹੋਰ ਐਡ ਕਰਨਾ,
ਤੇ ਪਰ ਸਾਡਾ ਘਰ ਹੈਗਾ ਆ ਉੱਥੇ ਪੇਪਰਾਂ ਵਿੱਚ ਆਈ ਥਿੰਕਸ ਮੇਬੀ ਅਸੀਂ ਬਾਏ ਕੀਤਾ 6 ਸਾਲ ਹੋ ਗਏ ਆ, ਉਹਦੇ ਵਿੱਚ ਬੇਸਮੈਂਟ ਉਹਨਾਂ ਨੇ ਬਣਾਈ ਨਹੀਂ, ਪੇਪਰਾਂ ਵਿੱਚ ਪਾਸ ਆ ਲੱਗਦੀ ਵਿੱਚ ਹੈਗੀ ਆ ਪਰ ਥੱਲੇ ਬਣਾਈ ਨਹੀਂ, ਤੇ ਫਿਰ ਉਹਦਾ ਟੈਕਸ ਦਾ ਫਰਕ ਉਹਨਾਂ ਹੋਊਗਾ। ਨਹੀਂ, ਜਿਹੜੀ ਤੁਹਾਡੇ ਕੋਲ ਪਹਿਲੇ ਦੀ ਗੱਲ, ਕੋਈ ਬੇਸਮੈਂਟ ਤੇ ਕੋਈ ਟੈਕਸ ਨਹੀਂ ਹੈਗਾ। ਉਹ ਟੈਕਸ ਉਦੋਂ ਹੀ ਲੱਗਦਾ ਜਦੋਂ ਤੁਸੀਂ ਦੂਸਰੀ ਬੇਸਮੈਂਟ ਰਜਿਸਟਰ ਕਰਦੇ ਹੋ। ਜੇ ਤੁਹਾਡੇ ਕੋਲ ਇੱਕ ਹੈਗੀ ਆ ਜਾਂ ਤੁਸੀਂ ਉਹ ਨਹੀਂ ਬਣਾਈ, ਹਾਂਜੀ, ਉਹ ਤੇ ਪਾਰਟ ਆਫ ਪ੍ਰਾਪਰਟੀ ਟੈਕਸ ਦੇ ਵਿੱਚ ਹੀ ਹੈਗੀ ਆ। ਉਹਦਾ ਕੋਈ ਸੈਪਰੇਟ ਹਾਂਜੀ ਉਹਦਾ ਕੋਈ ਬਣਾਈ ਨਹੀਂ, ਅਸੀਂ ਘਰ ਬਾਏ ਜਿਹੜੇ ਚੋਂ ਪਤਾ ਕਰਨਾ ਪਊਗਾ ਐਡਰੈਸ ਦੇ ਕੇ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਸਾਰਾ ਡਿਟੇਲ ਇਨਫੋਰਮੇਸ਼ਨ ਤੁਹਾਡੇ ਘਰ ਦੀ ਕਢਵਾ ਕੇ ਦੇ ਸਕਦਾ, ਪਰ ਉਹਦਾ ਕੋਈ ਤੁਹਾਨੂੰ ਸੈਪਰੇਟ ਟੈਕਸ ਨਹੀਂ ਪੇ ਤੁਸੀਂ ਕਰ ਰਹੇ ਇਸ ਟਾਈਮ, ਕਿਉਂਕਿ ਇਹ ਅਸੀਂ ਜਿਹੜੇ ਟੈਕਸ ਦੀ ਗੱਲ ਕਰ ਰਹੇ ਹਾਂ, ਜਿਹੜੀ ਸੈਕਿੰਡ ਸੂਈਟ ਰਜਿਸਟਰ ਕਰਾਉਣੀ ਆ ਉਹਦਾ ਟੈਕਸ ਜਿਹੜਾ ਐਡ ਹੁੰਦਾ ਆ। ਜੇ ਤੁਸੀਂ ਕਹੋ ਤੁਸੀਂ ਉਹ ਬਿਲਕੁਲ ਬਣਾਈ ਨਹੀਂ ਆ, ਤੁਸੀਂ ਕੋਈ ਵੀ ਟੈਕਸਿਸ ਜਿਹੜਾ ਇਸ ਟਾਈਮ ਤੁਹਾਨੂੰ ਉਹ ਚਾਰਜ ਨਹੀਂ ਕਰ ਰਹੇ ਬਿਲਕੁਲ ਵੀ। ਸੋ ਆਪਣੇ ਥੈਂਕ ਯੂ ਕਾਲਰ, ਤੁਸੀਂ ਸੋ ਕਹਿ ਰਹੇ ਕਿ ਜਿਹੜੀ ਇੱਕ ਲੀਗਲ ਸੂਈਟ ਹੈ ਜੀ ਉਹ ਟੈਕਸ ਦੇ ਵਿੱਚ ਇਨਕਲੂਡਡ ਹੈ, ਉਹ ਇਨਕਲੂਡਡ ਹੈ ਟੈਕਸ ਦੇ ਵਿੱਚ। ਤੇ ਜੇ ਸੈਕਿੰਡ ਕੋਈ ਬਣਾਉਂਦਾ ਦੈਨ ਓਨਲੀ ਸੈਕਿੰਡ ਬਣਾ ਕੇ ਰਜਿਸਟਰ ਕਰਵਾਉਂਦੇ ਹੋ, ਫਿਰ ਉਹ ਐਕਸਟਰਾ ਜਿਹੜਾ $1000 ਆ ਉਹ ਔਨ ਟਾਪ ਆਫ ਜਾਂਦਾ। ਜਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਨੇ ਬੇਸਮੈਂਟ ਬਣਾਈ ਨਹੀਂ ਹੋਈ, ਜਸਟ ਇੱਕ ਹੀ ਆ, ਪਰ ਉਹ ਟੈਕਸ ਦੇ ਵਿੱਚ ਇਨਕਲੂਡਡ ਹੀ ਹੈਗੀ। ਉਹ ਪ੍ਰਾਪਰਟੀ ਦਾ ਜੋ ਟੈਕਸ ਹੈ, ਨਾਰਮਲ ਟੈਕਸ ਆ, ਉਹ ਹੀ ਚਾਰਜ ਹੋ ਰਿਹਾ ਇਹਨਾਂ ਨੂੰ ਕੋਈ ਐਡੀਸ਼ਨਲ ਟੈਕਸ ਨਹੀਂ ਚਾਰਜ ਹੋ ਰਿਹਾ। ਸੋ ਆਪਣੀ ਗੱਲ ਚੱਲ ਰਹੀ ਸੀ ਕਿ ਜਿਹੜੇ ਇਲੀਗਲ ਕੰਸਟਰਕਸ਼ਨ ਹੈਗੀ ਹੈ ਜਾਂ ਬਿਨਾਂ ਪਰਮਿਟ ਤੋਂ ਜਿਹੜੀ ਬਣਾਈ ਜਾ ਰਹੀ ਹੈ, ਸੋ ਇਹ ਮੁੱਦੇ ਮੇਰੇ ਖਿਆਲ ਬੀਇੰਗ ਏ ਸਾਊਥ ਏਸ਼ੀਅਨ ਤੁਸੀਂ ਕਾਉਂਸਲਰ ਕਰਕੇ ਤੁਹਾਨੂੰ ਮੇਰੇ ਖਿਆਲ ਰੋਜ਼ ਕੋਈ ਨਾ ਕੋਈ ਮੈਸੇਜ ਜਾਂ ਫੋਨ ਆਉਂਦਾ ਹੋਣਾ, ਬਣਾ ਲਈ ਉਹਨਾਂ ਨੇ ਪਹਿਲਾਂ ਜੀ। ਇਹਦੇ ਬਾਰੇ ਤੁਸੀਂ ਦੱਸੋ ਵੀ ਵਾਈ ਡੋਂਟ ਪੀਪਲ ਵੀ ਪਹਿਲਾਂ ਪਰਮਿਟ ਲੈ ਕੇ ਹੀ ਬਣਾਉਣ। ਦੇਖੋ, ਮੈਂ ਇੱਕ ਗੱਲ ਬਹੁਤ ਕਲੀਅਰ ਜਿਹੜੀ ਕਰਨਾ ਚਾਹੁੰਦਾ ਟੀਵੀ ਤੇ, ਕਿਉਂਕਿ ਇੱਕ ਮੈਨੂੰ ਜਿਹੜੀ ਜਦੋਂ ਵੀ ਫੋਨ ਕਾਲ ਕੋਈ ਆਉਂਦਾ ਕਿ ਬੇਸਮੈਂਟ ਸਵੀਟ ਨੂੰ ਲੈ ਕੇ, ਚਾਹੇ ਇਲੀਗਲ ਜਾਂ ਅਨਪਰਮਿਟਡ ਜਿਹੜੀ ਕੰਸਟਰਕਸ਼ਨ ਨੂੰ ਲੈ ਕੇ, ਉਹ ਸਭ ਤੋਂ ਵੱਡੀ ਜਸਟੀਫਿਕੇਸ਼ਨ ਇਹ ਹੁੰਦੀ ਕਿ ਇਹ ਅਸੀਂ ਨਹੀਂ ਬਣਾਇਆ, ਇਹ ਪਹਿਲੇ ਹੀ ਬਣਿਆ ਸੀ, ਰਾਈਟ। ਜੇ ਤੁਸੀਂ ਆਪਣਾ ਰੀਅਲ ਸਟੇਟ ਦਾ ਕੰਟਰੈਕਟ ਦੇਖੋਗੇ, ਉਹਦੇ ਵਿੱਚ ਕਲੀਅਰਲੀ ਲਿਖਿਆ ਕਿ ਘਰ ਦੇ ਵਿੱਚ ਜੋ ਵੀ ਬਣਿਆ ਆ ਉਹ ਤੁਸੀਂ ਵਿਊ ਕੀਤਾ ਹੈ, ਘਰ ਨੂੰ ਉਹ ਤੁਸੀਂ ਅਪਰੂਵ ਕੀਤਾ ਤੇ ਤੁਸੀਂ ਉਹ ਪਰਚੇਸ ਕਰ ਰਹੇ ਹੋ। ਸੋ ਉਹ ਪੁਰਾਣੇ ਓਨਰ ਉਹ ਤੁਹਾਨੂੰ ਵੇਚ ਰਹੇ ਨੇ, ਰਾਈਟ। ਸੋ ਇਹਦਾ ਡਿਸਕਲੋਜ਼ਰ ਹੁੰਦਾ, ਉਹ ਡਿਸਕਲੋਜ਼ ਕੀਤਾ ਹੋਇਆ ਆਲਰੇਡੀ, ਤੁਹਾਨੂੰ ਪਤਾ ਸੀ ਕਿ ਇੱਥੇ ਜਿਹੜੀ ਕੰਸਟਰਕਸ਼ਨ ਆ ਇਹ ਇਲੀਗਲ ਜਾਂ ਵਿਦਆਊਟ ਪਰਮਿਟਸ ਹੋਈ ਆ, ਤੇ ਅਸੀਂ ਯੈਸ ਇਹਨੂੰ ਅਪਰੂਵ ਕਰਦੇ ਆ ਤੇ ਅਸੀਂ ਇਹਨੂੰ ਬਾਈ ਕਰਦੇ ਆ। ਤੁਸੀਂ ਉਹਨੂੰ ਅਪਰੂਵ ਕਰਕੇ ਹੀ ਉਹਨੂੰ ਬਾਈ ਕੀਤਾ ਆ, ਤੁਹਾਨੂੰ ਡਿਸਕਲੋਜ਼ ਕੀਤਾ ਆ ਤੁਹਾਡੇ ਰੀਅਲਟਰ ਨੇ। ਸੋ ਤੁਸੀਂ ਆਪਾਂ ਇਹ ਬਿਲਕੁਲ ਵੀ ਇਹ ਫਰੇਜ਼ ਨਹੀਂ ਯੂਜ਼ ਕਰ ਸਕਦੇ ਕਿ ਇਹ ਪਿਛਲੇ ਓਨਰ ਨੇ ਬਣਾਇਆ ਸੀ, ਅਸੀਂ ਨਹੀਂ ਬਣਾਇਆ, ਇਸ ਲਈ ਫਾਈਨ ਸਾਨੂੰ ਨਹੀਂ ਹੋਣਾ ਚਾਹੀਦਾ। ਤੁਸੀਂ ਉਹ ਰਿਸਪੌਂਸਿਬਿਲਿਟੀ ਜਿਹੜੀ ਕੈਰੀ ਕਰਦੇ ਹੋ ਜਦੋਂ ਤੁਸੀਂ ਕੰਟਰੈਕਟ ਲਿਖਦੇ ਹੋ ਕਿ ਯੈਸ ਜੋ ਵੀ ਇੱਥੇ ਹੋਇਆ ਅੱਜ ਤੱਕ ਉਹ ਸਾਰਾ ਅੱਗੇ ਤੋਂ ਰਿਸਪੌਂਸਿਬਿਲਿਟੀ ਮੇਰੀ ਆ। ਪੁਰਾਣਾ ਓਨਰ ਸਾਈਨ ਆਫ ਕਰਕੇ ਵਾਕ ਅਵੇ ਕਰ ਜਾਂਦਾ, ਕਿਉਂਕਿ ਪੁਰਾਣੇ ਉਹਨਾਂ ਨੂੰ ਲੱਭਣਾ ਵੀ ਕੋਈ ਸੌਖਾ ਨਹੀਂ, ਜਿਹਨੇ ਘਰ ਵੇਚ ਕੇ ਚਲਾ ਗਿਆ ਉਹ ਪੋਸੀਬਲ ਨਹੀਂ ਹੈਗਾ। ਸੋ ਜਿਹੜੇ ਕੰਟਰੈਕਟ ਹੈਗੇ ਰੀਅਲ ਸਟੇਟ ਦੇ, ਉਹ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਫਰੇਜ਼ ਜਿਹੜੇ ਆ ਲਿਖੇ ਹੋਏ ਨੇ। ਸੋ ਉਹ ਜੋ ਪੁਰਾਣਾ ਵੀ ਹੋਇਆ ਉਹ ਰਿਸਪੌਂਸਿਬਿਲਿਟੀ, ਚਾਹੇ ਉਹ 5 ਸਾਲ ਪਹਿਲਾਂ ਸੀ, ਤੁਸੀਂ ਘਰ ਪਿਛਲੇ ਮਹੀਨੇ ਲਿਆ, ਰਿਸਪੌਂਸਿਬਿਲਿਟੀ ਉਹ ਸਾਰੀ ਤੁਹਾਡੀ ਹੈ। ਸੋ ਬਿਨਾਂ ਪਰਮਿਟ ਤੋਂ ਆਪਣੀ ਫੇਰ ਗੱਲ ਚੱਲੀ ਸੀਗੀ, ਬਿਨਾਂ ਪਰਮਿਟ ਤੋਂ ਕਿਸੇ ਨੇ ਕੋਈ ਐਕਸਟੈਂਸ਼ਨ ਜਾਂ ਕੁਝ ਬਣਾ ਲਿਆ ਜੀ ਤੇ ਉਹ ਰਿਪੋਰਟ ਹੋ ਗਿਆ ਜੀ, ਉਹਦਾ ਫਿਰ ਕੀ ਸੋਲੂਸ਼ਨ ਹੈਗਾ? ਓਕੇ, ਉਹਦੇ ਦੋ ਸੋਲੂਸ਼ਨਸ ਹੈਗੇ ਆ। ਜਿਹੜੀ ਤੇ ਇਲੀਗਲ ਕੰਸਟਰਕਸ਼ਨ ਹੈਗੀ ਆ, ਚਾਹੇ ਉਹ ਪ੍ਰਾਪਰਟੀ ਲਾਈਨ ਤੇ ਬਹੁਤ ਜ਼ਿਆਦਾ ਕਲੋਜ਼ ਹੈਗੀ ਆ, ਚਾਹੇ ਉਹਦੇ ਵਿੱਚ ਫਾਇਰ ਹੈਜ਼ਰਡਸ ਹੈਗੇ ਆ, ਪ੍ਰੋਪਰ ਫਾਇਰ ਐਗਜ਼ਿਟਸ ਨਹੀਂ ਹੈਗੇ, ਉਹ ਤੇ ਚਾਹੇ ਘਰ ਦੇ ਜਿਹੜੇ ਮੈਕਸਿਮਮ ਸਕੁਅਰ ਫੀਟ ਸੀ ਉਹ ਪਹਿਲੇ ਘਰ ਜਦੋਂ ਬਣਾਇਆ ਉਦੋਂ ਯੂਜ਼ ਕਰ ਲਏ, ਉਹ ਘਰ ਬਣਾ ਕੇ ਪਾਸ ਕਰਾ ਕੇ ਆਪਾਂ ਹੋਰ ਸਕੁਅਰ ਫੀਟ ਐਡ ਕਰ ਦਿੱਤੇ, ਚਾਹੇ ਉਹ 100 200 500 ਜਾਂ 1000। ਹੁਣ ਅੱਜ ਕੱਲ੍ਹ ਤੇ ਹੋ ਰਿਹਾ ਕਿ 2000 2500 ਸਕੁਅਰ ਫੀਟ ਵੀ ਹੋਰ ਐਡ ਕੀਤੇ ਜਾਂਦੇ ਨੇ, ਰਾਈਟ। ਜਿਸ ਕਰਕੇ ਇਹ ਸਾਰਾ ਕੁਝ ਨਵੇਂ ਬਾਇਲਾਸ ਲੈ ਕੇ ਆਉਣੇ ਪਏ। ਸੋ ਉਹ ਤੇ ਕੰਪਲਾਇੰਸ ਇਲੀਗਲ ਕੰਸਟਰਕਸ਼ਨ ਹੋ ਗਈ। ਉਹ ਤੇ ਬਿਲਕੁਲ ਵੀ ਉਹਦਾ ਕੋਈ ਹੱਲ ਨਹੀਂ ਹੈਗਾ। ਉਹਦਾ ਇੱਕੋ ਇੱਕ ਹੱਲ ਆ ਕਿ ਸਿਟੀ ਤੁਹਾਨੂੰ ਕੋਰਟ ਦੇ ਵਿੱਚ ਲਿਜਾ ਕੇ ਉਹਦਾ ਡੈਮੋਲੇਸ਼ਨ ਦਾ ਕੋਰਟ ਤੋਂ ਜਿਹੜੀ ਆ ਲੈ ਕੇ ਪਰਮਿਸ਼ਨ, ਤੇ ਉਹ ਡਿਮੋਲਿਸ਼ ਜਿਹੜਾ ਉਹ ਸਟਰਕਚਰ ਜਿਹੜਾ ਉਹ ਕਰਨਾ ਪਏਗਾ। ਜਿਹੜੀ ਅਨਪਰਮਿਟਡ ਕੰਸਟਰਕਸ਼ਨ ਜੇ ਤੁਸੀਂ ਕੀਤੀ ਆ ਕਿ ਯੈਸ ਘਰ ਦੇ ਵਿੱਚ ਤੁਹਾਡਾ ਘਰ 3500 ਸਕੁਅਰ ਫੀਟ ਤੱਕ ਤੁਸੀਂ ਲੋਟ 'ਚ ਬਣਾ ਸਕਦੇ ਹੋ, ਪਰ ਤੁਹਾਡਾ ਘਰ ਪਹਿਲਾ ਜਿਹੜਾ ਆ ਓਨਲੀ 2000 ਜਾਂ 2500 ਬਣਿਆ, ਤੁਹਾਡੇ ਕੋਲ 1000 ਸਕੁਅਰ ਫੀਟ ਦਾ ਹਜੇ ਰੂਮ ਹੈਗਾ ਵਿੱਚ,
ਉਹ ਜਿਹੜੀ ਪਰ ਤੁਸੀਂ ਵਿਦਆਊਟ ਪਰਮਿਟਸ ਉਹਦਾ ਵੇ ਆਊਟ ਹੈਗਾ ਆ। ਉਹਦਾ ਤੁਸੀਂ ਆਪਣੇ ਪਲਾਨ ਬਣਾ ਕੇ ਇੰਜੀਨੀਅਰ ਹਾਇਰ ਕਰਕੇ ਤੁਸੀਂ ਉਹ ਇੰਜੀਨੀਅਰ ਕਰਵਾ ਕੇ ਪਲਾਨ ਜੇ ਤੁਸੀਂ ਸਿਟੀ ਦੇ ਵਿੱਚ ਦਓਗੇ, ਉਹ ਸਿਟੀ ਦੇ ਵਿੱਚ ਡ੍ਰੌਪ ਕਰੋਗੇ, ਉਹਦਾ ਪਰਮਿਟ ਲੈ ਕੇ ਉਹਦੀਆਂ ਪ੍ਰੋਪਰ ਇੰਸਪੈਕਸ਼ਨਸ ਕਰਾ ਕੇ ਉਹ ਤੁਸੀਂ ਕੰਪਲਾਇੰਸ ਦੇ ਵਿੱਚ ਆ ਜਾਂਦੇ ਹੋ। ਉਹ ਜਿਹੜੀ ਤੁਹਾਡੀ ਕੰਸਟਰਕਸ਼ਨ ਆ ਉਹ ਲੀਗਲ ਹੋ ਸਕਦੀ ਆ। ਪਰ ਇਹ ਜਿਹੜੀ ਅਨਪਰਮਿਟਡ ਕੰਸਟਰਕਸ਼ਨ ਉਹ ਲੀਗਲ, ਪਰ ਜਿਹੜੀ ਇਲੀਗਲ ਕੰਸਟਰਕਸ਼ਨ ਆ ਚਾਹੇ ਉਹ ਆਪਾਂ ਸਕੁਅਰ ਫੀਟ ਜਿੰਨੇ ਮੈਕਸਿਮਮ ਅਲਾਊਡ ਆ ਉਸ ਤੋਂ ਅੱਗੇ ਚਲੇ ਗਏ, ਚਾਹੇ ਪ੍ਰੋਪਰਟੀ ਲਾਈਨਸ ਦੇ ਟੂ ਕਲੋਜ਼ ਚਲੇ ਗਏ, ਚਾਹੇ ਹਾਈਟ ਜ਼ਿਆਦਾ ਵਧਾ ਲਈ ਆ, ਉਹਦਾ ਡੈਮੋਲੀਸ਼ਨ ਤੋਂ ਬਿਨਾਂ ਕੋਈ ਉਹਦਾ ਸੋਲੂਸ਼ਨ ਨਹੀਂ। ਸੋ ਸਾਡੀ ਗੱਲ ਚੱਲ ਰਹੀ ਹੈ ਸਿਟੀ ਅਫਸਰ ਕਾਉਂਸਲਰ ਮਨਦੀਪ ਨਾਗਰਾ ਨਾਲ। ਆਪਣੇ ਸਾਡੇ ਕੋਲ 5 ਮਿੰਟ ਬਾਕੀ ਰਹਿ ਗਏ ਆ, ਅਸੀਂ 1-2 ਕਾਲਾਂ ਹੋਰ ਲੈ ਸਕਦੇ ਹਾਂ। ਤੁਸੀਂ ਕਾਲ ਕਰਕੇ ਇਹਨਾਂ ਨੂੰ ਡਾਇਰੈਕਟ ਕੁਐਸਚਨ ਪੁੱਛ ਸਕਦੇ ਆ। ਸੋ ਮਨਦੀਪ, ਤੁਹਾਨੂੰ ਪਤਾ ਹੀ ਘੰਟਾ ਕਿੰਨਾ ਫਾਸਟ ਜਾਂਦਾ ਹੈ ਤੇ ਆਪਣੇ ਮੁੱਦੇ ਹੋਰ ਵੀ ਕਾਫੀ ਹੈ ਤੇ ਥੈਂਕ ਯੂ, ਤੁਸੀਂ ਆਉਂਦੇ ਰਹਿੰਦੇ ਹੋ ਮੇਰੇ ਸ਼ੋਅ ਤੇ। ਪਰ ਇਹਦੇ ਨਾਲ ਹੁਣ ਇਲੈਕਸ਼ਨ ਦਾ ਜਿਹੜਾ ਆ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਇਹ ਡੈਮੋਕ੍ਰੈਟਿਕ ਪ੍ਰੋਸੈਸ ਹੈ ਤੇ ਮੇਅਰ ਮੈਕਲਮ ਨੇ ਤੁਹਾਡੀ ਜਿਹੜੀ ਟੀਮ ਹੈਗੀ ਹੈ ਉਹਨਾਂ ਨੇ ਮੈਨੂੰ ਲਾਸਟ ਇੰਟਰਵਿਊ 'ਚ ਕਲੀਅਰਲੀ ਕਿਹਾ ਸੀ ਹੀ ਇਜ਼ ਰਨਿੰਗ ਅਗੇਨ ਐਂਡ ਵਾਈ ਡੋਂਟ ਵੀ ਸਟਾਰਟ ਦੇਅਰ, ਆਰ ਯੂ ਗਾਇਜ਼ ਦ ਸੇਮ ਟੀਮ ਵਿਦ ਦ ਸੇਮ ਨੇਮ ਰਨਿੰਗ ਅਗੇਨ? ਡੈਫੀਨਿਟਲੀ ਅਸੀਂ ਸਾਡੇ ਪਿਛਲੀ ਵਾਰੀ ਜਿਹੜੀ ਟੀਮ ਸੀ ਉਹ ਤੁਹਾਨੂੰ ਪਤਾ ਕਿ ਥੋੜੇ ਕਾਉਂਸਲ ਮੈਂਬਰ ਹੈਗੇ ਸੀਗੇ ਛੱਡ ਕੇ ਚਲੇ ਗਏ। ਹਾਂਜੀ, ਸੋ ਪਰ ਜਿਹੜੀ ਸਾਡੀ ਟੀਮ ਐਗਜ਼ਿਸਟਿੰਗ ਟੀਮ ਹੈਗੀ ਆ ਮੇਅਰ ਮੈਕਲਮ ਦੀ ਲੀਡਰਸ਼ਿਪ ਦੇ ਨਾਲ ਉਹ ਡੈਫੀਨਿਟਲੀ ਦੁਬਾਰਾ ਫਿਰ ਸਾਰੀ ਟੀਮ ਰਨ ਕਰ ਰਹੀ ਆ। ਸਾਰੇ ਸਾਡੇ 4 ਕਾਉਂਸਲਰਸ ਤੇ ਮੇਅਰ ਮੈਕਲਮ ਅਸੀਂ ਦੁਬਾਰਾ ਰਨ ਕਰ ਰਹੇ ਹਾਂ। ਜਿੰਨੇ ਕਿ ਅਸੀਂ ਇੱਥੇ ਤੁਹਾਡੇ ਸ਼ੋਅ 'ਤੇ ਵੀ ਜਾਂ ਹੋਰ ਕਿਤੇ ਸਟੇਟਮੈਂਟਸ ਦਿੱਤੀਆਂ ਸੀਗੀਆਂ ਕਿ ਅਸੀਂ ਆਹ ਕੰਮ ਕਰਾਂਗੇ, ਅਸੀਂ ਡੈਫੀਨਿਟਲੀ ਉਹ ਕੰਮਾਂ 'ਤੇ ਕੰਮ ਸ਼ੁਰੂ ਕੀਤਾ ਕਿਉਂਕਿ ਕਈ ਫਾਈਲਸ ਕਈ ਪ੍ਰੋਜੈਕਟ ਐਡੇ ਵੱਡੇ ਹੁੰਦੇ ਨੇ ਕਿ ਉਹਨਾਂ ਨੂੰ ਸਾਲ ਜਾਂ 2 ਸਾਲ ਨਹੀਂ, ਉਹਨਾਂ ਨੂੰ ਥੋੜਾ ਲੰਮਾ ਜ਼ਿਆਦਾ ਟਾਈਮ ਚਾਹੀਦਾ। ਜਿੱਦਾਂ ਪੁਲਿਸਿੰਗ ਹੈਗੀ ਆ, ਇੱਕ ਹਿਸਟੋਰਿਕ ਮੂਵਮੈਂਟ ਆ, ਸਕਾਈ ਟ੍ਰੇਨ ਹੈਗੀ ਆ, ਇੱਕ ਬਹੁਤ ਵੱਡਾ ਪ੍ਰੋਜੈਕਟ ਹੈਗਾ, ਓਵਰ $2 ਬਿਲੀਅਨ ਦਾ ਜਿਹੜਾ ਪ੍ਰੋਜੈਕਟ ਹੈਗਾ ਆ। ਸੋ ਇੱਦਾਂ ਦੇ ਜਿਹੜੇ ਪ੍ਰੋਜੈਕਟਸ ਇਹਨਾਂ ਨੂੰ ਟਾਈਮ ਲੱਗਦੇ। ਸਕਾਈ ਟ੍ਰੇਨ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਐਕਚੁਅਲ ਕਿਉਂਕਿ ਆਪਾਂ ਨੂੰ ਹੁੰਦਾ ਕਿ ਐਕਚੁਅਲ ਅਸੀਂ ਤੇ ਫਰੇਜ਼ਰ ਹਾਈਵੇ ਤੇ ਲੰਘੇ ਸੀ, ਅਸੀਂ ਤੇ ਕੁਝ ਦੇਖਿਆ ਨਹੀਂ। ਸੋ ਬਿਹਾਈਂਡ ਦਾ ਸੀਨ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਤੇ ਉਹਦੇ ਤੇ ਬਹੁਤ ਸਪੀਡ ਨਾਲ ਤੇ ਬਹੁਤ ਚੰਗੀ ਤਰ੍ਹਾਂ ਉਹਦੇ 'ਤੇ ਜਿਹੜਾ ਕੰਮ ਚੱਲ ਰਿਹਾ। ਜਲਦੀ ਜਿਹੜੀ ਕੰਸਟਰਕਸ਼ਨ ਹੈ ਉਹ ਵੀ ਸਟਾਰਟ ਹੋ ਜਾਏਗੀ। ਸੋ ਜਿੰਨੀਆਂ ਕਿ ਅਸੀਂ ਪਿਛਲੇ 2018 ਦੇ ਵਿੱਚ ਅੱਜ ਵੀ ਕਲੀਅਰਲੀ ਮੈਨੂੰ ਯਾਦ ਆ ਮੇਰੇ ਆਫਿਸ ਦੇ ਵਾਲ 'ਤੇ ਲਿਸਟ ਬਣਾਈ ਹੋਈ ਆ। ਸੋ ਫਾਰ ਜਿੰਨੀਆਂ ਗੱਲਾਂ ਕੀਤੀਆਂ ਸੀ ਵਿਦ ਗੋਡਸ ਬਲੈਸਿੰਗ ਅਸੀਂ ਮੈਨੂੰ ਲੱਗਦਾ ਉਹਨਾਂ ਨੂੰ ਚਾਹੇ ਕਰ ਲਿਆ, ਚਾਹੇ ਟੱਚ ਕੀਤਾ, ਚਾਹੇ ਇਨ ਪ੍ਰੋਗਰੈਸ ਹੈਗੀਆਂ ਚੱਲ ਰਹੀਆਂ। ਹਾਂਜੀ ਕਾਲਰ ਲਾਸਟ ਕਾਲ। ਹਾਂਜੀ ਹੈਲੋ। ਹਾਂਜੀ ਇਹੀ ਪੁੱਛਿਆ ਸੀ ਡਰਾਈਵੇ ਵਧਾਉਣ ਨੂੰ ਪਰਮਿਟ ਚਾਹੀਦਾ ਹੁੰਦਾ? ਕਾਹਦੇ ਲਈ ਜੀ? ਡਰਾਈਵੇ ਜੋ ਐਕਸਟੈਂਡ ਕਰਨਾ ਹੋਵੇ, ਵਧਾਉਣਾ ਹੋਵੇ ਵੀ ਗੱਡੀਆਂ ਹੋਰ ਲੱਗ ਜਾਣ। ਡਰਾਈਵੇ ਜੀ, ਉਹਦੇ 'ਤੇ ਇੱਕ ਜਿਹੜਾ ਹੁੰਦਾ ਕਿ ਲੋਟ ਕਵਰੇਜ ਏਰੀਆ ਤੁਹਾਡਾ ਇਹ ਦੇਖਣਾ ਪੈਣਾ ਕਿ ਲੋਟ ਕਵਰੇਜ ਪਹਿਲੇ ਕਿੰਨੀ ਹੋਈ ਆ। ਜੇ ਉਹਦੇ ਵਿੱਚ ਰੂਮ ਹੋਵੇ ਕਿ ਜਾਂ ਕਿਉਂਕਿ ਬਹੁਤ ਜਿਹੜੇ ਪੁਰਾਣੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਦੇ ਵਿੱਚ ਜਿਹੜਾ ਲੋਟ ਕਵਰੇਜ ਏਰੀਆ ਥੋੜ੍ਹਾ ਸੀ, ਉਸ ਤੋਂ ਬਾਅਦ ਆ ਜਿੱਦਾਂ ਡਿਵੈਲਪਮੈਂਟ ਵੱਧਦੀ, ਘਰ ਵੱਡੇ ਬਣਦੇ ਗਏ, ਉਹਦਾ ਲੋਟ ਕਵਰੇਜ ਏਰੀਆ ਜਿਹੜਾ ਪਰਮਿਟਡ ਲੋਟ ਕਵਰੇਜ ਏਰੀਆ ਸੀ ਉਹ ਜ਼ਿਆਦਾ ਵੱਧਦਾ ਗਿਆ। ਸੋ ਉਹ ਦੇਖਣਾ ਪੈਣਾ ਕਿ ਪਹਿਲੇ ਡਰਾਈਵੇ ਜਿਹੜੀ ਲੋਟ ਕਵਰੇਜ ਆ ਉਹ ਕਿੰਨੀ ਆ। ਸੋ ਜੇ ਉਹਦੇ ਵਿੱਚ ਰੂਮ ਹੋਇਆ ਡੈਫੀਨਿਟਲੀ ਤੁਸੀਂ ਪਰਮਿਟ ਲੈ ਕੇ ਜਿਹੜਾ ਡਰਾਈਵੇ ਆਪਣਾ ਹੋਰ ਐਕਸਟੈਂਡ ਕਰ ਸਕਦੇ ਹੋ। ਸੋ ਮੇਰਾ ਖਿਆਲ ਹੈ ਜੀ ਇਹ ਗੱਲਾਂ ਬਾਤਾਂ ਕਰਕੇ ਨਾ ਰਾਦਰ ਦੈਨ ਪਹਿਲਾਂ ਬਣਾ ਕੇ ਤੇ ਫਿਰ ਤੁਸੀਂ ਜਾਓ ਤੇ ਪੰਗਾ ਪਵੇ, ਇਸ ਤੋਂ ਪਹਿਲਾਂ ਕੋਈ ਵੀ ਤੁਸੀਂ ਡਿਵੈਲਪਮੈਂਟ ਜੇ ਕਰਦੇ ਆ ਜੀ ਇਟਸ ਬੈਟਰ ਟੂ ਗੈਟ ਜੀ ਡੈਫੀਨਿਟਲੀ। ਹੁਣ ਮਾਰਚ ਪਹਿਲੀ ਤੋਂ ਸਾਡਾ ਸਿਟੀ ਦਾ ਸਟਾਫ ਜਿਹੜਾ ਪੂਰਾ ਸਿਟੀ ਹਾਲ ਦੇ ਵਿੱਚ ਉੱਥੇ ਬੈਕ ਆ ਗਿਆ, ਸਿਟੀ ਹਾਲ ਤੋਂ ਆਪਰੇਟ ਕਰ ਰਹੇ ਨੇ। ਸਿਟੀ ਨੋਰਮਲੀ ਪਹਿਲਾਂ ਵਾਂਗ ਖੁੱਲ੍ਹਾ, ਤੁਸੀਂ ਸੈਕਿੰਡ ਫਲੋਰ 'ਤੇ ਜਾ ਕੇ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਆ ਉਹ ਚੰਗੀ ਤਰ੍ਹਾਂ ਤੁਹਾਡਾ ਕੁਐਸਚਨ ਆਨਸਰ ਕਰਨਗੇ। ਤੁਹਾਨੂੰ ਕੋਈ ਵੀ ਕੰਸਟਰਕਸ਼ਨ ਦੇ ਰਿਲੇਟਡ ਕੋਈ ਵੀ ਇਨਕੁਆਇਰੀਜ਼ ਹੈਗੀਆਂ ਤੁਸੀਂ ਉੱਥੇ ਜਾ ਸਕਦੇ ਹੋ। ਮੇਰਾ ਫੋਨ ਆਲਵੇਜ਼ 24/7 ਓਪਨ ਹੁੰਦਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਸੋ ਪਰ ਮੈਂ ਫਿਰ ਇਨਕਰੇਜ ਕਰੂੰਗਾ ਕਿ ਜਿਹੜੇ ਨਵੇਂ ਫਾਈਨਸ ਆ ਇਲੀਗਲ ਕੰਸਟਰਕਸ਼ਨ ਨੂੰ ਲੈ ਕੇ, ਜਿਹੜੀਆਂ ਨਵੇਂ ਪ੍ਰੋਸੀਜਰਸ ਆ ਬਹੁਤ ਜ਼ਿਆਦਾ ਸਟ੍ਰਿਕਟ ਨੇ। ਉਹਦੇ 'ਤੇ ਤੁਹਾਨੂੰ ਬਹੁਤ ਵੱਡੇ ਫਾਈਨਸ ਪਲੱਸ ਕੋਰਟ ਦੀਆਂ ਹੀਅਰਿੰਗਸ ਪਲੱਸ ਤੁਹਾਨੂੰ ਲੋਇਰ ਦੀ ਫੀ, ਉਹ ਬਹੁਤ ਕੁਛ ਜਿਹੜਾ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ। ਜਿਹੜੀ ਇਲੀਗਲ ਕੰਸਟਰਕਸ਼ਨ ਹੈ ਬਿਲਕੁਲ ਵੀ ਉਹਦੇ ਵੱਲ ਸੋਚੋ ਨਾ, ਕਿਉਂਕਿ ਪਰਮਿਟਸ ਲੈਣਾ ਅਸੀਂ ਕਾਫੀ ਉਹਦੇ 'ਤੇ ਕੰਮ ਕਰ ਰਹੇ ਹਾਂ। ਚੈਲੰਜਸ ਅੱਜ ਵੀ ਹੈਗੇ ਨੇ। ਮੈਂ ਬਿਲਕੁਲ ਨਹੀਂ ਕਹਿ ਰਿਹਾ ਕਿ ਬਹੁਤ ਸਮੂਥ ਪ੍ਰੋਸੈਸ ਹੋ ਗਿਆ, ਹਜੇ ਬਹੁਤ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਆ। ਕਾਫੀ ਅਸੀਂ ਕੰਮ ਕੀਤਾ, ਪੈਂਡੈਮਿਕ ਨੇ ਬਿਲਕੁਲ ਵੀ ਸਾਥ ਨਹੀਂ ਦਿੱਤਾ। EMPLOYEES ਸਾਰਾ ਸਿਟੀ ਸਟਾਫ ਘਰ ਤੋਂ ਕੰਮ ਕਰ ਰਿਹਾ ਸੀ। ਜਦੋਂ ਇੰਨਾ ਵੱਡਾ ਸਟਾਫ ਘਰ ਤੋਂ ਕੰਮ ਕਰ ਰਿਹਾ
ਉਸ ਇੱਕ ਉਹ ਸੀਗਾ ਸੀਨ। ਇੱਕ ਸੀਨ ਇਹ ਹੈ ਕਿ ਸਾਰੇ ਇੱਕ ਰੂਮ ਦੇ ਵਿੱਚ ਕੰਮ ਕਰ ਰਹੇ ਨੇ। ਹੁਣ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬੈਟਰ ਕਰਨਾ ਸਾਡੇ ਵਾਸਤੇ ਬਹੁਤ ਈਜ਼ੀ ਹੋ ਗਿਆ। ਪਹਿਲਾਂ ਉਹ ਵੀ ਇੱਕ ਚੈਲੰਜ ਸੀਗਾ, ਪੈਂਡੈਮਿਕ ਦਾ ਪਤਾ ਨਹੀਂ ਸੀ ਕਿਸੇ ਨੂੰ ਕਿ ਡਿਊਰਿੰਗ ਪੈਂਡੈਮਿਕ ਆਪਾਂ ਐਕਟ ਕਿਵੇਂ ਕਰੀਦਾ। ਸੋ ਆਪਾਂ ਇਲੈਕਸ਼ਨ ਤੇ ਸੀਗੇ ਮਨਦੀਪ, ਸੋ ਉਸ ਤੇ ਆਪਾਂ ਕਹ ਤੁਹਾਡੇ ਨਾਲ ਜਿਹੜੇ 2 ਕਾਉਂਸਲਰ ਰੁੱਸ ਕੇ ਗਏ ਸੀ, 2 ਜਾਂ 3 ਆਪਣੇ ਬ੍ਰੈਂਡਾ ਲੌਕ ਐਂਡ ਮਿਸਟਰ ਹੰਡਲ ਜੈਕ। ਸੋ ਇਹਨਾਂ ਦਾ ਹੈਗਾ ਕਿ ਸ਼ਾਇਦ ਬ੍ਰੈਂਡਾ ਲੌਕ ਰਨ ਕਰੇ ਮੇਅਰ ਲਈ। ਦੂਜੇ ਪਾਸੇ ਆਪਣੇ ਕਮਿਊਨਿਟੀ ਦੇ ਮੰਨੇ ਪਰਮੰਨੇ ਮੈਂਬਰ ਆਫ ਪਾਰਲੀਮੈਂਟ ਮਿਸਟਰ ਸੁਖ ਧਾਲੀਵਾਲ, ਉਹਨਾਂ ਦਾ ਵੀ ਨਾਂ ਸੁਣਨ ਚ ਆ ਰਿਹਾ। ਤੋ ਇਹ ਕੈਂਡੀਡੇਟਸ ਬਾਰੇ ਤੁਹਾਡਾ ਕੀ ਖਿਆਲ ਹੈ? ਬਿਲਕੁਲ, ਦੇਖੋ ਆਪਾਂ ਕੈਨੇਡਾ ਦਾ ਅਗੇਨ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਕਿ ਇੱਥੇ ਬਹੁਤ ਅਟਰੈਕਟ ਹੋ ਰਹੇ ਲੋਕ ਇੱਥੇ ਇਸ ਰੀਜਨ ਦੇ ਵਿੱਚ ਆਉਣ ਨੂੰ, ਸਪੈਸ਼ਲੀ ਕੈਨੇਡਾ ਦੇ ਵਿੱਚ ਆਉਣ ਨੂੰ, ਕਿਉਂਕਿ ਜਿਹੜੇ ਡੈਮੋਕ੍ਰੈਟਿਕ ਰਾਈਟਸ ਹੈਗੇ ਸਾਡੇ ਉਹ ਬਹੁਤ ਫ੍ਰੀਲੀ ਤੇ ਇਕੁਅਲੀ ਡਿਲੀਵਰ ਕੀਤੇ ਜਾਂਦੇ ਹਰੇਕ ਸਿਟੀਜ਼ਨ ਨੂੰ। ਸੋ ਹਰ ਇੱਕ ਸਿਟੀਜ਼ਨ ਕੋਲ ਰਾਈਟ ਹੈਗਾ ਕਿ ਜੇ ਉਹ ਚਾਹੁੰਦੇ ਨੇ ਆਪਣੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ, ਉਹ ਕਰ ਸਕਦੇ ਨੇ। ਸੋ ਹੋਲ ਹਾਰਟਡਲੀ ਜਿਹੜਾ ਵੀ ਆਉਣਾ ਚਾਹੁੰਦਾ, ਮੇਰੀਆਂ ਬੈਸਟ ਵਿਸ਼ੇਸ। ਅਤੇ ਅਸੀਂ ਜੋ ਕੀਤਾ ਅਸੀਂ ਆਪਣਾ ਦੱਸਾਂਗੇ, ਪਰ ਮੈਂ ਜਿੱਦਾਂ ਇਲੈਕਸ਼ਨ ਤੋਂ ਪਹਿਲੇ ਆਪਾਂ ਬਹੁਤ ਕੈਂਪੇਨਸ ਕਰਾਂਗੇ। ਕੈਂਪੇਨ ਵੈਸੇ ਸਟਾਰਟ ਹੋ ਗਈ ਆ। ਮੈਂ ਆਲਵੇਜ਼ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਆਪਣੇ ਆਪ ਨੂੰ ਦੱਸਿਆ ਸੀ, ਅਗਲੀ 'ਚ ਵੀ ਦੱਸਾਂਗਾ ਆਪਣੇ ਆਪ ਨੂੰ ਕਿ ਮੈਂ ਉਹ 'ਤੇ ਹੀ ਗੱਲ ਕਰਾਂਗਾ ਜੋ ਮੈਂ ਕੀਤਾ ਅਤੇ ਜੋ ਮੈਂ ਕਰਨਾ ਚਾਹੁੰਦਾ। ਮੈਂ ਬਿਲਕੁਲ ਵੀ ਕਦੇ ਵੀ ਇਹ ਗੱਲ ਨਹੀਂ ਕਰੂੰਗਾ ਕਿ ਉਹਨਾਂ ਨੇ ਕੀ ਕੀਤਾ ਜਾਂ ਉਹਨੇ ਕੀ ਕੀਤਾ। ਮੈਂ ਆਪਣੇ ਆਪ 'ਤੇ ਫੋਕਸ ਜਿਹੜੀ ਇਲੈਕਸ਼ਨ ਆ ਕਰੂੰਗਾ। ਹਾਂਜੀ ਕਾਲਰ, ਤੁਸੀਂ ਲਾਈਨ ਤੋਂ ਜੀ। Hello. We are out of time anyways. So you focus on your strengths rather than ਮੈਂ always ਜਦੋਂ ਇਲੈਕਸ਼ਨ ਦੀ ਗੱਲ ਚੱਲਦੀ ਮੈਂ always ਕਹਿਣਾ ਹੁੰਦਾ ਇੱਕ ਦੂਜੇ ਦੇ ਚੱਕੜ ਸਿੱਟਣ ਦੀ ਬਜਾਏ ਤੁਸੀਂ ਆਪਦੀ ਜਿਹੜੀ ਸਟਰੈਂਥ ਹੈ, ਆਪਦਾ ਜਿਹੜਾ ਤੁਹਾਡਾ ਏਜੰਡਾ ਆ, ਉਸ ਦੇ ਬਾਰੇ ਗੱਲਬਾਤ ਕਰੋ। ਕਿਉਂਕਿ ਮੈਂ ਜਿਹੜਾ ਲੇਟਲੀ ਦੇਖ ਰਿਹਾ ਕਈ ਵਾਰੀ ਜਦੋਂ ਆਪਾਂ ਇਸ ਤਰ੍ਹਾਂ ਦੇ ਅਟੈਕ ਕਰਦੇ ਹਾਂ ਆਪਣੀ ਕਮਿਊਨਿਟੀ ਨੂੰ ਬਹੁਤ ਡੈਮੇਜ ਜੀ। ਬਿਲਕੁਲ, ਡੈਫੀਨਿਟਲੀ। ਨਾਲੇ ਔਨ ਟੌਪ ਆਫ ਦੈਟ ਇੱਕ ਆਪਾਂ ਹੋਰ ਗੱਲ, ਚਲੋ ਥੋੜ੍ਹਾ ਜਿਹਾ ਡਿਫਰੈਂਟ ਟੌਪਿਕ ਹੋ ਜਾਂਦਾ ਕਿ ਅਸੀਂ ਬੜੇ ਬਲੈਸਡ ਹਾਂ ਇੱਥੇ। ਅਸੀਂ ਠੀਕ ਹੈ, ਸਾਡੇ ਕੋਲ ਪ੍ਰੋਬਲਮਸ ਹੈਗੀਆਂ, ਪਰ ਮੈਨੂੰ ਲੱਗਦਾ ਇਹ ਫਸਟ ਵਰਲਡ ਦੀਆਂ ਪ੍ਰੋਬਲਮਸ ਆ। ਅੱਜ ਜੇ ਤੁਸੀਂ ਇੱਥੇ ਆਪਣੇ ਫਲੱਡਸ ਆਏ ਸੀਗੇ, ਬਹੁਤ ਗਵਰਨਮੈਂਟ ਦੀ ਬਹੁਤ ਸਪੋਰਟ ਸੀ, ਕਮਿਊਨਿਟੀ ਦੀ ਬਹੁਤ ਸਪੋਰਟ ਸੀ। ਆਪਾਂ ਨੂੰ ਫੂਡ ਜਾਂ ਸ਼ੈਲਟਰ ਦੀ ਪ੍ਰੋਬਲਮ ਨਹੀਂ ਸੀ, ਪਰ ਆਈ ਟਰੂਲੀ ਫੀਲ ਫॉर ਦੋਜ਼ ਪੀਪਲ ਜਦੋਂ ਐਬਟਸਫੋਰਡ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਾਂ ਫਾਇਰ ਆਈਆਂ ਸੀ, ਪਰ ਕਿੰਨੀ ਗਵਰਨਮੈਂਟ ਦੀ ਸਪੋਰਟ ਸੀ। ਅੱਜ ਯੂਕਰੇਨ ਦੇ ਵਿੱਚ ਦੇਖੋ ਛੋਟੇ ਬੱਚਿਆਂ ਨੂੰ ਚੱਕ ਕੇ ਮਾਈਲਸ ਐਂਡ ਮਾਈਲਸ ਤੁਰ ਕੇ ਜਾ ਰਹੇ ਨੇ, ਕੋਈ ਫੂਡ ਨਹੀਂ ਹੈਗਾ। ਔਨ ਟੌਪ ਆਫ ਦੈਟ ਸੇਫਟੀ ਦਾ ਇੰਨਾ ਥ੍ਰੈਟ ਹੈ, ਪਤਾ ਨਹੀਂ ਕਦੋਂ ਸੋ ਬਹੁਤ ਵੱਡੀਆਂ ਪ੍ਰੋਬਲਮਸ ਹੈਗੀਆਂ ਵਰਲਡ ਦੇ ਵਿੱਚ। ਆਪਾਂ ਬੜੇ ਲੱਕੀ ਹਾਂ, ਆਪਣੀਆਂ ਪ੍ਰੋਬਲਮਸ ਹੈਗੀਆਂ, ਇੰਪਰੂਵ ਕਰਾਂਗੇ, ਆਪਾਂ ਕਰ ਰਹੇ ਹਾਂ। ਪਰ ਨੈਗੇਟਿਵਿਟੀ ਦੇ ਲਈ ਮੈਨੂੰ ਲੱਗਦਾ ਕਿ ਆਪਾਂ ਨੂੰ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਨੈਗੇਟਿਵ ਹੋਣ ਦੀ। ਸੋ ਮਿਸਟਰ ਨਾਗਰਾ, ਥੈਂਕ ਯੂ ਵੈਰੀ ਮਚ ਫॉर ਯੋਰ ਟਾਈਮ। ਯੋਰ ਫਾਈਨਲ ਕਮੈਂਟਸ ਟੂ ਆਵਰ ਵਿਊਅਰਸ, ਕੀ ਕਹਿਣਾ ਚਾਹੋਗੇ ਆਪ? ਵੈਲ, ਅਸੀਂ ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਐਸ ਅ ਸਿਟੀ ਕਾਉਂਸਲ ਅਸੀਂ ਪੂਰਾ ਓਨੈਸਟੀ ਦੇ ਨਾਲ ਹਾਰਡ ਵਰਕ ਕਰ ਰਹੇ ਹਾਂ ਪਿਛਲੇ 3.5 ਸਾਲ ਤੋਂ ਕਿ ਜਿੰਨੀਆਂ ਵੀ ਇੰਪਰੂਵਮੈਂਟਸ ਹੋ ਸਕਦਾ ਕਿ ਮੇਰੇ ਤੋਂ ਐਸਾ ਕਾਉਂਸਲਰ ਉਹਨਾਂ ਨਾ ਅਚੀਵ ਕਰ ਸਕਿਆ ਹੋਵਾਂ, ਉਹਨੀਆਂ ਨਾ ਡਿਲੀਵਰ ਕਰ ਸਕਿਆ ਹੋਵਾਂ ਜਿੰਨਾ ਪ੍ਰੋਮਿਸ ਕੀਤਾ ਸੀ। ਪਰ ਲਾਸਟ ਡੇ ਤੱਕ ਮੈਂ ਬਿਲਕੁਲ ਵੀ, ਮੈਂ ਇੱਦਾਂ ਨਹੀਂ ਕਿ ਹੁਣ ਮੈਂ ਕੈਂਪੇਨ ਮੋਡ ਦੇ ਵਿੱਚ ਹੁਣ ਮੈਂ ਵੋਟਾਂ ਵੱਲ, ਮੇਰਾ ਜਿਹੜੇ ਕੰਮ ਆ ਉਹ ਲਾਸਟ ਡੇ ਤੱਕ ਮੈਂ ਕੰਮ ਕਰਾਂਗਾ। ਅਗਲੀ ਟਰਮ ਦੇ ਵਿੱਚ ਜੋ ਹੋਏਗਾ ਉਹ ਫਿਰ ਅਗਲੀ ਟਰਮ ਦੇ ਵਿੱਚ ਦੇਖਿਆ ਜਾਏਗਾ। ਪਰ ਹੁਣ ਜਿਹੜੇ ਮੇਰੇ 4 ਸਾਲ ਕੰਮ ਕਰਨ ਦੀ ਮੇਰੀ ਰਿਸਪੌਂਸਿਬਿਲਿਟੀ ਸੀ, ਉਹਨੂੰ ਮੈਂ ਬਿਲਕੁਲ ਓਨੈਸਟੀ ਦੇ ਨਾਲ ਕਰਦਾ ਰਹੂੰਗਾ। ਥੈਂਕ ਯੂ ਵੈਰੀ ਮਚ। ਸੋ ਸਾਡੀ ਗੱਲ ਚੱਲ ਰਹੀ ਸੀ ਸਿਟੀ ਆਫ ਸਰੀ ਕਾਉਂਸਲਰ ਮਨਦੀਪ ਨਾਗਰਾ ਨਾਲ। ਬੜੀ ਖੁੱਲ੍ਹੀ ਓਪਨ ਡਿਸਕਸ਼ਨ ਹੁੰਦੀ ਹੈ ਮੇਰੇ ਸ਼ੋਅ 'ਤੇ। ਉਸ 'ਤੇ ਜਿੰਨੇ ਵੀ ਜ਼ਰੂਰੀ ਮੁੱਦੇ ਸੀਗੇ, ਉਹ ਭਾਵੇਂ ਸਿਟੀ ਆਫ ਸਰੀ ਪੁਲਿਸ ਦਾ ਮੁੱਦਾ ਹੋਵੇ, ਟੈਕਸਿਸ ਦਾ ਮੁੱਦਾ ਹੋਵੇ, ਜਾਂ ਆਪਣੇ ਇਲੀਗਲ ਡਿਵੈਲਪਮੈਂਟ ਦਾ ਹੋਵੇ, ਬੇਸਮੈਂਟ ਦਾ ਮੁੱਦਾ ਹੋਵੇ, ਜਾਂ ਬਿਨਾਂ ਪਰਮਿਟ ਤੋਂ ਜਿਹੜੀਆਂ ਡਿਵੈਲਪਮੈਂਟ ਹੈ ਉਹ ਹੋਵੇ, ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਕਿਹਾ ਆ। ਸੋ ਕਦੇ ਵੀ ਇਸ ਤਰ੍ਹਾਂ ਦਾ ਮੁੱਦਾ ਆਵੇ, ਹੈਜ਼ੀਟੇਟ ਨਾ ਕਰੋ। ਸਿਟੀ ਹਾਲ ਦਾ ਕੰਮ ਹੈ ਤੁਹਾਡੀ ਹੈਲਪ ਕਰਨਾ। ਬਾਕੀ ਜਿਹੜੇ ਆਪਣੇ ਚੁਣੇ ਨੁਮਾਇੰਦੇ ਆ ਜਿਵੇਂ ਮਿਸਟਰ ਨਾਗਰਾ ਹੈਗੇ ਆ, ਇਹਨਾਂ ਦੀ ਪਬਲਿਕ ਇਨਫੋਰਮੇਸ਼ਨ ਹੈਗੀ ਹੈ, ਈਮੇਲ ਐਡਰੈਸ ਹੈਗੇ ਆ, ਫੋਨ ਨੰਬਰ ਹੈਗੇ, ਇਹਨਾਂ ਨੂੰ ਕੰਟੈਕਟ ਕਰਕੇ ਪਹਿਲਾਂ ਥੋੜ੍ਹੀ ਜਿਹੀ ਇਹਨਾਂ ਦੀ ਓਪੀਨੀਅਨ ਲੈ ਕੇ, ਕਿਉਂਕਿ ਕਾਫੀ ਗੱਲਾਂ ਅੱਜ ਉੱਭਰ ਕੇ ਆਈਆਂ ਜੇ ਸੈਕਿੰਡ ਬੇਸਮੈਂਟ ਹੈ ਅਤੇ ਉਹ ਲੀਗਲ ਨਹੀਂ ਗਈ, ਤਾਂ ਉਹਨੂੰ ਤੁਸੀਂ ਸਿਟੀ 'ਚ ਅਪਲਾਈ ਕਰਕੇ ਉਹਨੂੰ ਲੀਗਲ ਕਰਾ ਸਕਦੇ ਆ ਸੈਕਿੰਡ ਬੇਸਮੈਂਟ ਨੂੰ। ਅਤੇ ਉਹਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਟੈਕਸ ਐਕਸਟਰਾ ਪੇ ਕਰਨਾ ਆਣਾ। ਇਟਸ ਵਰਥ ਮੋਰ ਦੈਨ
ਇਹ ਆਪਾਂ ਨੂੰ ਫਿਕਰ ਲੱਗਿਆ ਰਹੇ ਕਿ ਕੋਈ ਕੰਪਲੇਂਟ ਨਾ ਕਰ ਰਹੇ। ਇਸੇ ਹੀ ਤਰ੍ਹਾਂ ਤੁਹਾਡੇ ਸਾਹਮਣੇ ਕਿਸੇ ਨਾ ਕਿਸੇ ਕਮਿਊਨਿਟੀ ਐਕਟਿਵਿਸਟ ਨੂੰ ਜ਼ਰੂਰ ਲੈ ਕੇ ਆਵਾਂਗੇ, ਗੱਲਬਾਤ ਕਰਾਇਆ ਕਰਾਂਗੇ, ਫੀਡਬੈਕ ਜ਼ਰੂਰ ਦਿਆ ਕਰੋ, ਇਨਵੋਲਵਮੈਂਟ ਰੱਖਿਆ ਕਰੋ, ਇਨਫੋਰਮੇਸ਼ਨ ਜ਼ਰੂਰ ਲਿਆ ਕਰੋ ਸਿਟੀ ਹਾਲ ਤੋਂ ਜਾਂ ਕਿਸੇ ਵੀ ਲੈਵਲ ਤੇ, ਪ੍ਰੋਵਿੰਸ਼ੀਅਲ ਫੈਡਰਲ ਲੈਵਲ ਤੇ ਜੇ ਕੋਈ ਗੱਲਬਾਤ ਹੁੰਦੀ ਹੈ ਇਸ ਤਰ੍ਹਾਂ ਹੀ ਆਪਣੀ ਗੱਲਬਾਤ ਹੁੰਦੀ ਰਹੂਗੀ। ਧੰਨਵਾਦ, ਰੱਬ ਰੱਖਾ। ਹੈਵ ਹੈਪੀ ਹੈਲਥੀ ਲੌਂਗ not a long weekend। ਸਤਿ ਸ਼੍ਰੀ ਅਕਾਲ।